तेरे जोर दाहन दिसते सत उपजावा, बाम परसते झूठ बनावा, उपजत ही उठ जूझे जुझारा, पिछों पढ़ पिछों तब ते करत जगत में रारा। पिछों आद पुरख जब आप संभारा, आप रूप में है आप निहारा। आदि पुरख ने आदि पुरख कौन है? आदि पुरख एक होंगे ਜਿਹੜਾ ਇੱਕ ਹੈ ਨਾ ਉਹ ਆਦਿ ਪੁਰਖ ਹੈ, ਕਰਤਾ ਪੁਰਖ ਹੈ ਜਿਹੜਾ। ਆਦ ਹੁੰਦਾ ਜੋ ਮੁੱਢ ਹੈ ਕਿਸੇ ਚੀਜ਼ ਦੇ ਬਣਾਉਣ ਦਾ, ਸ੍ਰਿਸ਼ਟੀ ਦੀ ਰਚਨਾ ਦਾ ਜਿਹੜਾ ਮੁੱਢ ਹੈ ਇੱਕ ਹੈ। ਇੱਕ ਦੀ ਗੱਲ ਕੀਤੀ ਹੈ। ਜਿਹੜਾ ਹੁਕਮ ਹੈ ਨਾ ਉਹ ਇੱਕ ਦਾ ਹੀ ਹੁਕਮ ਹੈ, ਇੱਕ ਹਾਕਮ ਹੈ, ਉਹਦਾ ਹੁਕਮ ਹੈ। ਹੁਕਮ ਦਾ ਫਿਰ ਉਹਨੇ ਪੈਦਾ ਕੀਤਾ, ਹੁਕਮ ਦਾ ਪੈਦਾ ਕੀਤਾ ਹੋਇਆ ਨਾ, ਤੇ ਕਰਤਾ ਤਾਂ ਆਦਿ ਪੁਰਖ ਹੋਇਆ ਨਾ ਹੁਕਮ ਦਾ ਵੀ। ਹੁਕਮ ਦਾ ਵੀ ਆਦਿ ਪੁਰਖ ਤਾਂ ਫਿਰ ਇੱਕ ਹੋਇਆ। ਆਦਿ ਪੁਰਖ ਦਾ ਵੀ ਕਰਤਾ ਹੁਕਮ ਹੈ, ਹੁਕਮ ਦਾ ਵੀ ਕਰਤਾ ਆਦਿ ਪੁਰਖ ਹੈ, ਕਿਉਂਕਿ ਉਹਦਾ ਹੁਕਮ ਹੈ। ਜਿੰਨਾ ਚਿਰ ਚੁੱਪ ਹੈ ਸੁਣਨਾ ਉਹਨਾਂ ਚ ਰਚਨਾ ਨਹੀਂ ਹੈ। ਜਦ ਉਹਨੇ ਸੰਭਾਲਿਆ ਸਹਿਜ ਅਵਸਥਾ ਚ ਆਇਆ, ਜਿਵੇਂ ਉਂਘ ਆ ਜਾਂਦੀ ਹੈ ਨਾ, ਆਦਮੀ ਸੰਭਲ ਨਹੀਂ ਸਕਦਾ, ਝਟਕਾ ਖਾ ਜਾਂਦਾ, ਤੇ ਸੰਭਲਦਾ ਸਹਿਜ ਚ ਹੁੰਦਾ। ਚੇਤਨ ਅਵਸਥਾ ਦੇ ਵਿੱਚ ਸੰਭਲਿਆ ਹੋਇਆ ਹੁੰਦਾ, ਸੁਣਨ ਅਵਸਥਾ ਚ ਸੰਭਲਿਆ ਹੋਇਆ ਨਹੀਂ ਹੁੰਦਾ। ਸੰਭਾਲੇ ਦਾ ਮਤਲਬ ਇਹ ਆਦ ਪੁਰਖ ਜਬ ਆਪ ਸੰਭਾਲਾ, ਆਪਣਾ ਆਪ ਸੰਭਾਲਿਆ, ਯਾਨੀ ਕਿ ਸੁਣ ਅਵਸਥਾ ਤੋਂ ਸਹਿਜ ਚ ਆਇਆ। ਸਹਿਜ ਚ ਆਇਆ। ਸੱਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ, ਤਿੰਨ ਭਵਨ ਰਚੇ ਜੋਤੀ ਕੋਈ ਹੈ ਤਿੰਨਾਂ ਚ। ਤ੍ਰੇਤੇ ਚ, ਦੁਆਪਰ ਚ, ਕਲਯੁਗ ਚ ਇੱਕੋ ਜੋਤੀ ਹੈ। ਗਰਭ ਚ ਵੀ ਉਹੀ ਜੋਤੀ ਹੈ। ਗਰਭ ਤੇ ਪਹਿਲਾਂ ਭਰਮ ਦਾ ਜੋ ਬ੍ਰਹਮ ਅੰਡੇ, ਜੋ ਬ੍ਰਹਮ ਅੰਡੇ ਰੂਪ ਚ ਸੀ ਬ੍ਰਹਮ, ਉਹ ਵੀ ਉਹੀ ਸੀ, ਉਹ ਵੀ ਜੋਤੀ ਹੋਈ ਸੀ। ਗਰਭ ਚ ਵੀ ਉਹੀ ਸੀ। ਗਰਭ ਚ ਦੋ ਫਾੜ ਹੋ ਗਿਆ, ਦਾਲ ਹੋ ਗਈ, ਹੁਣ ਵੀ ਉਹੀ ਹੈ। ਕਲਯੁਗ ਚ ਵੀ ਉਹੀ ਹੈ। ਇਹ ਤਿੰਨ ਲੋਕ, ਉਹਨਾਂ ਦੇ ਤਿੰਨ ਲੋਕ, ਉਹਨਾਂ ਨੇ ਗੜਬੜ ਕਰ ਲਈ ਲੋਕਾਂ 'ਚ। ਜੁਗਾਂ ਜਾਂ ਲੋਕਾਂ 'ਚ ਗੜਬੜ ਉਹਨਾਂ ਨੂੰ ਕਰਨੀ ਪਈ। ਉਹਨਾਂ ਨੇ ਸੱਚਖੰਡ ਗਾਇਬ ਕੀਤਾ ਅਸਲ 'ਚ। ਹਾਂ, ਸੱਚਖੰਡ ਗਾਇਬ ਕਰਤਾ। ਇਸ ਕਰਕੇ ਚੌਥਾ ਯੁੱਗ ਮਾਇਆ 'ਚ ਬਣਾ ਲਿਆ। ਨਿਰਾਕਾਰ ਗਾਇਬ ਕਰਨਾ ਸੀ ਨਾ, ਨਿਰਾਕਾਰ ਗਾਇਬ ਕਰਨਾ ਸੀ। ਆਦਮੀ ਨੂੰ ਇਹ ਸਭ ਕੁਝ ਬਣਾ ਲਿਆ। ਆਦਮੀ ਤੋਂ ਕਹਾਂ ਵਾਲਾ ਛੱਡਤਾ। ਕਰੀ ਜਾਂਦੇ ਨੇ ਗੱਲ ਓਮ ਦੀ, ਉਹ ਬਾਰੇ ਦੱਸਦੇ ਕੁਝ ਨਹੀਂ। ਸ਼ੁਰੂ ਕਰਦੇ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੋਂ, ਤਿੰਨਾਂ ਗੁਣਾਂ ਤੋਂ ਸ਼ੁਰੂ ਕਰਦੇ ਨੇ ਸ੍ਰਿਸ਼ਟੀ। ਇਹ ਤਾਂ ਮਾਇਆ। ਫਿਰ ਰਜਗੁਣ, ਤਮਗੁਣ, ਸਤਗੁਣ ਕਹੀਏ, ਤੇਰੀ ਸਭ ਮਾਇਆ। ਮਾਇਆ ਤੋਂ ਹੀ ਸ਼ੁਰੂ ਕਰਦੇ ਨੇ, ਮਾਇਆ 'ਚ ਰਹਿੰਦੇ ਨੇ। ਮਾਇਆ ਤੋਂ ਗਾਹਾਂ ਨਹੀਂ ਜਾਂਦੇ, ਮਾਇਆ ਤੋਂ ਆਦਿ ਪੁਰਖ ਤੋਂ ਹੀ ਨਹੀਂ ਜਾਂਦੇ। ਆਦਿ ਪੁਰਖ ਨੂੰ ਨਹੀਂ ਜਾਣ ਕਹਿੰਦੇ। ਆਦਿ ਪੁਰਖ ਹੀ ਤਾਂ ਓਂਕਾਰ ਹੈ। ਆਦ ਪੁਰਖ ਜਬ ਆਪ ਸੰਭਾਲਾ, ਜਦ ਉਹਨੇ ਆਪਣਾ ਆਪ ਸੰਭਾਲਿਆ, ਫਿਰ ਉਹਨੇ ਓਂਕਾਰ ਬੋਲਿਆ। ਆਪ ਰੂਪ ਮੈਂ ਆਪ ਨਿਹਾਰਾ, ਆਪਣੇ ਆਪ ਦੇ ਵਿੱਚ ਆਪਣਾ ਆਪਾ ਹੀ ਦੇਖਿਆ। ਮਨ ਸ਼ੀਸ਼ਾ ਨਾ, ਮਨ ਨੂੰ ਸ਼ੀਸ਼ਾ ਕਿਉਂ ਕਿਹਾ? ਸ਼ੀਸ਼ੇ 'ਚ ਅਸੀਂ ਆਪਣਾ ਆਪ ਦੇਖਦੇ ਹਾਂ। ਦੇਖਦੇ ਨਹੀਂ ਸ਼ੀਸ਼ੇ 'ਚ ਫੋਟੋ ਆਪਣੀ? ਉਹਨੇ ਮਨ ਦੇ ਵਿੱਚੋਂ ਆਪਣਾ ਆਪ ਦੇਖਿਆ। ਮਨ ਸ਼ੀਸ਼ਾ ਨਾ, ਸ਼ੀਸ਼ੇ 'ਚ ਆਪਣਾ ਆਪ ਨਹੀਂ ਦੇਖੀਦਾ ਹੁੰਦਾ। ਮਨ ਦੇ ਵਿੱਚ ਆਪਣਾ ਆਪ ਦੇਖਿਆ ਨਾ। ਮਨ ਮੈਂ ਆਪੇ ਹੈ ਨਾ, ਮਨ ਦੇ ਵਿੱਚ ਆਪਣਾ ਆਪ ਦੇਖਿਆ, ਆਪਣੇ ਵਿੱਚ ਆਪਣਾ ਆਪਾ ਹੀ ਦੇਖਿਆ। ਓਮ ਆਕਾਰ ਕਹਿ ਇੱਕ ਦਾ ਕਹਾ, ਇੱਕ ਦਾ ਕਹਾ ਓਂਕਾਰ। ਇੱਕ ਨੇ ਫਿਰ ਕੀ ਕਿਹਾ? ਉਹਨੇ ਕਿਹਾ ਓਮ। ਓਮ ਤਾਂ ਆਪੇ ਸੀ ਉਹ ਆਕਾਰ। ਆਕਾਰ ਦਾ ਮਤਲਬ ਹੈ ਹੁਕਮ। ਬੋਲ ਪਿਆ ਨਾ, ਜਾਂ ਕਹਾ ਤਾਂ ਬੋਲ ਪਿਆ, ਬੋਲ ਪਿਆ ਹੁਕਮ। ਬੋਲਣਾ ਹੀ ਹੁਕਮ ਹੈ। ਉਹ ਆਕਾਰ ਕਹਿਣ ਨਾਲੇ ਸ੍ਰਿਸ਼ਟੀ ਪੈਦਾ ਹੋ ਗਈ। ਆਕਾਰ ਉਹਦਾ ਕੀ? ਆਕਾਰ ਹੁਕਮ। ਹੁਕਮ ਨਾਲ ਸ੍ਰਿਸ਼ਟੀ ਪੈਦਾ ਹੋ ਗਈ। ਹੁਕਮ ਪੈਦਾ ਹੋਇਆ, ਸ੍ਰਿਸ਼ਟੀ ਪੈਦਾ ਹੋ ਗਈ। ਭੂਮੀ ਆਕਾਸ਼ ਸਗਲ ਬਨ ਰਹਾ, ਭੂਮੀ ਆਕਾਸ਼ ਸਗਲ ਬਣ ਰਹਾ। ਆਕਾਸ਼ ਵੀ ਪੈਦਾ ਹੋ ਗਈ, ਭੂਮੀ ਵੀ ਪੈਦਾ ਹੋ ਗਈ। ਫਿਰ ਤਾਂ ਪੈਦਾ ਹੁੰਦਾ ਹੀ ਹੈ। ਇਉਂ ਪੈਦਾ ਹੋਈ ਹੈ ਸ੍ਰਿਸ਼ਟੀ। ਸ੍ਰਿਸ਼ਟੀ ਦੀ ਰਚਨਾ ਇਉਂ ਪੈਦਾ ਹੋਈ ਹੈ। ਤੇਰੇ ਜੋਰ
ਦਾਹਨ ਦਿਸਤੇ ਸਤ ਉਪਜਾਵਾ ਬਾਮ ਅਜੋ ਮਾਇਆ ਨਹੀਂ ਰਚੀ, ਅਜੋ ਮਾਇਆ ਨਹੀਂ ਰਚੀ, ਭੂਮ ਆਕਾਸ਼ ਹੈ। ਭੂਮ ਜਿਹੜੀ ਹਿਰਦਾ ਯਾਨੀ ਆਕਾਸ਼ ਦੇ ਵਿੱਚ ਜੋਤ ਹੈ। ਚਲੋ ਤੇਰੇ ਜੋਰ ਦਾਹਨ ਦਿਸਤੇ ਸਤ ਉਪਜਾਵਾ ਸੱਜੇ ਪਾਸਿਓਂ ਸੱਚ ਪੈਦਾ ਕੀਤਾ ਉਹਨੇ ਆਪਣੇ, ਬਾਮ ਪਰਸ ਤੇ ਝੂਠ ਬਣਾਵਾ ਖੱਬੇ ਪਾਸੇ ਝੂਠ ਪੈਦਾ ਕੀਤਾ। ਮਨ ਝੂਠਾ, ਸੱਜੇ ਪਾਸੇ ਵਾਲਾ ਸੱਚਾ। ਇਹ ਜਿਹੜੀ ਬੇਸਿਕ ਗੱਲ ਹੈ, ਇਹਦੇ ਨਾਲ ਸਿੱਖ ਮਤ ਔਰ ਹਿੰਦੂ ਮਤ ਇੱਕ ਸਹਿਮਤ ਹੈ। ਜਦੋਂ ਆਨੰਦ ਕਾਰਜਾਂ ਤੇ ਅਸੀਂ ਬਿਠਾਲਦੇ ਹਾਂ, ਸੱਜੇ ਪਾਸੇ ਮੁੰਡਾ ਬਿਠਾਲਦੇ ਹਾਂ, ਖੱਬੇ ਪਾਸੇ ਲੜਕੀ ਬਿਠਾਲਦੇ ਹਾਂ। ਕਮਾਇਆ ਇਹੋ ਝੂਠ ਹੈ। ਸੱਜਾ ਪਾਸਾ ਵਡਿਆਈ ਦਾ, ਬੜਾ ਆਦਮੀ ਹੋਈ ਹੈ। ਇਸ ਪੁਆਇੰਟ ਤੇ ਹਿੰਦੂ ਔਰ ਸਿੱਖ ਮਤ ਦਾ ਕੋਈ ਫਰਕ ਹੀ ਨਹੀਂ। ਇਹ ਬੇਸਿਕ ਧਰਮ ਹੈ, ਇੱਥੋਂ ਬੇਸਿਕ ਹੈ। ਹਰ ਜਗ੍ਹਾ ਨਹੀਂ ਸਾਡਾ ਫਰਕ ਹੈਗਾ। ਜਿੱਥੋਂ ਫਰਕ ਪਾਇਆ ਉੱਥੋਂ ਦੱਸਿਆ। ਫੇਰਿਆਂ ਦੇ ਵੀ ਐਵੇਂ ਬਿਠਾਲਦੇ ਨੇ। ਫੇਰਿਆਂ ਦੇ ਖੱਬੇ ਪਾਸੇ ਲਾਵਾਂ ਔਰ ਸੱਜੇ ਪਾਸੇ ਜਿਹੜੀਆਂ ਕਰਦੇ ਨੇ, ਉਹ ਗੱਲ ਕੁਛ ਹੋਰ ਹੈ। ਉਹਨਾਂ ਨੇ ਕਰ ਲਿਆ। ਉਹਨਾਂ ਨੇ ਜਦ ਆਦਮੀ ਦੀ ਦੇਹ ਨੂੰ ਅਸੀਂ ਕਰਾਂਗੇ ਨਾ, ਆਦਮੀ ਦੀ ਦੇਹ ਨੂੰ ਪਰਿਕਰਮਾ ਕਰਾਂਗੇ, ਦੇਹ ਨੂੰ ਦੇ ਮਾਇਆ ਮਾਇਆ ਨਾ, ਮਾਇਆ ਦੀਆਂ ਪਰਿਕਰਮਾ ਪੁੱਠੀਆਂ ਹੋਣਗੀਆਂ। ਮਾਇਆ ਮਾਇਆ ਔਰਤ ਹੈ, ਫਿਰ ਉੱਥੇ ਔਰਤ ਪ੍ਰਧਾਨ ਹੋ ਜੂ। ਅਸੀਂ ਨਹੀਂ ਕਰ ਸਕਦੇ। ਸਾਡੇ ਆਦ ਸੱਚ ਹੈ ਲਿਖਿਆ ਹੋਇਆ। ਸੱਚ ਦੀਆਂ ਪਰਿਕਰਮਾ ਜਿਹੜੀਆਂ ਸੱਜੇ ਪਾਸੇ ਨੂੰ ਹੁੰਦੀਆਂ ਨੇ, ਝੂਠ ਦੀਆਂ ਪਰਿਕਰਮਾ ਖੱਬੇ ਪਾਸੇ ਨੂੰ ਹੁੰਦੀਆਂ ਨੇ। ਝੂਠਿਆਂ ਨੇ ਪਰਿਕਰਮਾ ਖੱਬੇ ਪਾਸੇ ਨੂੰ ਕਰਨੀਆਂ ਨੇ, ਮਾਇਆ ਧਾਰੀਆਂ ਨੇ। ਸਹਿਜ ਧਾਰੀਆਂ ਨੇ ਪਰਿਕਰਮਾ ਸੱਜੇ ਪਾਸੇ ਨੂੰ ਕਰਨੀਆਂ ਨੇ। ਤੇ ਪੁਰਖ ਪ੍ਰਧਾਨ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੁਰਖ ਪ੍ਰਧਾਨ ਹੈ, ਕਰਤਾ ਪੁਰਖ ਲਿਖਿਆ ਹੋਇਆ। ਉਹਦੀਆਂ ਪਰਿਕਰਮਾ ਸੱਜੇ ਪਾਸੇ ਨੂੰ ਹੋਣਗੀਆਂ। ਜਿਹੜੇ ਮੂਰਤੀ ਪੂਜਾ ਵਾਲੇ ਨੇ ਖੱਬੇ ਪਾਸੇ ਨੂੰ ਕਰਦੇ ਨੇ। ਅਸਲ 'ਚ ਮੂਰਤੀ ਪੂਜਾ ਜਿਹੜੀ ਹੈਗੀ, ਆਦਮੀ ਦੀ ਪੂਜਾ ਔਰਤ ਕਰਦੀ ਹੈ। ਮੂਰਤੀ ਪੂਜਾ ਔਰਤ ਦੀ ਪੂਜਾ ਹੈ, ਖੱਬੇ ਪਾਸੇ ਵਾਲੀ। ਔਰਤ ਪਰਿਕਰਮਾ ਕਰੂ, ਆਦਮੀ ਦੀ ਮੂਰਤੀ ਦੀਆਂ ਕਰੂ, ਖੱਬੇ ਪਾਸੇ ਨੂੰ ਕਰੂ। ਉਹਦਾ ਖੱਬਾ ਪੈਰ ਪਹਿਲਾਂ ਉੱਠਦਾ। ਕੁਦਰਤੀ ਵੀ ਦੇਖੋ, ਖੱਬਾ ਪੈਰ ਉਹਦਾ ਪਹਿਲਾਂ ਉੱਠਦਾ ਹੈ। ਆਦਮੀ ਦਾ ਸੱਜਾ ਪੈਰ ਪਹਿਲਾਂ ਉੱਠਦਾ। ਆਦਮੀ ਪਰਿਕਰਮਾ ਕਰੂ, ਸੱਜੇ ਪਾਸੇ ਕਰੂਗਾ, ਖੱਬੇ ਕਾਹਤੇ ਕਰੂਗਾ? ਉਹਦਾ ਉੱਠਦਾ ਹੀ ਨਹੀਂ ਪੈਰ ਸੱਜਾ। ਖੱਬਾ ਤਾਂ ਉਹਦਾ ਪੈਰ ਪਹਿਲਾਂ ਉੱਠਦਾ ਹੀ ਨਹੀਂ ਹੈ। ਨੇਚਰ ਨੇ ਵੀ ਇਦਾਂ ਹੀ ਬਣਾਇਆ ਹੋਇਆ ਹੈ। ਅਨਨੈਚੁਰਲ ਪਰਿਕਰਮਾ ਨੇ ਇਹ ਜਿਹੜੀਆਂ ਸਾਡੀਆਂ ਕਰਾਈਆਂ ਜਾਂਦੀਆਂ ਗੁਰਦੁਆਰਿਆਂ 'ਚ, ਅਨਨੈਚੁਰਲ ਨੇ। ਇਸੇ ਕਰਕੇ ਮੁੰਡਾ ਕੁੜੀ ਅੜ ਜਾਂਦੇ ਨੇ ਉੱਥੇ ਆ ਕੇ। ਅੜਦਾ ਨਹੀਂ। ਪਹਿਲਾਂ ਉੱਠ ਕੇ ਵੀ ਮੁੰਡਾ ਪੁੱਠੇ ਪਾਸੇ ਨੂੰ ਜਾਂਦਾ, ਫਿਰ ਦੁਬਾਰਾ ਪੁੱਠੇ ਪਾਸੇ ਨੂੰ ਹੁੰਦਾ। ਜੇ ਜਿੱਧਰ ਮੁੰਡਾ ਬੈਠਾ ਉਹ ਮੂਹਰੇ ਹੋ ਕੇ ਪਰਿਕਰਮਾ ਆਵੇ, ਆਪੇ ਉੱਥੇ ਆ ਜਾਵੇ। ਇਹ ਹੁਣ ਤੇ ਕੀਤੀਆਂ ਨਿਹੰਗ ਸਿੰਘ ਕਰਦੇ ਰਹੇ ਨੇ ਸੱਜੇ ਪਾਸੇ ਨੂੰ ਪਰਿਕਰਮਾ। ਇਹਨਾਂ ਨੇ ਬੇਦੀਆਂ ਨਹੀਂ ਸ਼ੁਰੂ ਕੀਤੀਆਂ ਸੀ, ਦੂਜਿਆਂ ਨੇ ਕੀਤੀਆਂ ਸੀ। ਜਿਹੜੇ ਵਿਰੋਧੀ ਸੀ ਉਹਨਾਂ ਨੇ ਕੀਤੀਆਂ ਸੱਜੇ ਪਾਸੇ ਨੂੰ। ਰਣਜੀਤ ਸਿੰਘ ਦੇ ਜ਼ਮਾਨੇ 'ਚ ਤੇ ਬਾਂਸ ਦਾ ਇਹਨਾਂ ਨੇ ਪਾਈਪ ਪੂਪ ਤਾਂ ਛੱਡ ਤੇ ਲਾਏ ਨੇ ਨਾ। ਜਿਹੜਾ ਹਰਮੰਦਰ ਸਾਹਿਬ ਲਾਇਆ ਪੈਪ ਸੱਜੇ, ਹਾਂ ਛੱਡ ਪਰਿਕਰਮਾ ਨਾ ਕਰਨ ਨਿਹੰਗ ਸਿੰਘ। ਹਾਂ, ਉਹ ਤਾਂ ਇਹਨਾਂ ਨੇ ਲਾਏ ਨੇ। ਉਹ ਤਾਂ ਇਹਨਾਂ ਪੱਟ ਵੀ ਦਿੱਤੀ ਸੀ ਪਰਿਕਰਮਾ। ਤੇ ਝਗੜਾ ਵੀ ਹੋ ਗਿਆ ਸੀ ਸਰਦਾ ਸੁਣਨ ਜਾ ਕੇ। ਔਰ ਪਰਿਕਰਮਾ ਦੇ ਕਿਸੇ ਗੁਰਦੁਆਰਾ ਸਾਹਿਬ 'ਚ ਪੈਪ ਨਹੀਂ ਲੱਗਿਆ ਬਗੈਰ ਹਰਮੰਦਰ ਸਾਹਿਬ। ਹਾਂ ਉੱਥੇ ਪੈਪ ਲਾਏ ਨੇ ਜਾਣ ਕੇ, ਹੋਰ ਨਹੀਂ ਕਿਤੇ ਹੈ। ਉੱਥੇ ਨਹੀਂ, ਉੱਥੇ ਜਗਾਰ ਵੀ ਨਹੀਂ ਗਏ ਆਉਣ ਦਿੰਦੇ ਅੰਦਰ। ਉਹਨਾਂ ਨੇ ਆਪਣਾ ਕਬਜ਼ਾ ਰੱਖਿਆ ਵੀ ਸਾਡਾ ਹੀ ਹੁਣ ਤੱਕ। ਉਹ ਨਹੀਂ ਗੁਰੂ ਘਰ ਦਾ ਮੰਨਿਆ ਹੋਇਆ ਇਹਨਾਂ ਨੇ। ਗੁਰੂ ਘਰ ਦਾ ਵਿਰੋਧ ਰਿਹਾ ਉੱਥੇ ਹਮੇਸ਼ਾ। ਤੇ ਬੇਰੀ ਖੜੀ ਆ ਹੁਣ ਤੱਕ, ਦੁੱਖ ਭੰਜਣੀ ਬੇਰੀ। ਗੁਰੂ ਜੇ ਛੇਵੇਂ ਪਾਤਸ਼ਾਹ ਹੁੰਦੇ ਬੇਰੀ ਪਹਿਲਾਂ ਪੜ੍ਹਦੇ। ਉੱਥੇ ਨਹੀਂ ਕਥਾ ਉਹ ਨਹੀਂ ਕਰਦੇ ਅੰਦਰ, ਕਥਾ ਨਹੀਂ ਕਰ ਸਕਦੇ ਉੱਥੇ ਗੁਰਬਾਣੀ ਦੀ। ਉੱਥੇ ਝੂਠ ਦਾ ਪ੍ਰਚਾਰ ਹੈ ਸ਼ੁਰੂ ਤੋਂ ਹੀ, ਮਾਇਆ ਦਾ। ਬਾਮ ਪਰਸ ਤੇ ਝੂਠ ਬਣਾਵਾ, ਖੱਬੇ ਪਾਸੇ ਝੂਠ ਪੈਦਾ ਕੀਤਾ। ਖੱਬੇ ਪਾਸੇ ਦੀਆਂ ਪਰਿਕਰਮਾ ਝੂਠ ਦੀਆਂ ਨੇ। ਇਸੇ ਕਰਕੇ ਉੱਥੋਂ ਆਹ ਕਹਿੰਦਾ ਨਾ ਝੂਠ ਹੈ, ਉਹ ਇੱਥੋਂ ਚੱਕਤਾ, ਉਹ ਕਹਿੰਦਾ ਇਹਨੂੰ ਹਟਾ ਦਿਓ ਪਰੇ।
ਇਹ ਝੂਠ ਕਹਿੰਦਾ ਵੀ ਝੂਠ ਹੈ ਖੱਬਾ, ਉਹ ਕਹਿੰਦੇ ਇਹਨੂੰ ਪਰੇ ਹਟਾ ਦਿਓ। ਇਹ ਰਲੇ ਹੋਏ ਤੇ ਸ਼੍ਰੋਮਣੀ ਕਮੇਟੀ ਵਾਲੇ, ਮੂਹਰੇ ਇਹ ਕੀਤੇ ਹੋਏ ਤੇ ਦੂਏ, ਅੰਦਰੋਂ ਇਹ ਨਹੀਂ ਸੀ ਚਾਹੁੰਦੇ ਇਹਨੂੰ ਦਸਮ ਗ੍ਰੰਥ ਨੂੰ। ਉਹਨਾਂ ਨੂੰ ਉਹ ਟਾਲੀ ਜਾਂਦੇ ਤੇ ਫੈਸਲਾ ਨਹੀਂ ਸੀ ਕਰਦੇ, ਬਿਨਾਂ ਬੋਲੋ ਹੀ ਨਾ ਕੋਈ, ਬੋਲੋ ਹੀ ਨਾ ਕੋਈ, ਬਸ ਐ ਮਿੱਟੀ ਪਾਈ ਜਾਂਦੀ ਵੀ ਜਿੰਨਾ ਚੰਨਾ ਉਹਦਾ ਲਗਾ ਲਓ। ਉਹ ਤਾਂ ਫਿਰ ਆਪਾਂ ਨੇ ਕਿਹਾ ਉਹਨਾਂ ਨੂੰ ਵੀ ਆ ਤੁਸੀਂ ਬੋਲੋ, ਨਹੀਂ ਤਾਂ ਫਿਰ ਅਸੀਂ ਬਾਗੀ ਹੋ ਕੇ ਬੋਲਣ ਲੱਗ ਜਾਵਾਂਗੇ। ਇਹ ਨਹੀਂ ਹੋ ਸਕਦਾ ਵੀ ਉਹ ਬੋਲੀ ਜਾਣ, ਝੂਠੇ ਬੋਲੀ ਜਾਣ, ਸੱਚਾ ਚੁੱਪ ਕਰ ਰਹੇ। ਸੱਚਾ ਕਾਹਤੇ ਚੁੱਪ ਕਰੇ, ਝੂਠਾ ਚੁੱਪ ਕਰੇ। ਹੁਣ ਬੋਲਣ, ਇਹ ਵੀ ਬੋਲ ਲੈਣ, ਇਹ ਆਪ ਆ ਲੈਣ ਮੈਦਾਨ 'ਚ, ਜੇ ਭਲਵਾਨ ਨੇ ਇਹ ਜਹੇਦਾਰ ਆ ਜਾਣ ਮੈਦਾਨ 'ਚ, ਵਿਰੋਧ ਕਰਨ, ਸਿੱਧੇ ਹੋ ਕੇ ਕਰਨ। ਜੇ ਵਿਰੋਧ ਕਰਨਾ, ਵਿਰੋਧ ਕਰਨਗੇ, ਮੈਂ ਕਰਕੇ ਮਰਨਾ। ਵਿਰੋਧ, ਸੱਚ ਦਾ ਵਿਰੋਧ ਕਰੂ ਤਾਂ ਮਰੂ, ਕਦੇ ਨਹੀਂ ਬਚਿਆ ਕੋਈ। ਅੰਦਰੋਂ ਵਿਰੋਧ ਕਰਦੇ ਨੇ, ਮੁਖਰ ਹੋ ਕੇ ਨਹੀਂ ਕਰਦੇ, ਹੋਰਾਂ ਦੇ ਕਰਾਉਂਦੇ ਨੇ ਵਿਰੋਧ। ਹਾਂਜੀ, ਉਪਜਦੀ ਹੀ ਉੱਠ ਜੂਝੇ ਜੁਝਾਰਾ। ਬਸ ਖੱਬਾ ਮਨ ਝੂਠਾ ਪੈਦਾ ਕਰ ਲਿਆ, ਇੱਕ ਪਾਸੇ ਤੇ ਝੂਠ ਪੈਦਾ ਕਰ ਲਿਆ, ਇੱਕ ਪਾਸੇ ਸੱਚ, ਇੱਕ ਪਾਸੇ ਤੇ ਪੁੰਨ ਪੈਦਾ ਕਰ ਲਿਆ, ਇੱਕ ਪਾਸੇ ਤੇ ਪਾਪ। ਹੈ ਦੋਏ ਭਾਈ, ਇੱਕ ਚੋਂ ਪੈਦਾ ਹੋਏ ਨੇ ਦੋਏ। ਖੱਬੇ ਪਾਸੇ ਤੇ ਝੂਠ ਹੈ, ਸੱਜੇ ਪਾਸੇ ਤੇ ਸੱਚ ਹੈ। ਪੈਦਾ ਹੁੰਦੇ ਸਾਰੇ ਹੀ ਜੁਝ ਪਏ, ਉਲਝ ਪਏ ਦੋਏ, ਝੂਠ ਔਰ ਸੱਚ। ਉਪਜਤ ਹੀ ਉੱਠ ਜੂਝੇ ਜੁਝਾਰਾ, ਉੱਠ ਜੂਝੇ ਜੁਝਾਰਾ, ਜਦ ਹੀ ਲੜਨ ਲੱਗੇ ਨੇ। ਜਦੋਂ ਜੱਫੋ ਜੱਫੀ ਜਦ ਹੀ ਨੇ ਜੁਝਾਰਾ। ਤਬ ਤੇ ਕਰਤ ਜਗਤ ਮੈਂ ਰਾਰਾ। ਜਦ ਹੀ ਸੰਸਾਰ 'ਚ ਝਗੜਾ ਹੋ ਰਿਹਾ ਹੈ, ਸੰਸਾਰ ਝਗੜੇ ਦਾ ਘਰ ਹੈ। ਵਿਦਵਾਨ ਪ੍ਰਧਾਨ ਹੁੰਦੇ ਨੇ ਇੱਥੇ, ਮਾਇਆ ਤੋਂ ਗਾਹਾਂ ਇਹਨਾਂ ਨੂੰ ਦੀਦਾ ਨਹੀਂ ਵਿਦਵਾਨਾਂ ਨੂੰ। ਮਾਇਆ ਝਗੜੇ ਦਾ ਕਾਰਨ ਹੈ। ਝਗੜੇ ਦਾ ਕਾਰਨ ਕੀ ਹੈ? ਮਾਇਆ। ਜਰ ਜੋਰੋ ਜ਼ਮੀਨ, ਦੇਖੋ ਜਰ ਦੇ ਨਾਲ ਜ਼ਮੀਨ ਔਰ ਜਲ ਦੇ ਨਾਲ ਜੋਰੋ ਰੱਖੀ ਹੋਈ ਹੈ ਮਾਇਆ। ਆਦਮੀ ਕਾਹਦੇ ਰੱਖਿਆ ਬਈ? ਆਦਮੀ ਕਿਉਂ ਬਚਾਇਆ? ਝਗੜਾ ਤਾਂ ਆਦਮੀ ਕਰ ਰਹੇ ਨੇ ਨਾ, ਝਗੜਾ ਕਰਨ ਵਾਲਾ ਤਾਂ ਆਦਮੀ ਹੈ ਨਾ। ਹਾਂਜੀ, ਸਹੰਸ ਬਰਖ ਜੋ ਆਯੂ ਵਧਾਵੇ। 1000 ਵਰਸ ਦੀ ਵੀ ਜੇ ਉਮਰ ਹੋ ਜਵੇ ਕਿਸੇ ਦੀ, ਕੋਈ ਆਪਣੀ ਵਧਾ ਲਵੇ। ਰਸਨਾ ਸਹਿਸ ਸਦਾ ਲੋ ਪਾਵੇ। ਔਰ 1000 ਉਹਦੇ ਜਵਾਨ ਹੋਵੇ ਹਮੇਸ਼ਾ, 1000 ਸਾਲ ਦੀ ਉਮਰ ਹੋਵੇ, 1000 ਉਹਦੀ ਜੀਵ ਹੋਵੇ, ਜਵਾਨ ਹੋਵੇ, 1000 ਮੂੰਹ ਹੋਊਗਾ ਫਿਰ। ਸਹੰਸ ਜੁਗਨ ਲੋ ਕਰੇ ਵਿਚਾਰਾ। 1000 ਜੁਗਾਂ ਤੱਕ ਵਿਚਾਰ ਕਰੀ ਜਾਵੇ, ਚਾਹੇ ਉਹ ਤਦਪ ਨ ਪਾਵਤ ਪਾਰ ਤੁਮਾਰਾ। ਤਦ ਵੀ ਤੇਰਾ ਪਾਰ ਨਹੀਂ ਪਾਇਆ ਜਾ ਸਕਦਾ ਤੁਮਾਰਾ। ਇੱਕ ਦਾ ਪਰਲਾ ਕਿਨਾਰੇ ਦੇ, ਪਰਲੇ ਕਿਨਾਰਾ ਦਾ ਤਾਂ ਵੀ ਜੇ ਬਾਉਂਡਰੀ ਹੋਵੇ, ਪਰਲੇ ਪਾਸੇ ਬਾਉਂਡਰੀ ਹੈ ਹੀ ਨਹੀਂ। ਬਾਉਂਡਰੀ ਵਾਲੇ ਦਾ ਪਾਰ ਹੁੰਦਾ, ਇੱਥੇ ਬਾਉਂਡਰੀ ਹੈ ਨਹੀਂ, ਪਾਰ ਕਿਸੇ ਅਪਾਰ ਹੈ। ਉਹਦਾ ਨਾਂ ਹੀ ਅਪਾਰ ਹੈ। ਤੇਰੇ ਜੋਰ ਗੁੰਗਾ ਕਹਿਤਾ, ਬਿਆਸ ਪਰਾਸਰ ਔਰ ਇਕ ਘਣੇ। ਦੇਖੋ, ਬਿਆਸ ਨੂੰ ਮੰਨਦੇ ਨਹੀਂ ਮੰਨਦੇ ਹਿੰਦੂ, ਉਹਨਾਂ ਨੇ ਬਿਆਸ ਕਹਿੰਦੇ, ਬਿਆਸ ਕਹਿੰਦਾ ਇਹ ਗੱਲ। ਬਿਆਸ ਪਰਾਸਰ ਔਰ ਪਰਾਸ਼ਰ, ਪਰਾਸ਼ਰ ਹੈਗਾ ਰਿਸ਼ੀ ਹੈ। ਪਰਾਸ਼ਰ ਬਿਆਸ ਦਾ ਹੀ ਬਾਪ ਹੈ ਸ਼ਾਇਦ, ਬਿਆਸ ਹੈ। ਔਰ ਹੋਰ ਬਹੁਤ ਸਾਰੇ ਰਿਖੀ ਨੇ ਜਿਹਨਾਂ ਨੂੰ ਮੰਨਦੇ ਨੇ। ਉਹ ਰਿਖੀਆਂ ਦੀਆਂ ਗੱਲਾਂ ਲੁਕੋ ਲੀਆਂ ਸੱਚ ਦੀਆਂ ਉਹਨਾਂ ਨੇ। ਉਹ ਲੁਕੋਈਆਂ ਹੋਈਆਂ ਗੱਲਾਂ ਬਾਹਰ ਕੀਤੀਆਂ ਨੇ, ਸੱਚੀਆਂ ਗੱਲਾਂ ਲੁਕੋ ਲੀਆਂ, ਝੂਠ ਮੂਹਰੇ ਕਰਤਾ। ਦੋ ਪਾਰਟੀਆਂ ਸੀ ਰਿਸ਼ੀਆਂ ਦੇ, ਇੱਕ ਝੂਠੇ ਸੀ, ਸੱਚੇ ਸੀ। ਉਹ ਸੱਚੇ ਜਿਹੜੇ ਸੀ ਉਹਨਾਂ ਦੀ ਗੱਲ ਲੁਕੋ ਲਈ ਰਾਜੇ ਨੇ ਮਿਲ ਕੇ, ਝੂਠਿਆਂ ਦੀ ਮੂਹਰੇ ਕਰਤੀ। ਸਿੰਘੀ ਰਿਖੀ ਬਕਦਾਲ ਬਭਣੇ। ਆ ਦੇਖੋ, ਇੱਕ ਸਿੰਘੀ ਰਿਸ਼ੀ ਹੈ। ਸਿੰਘੀ ਰਿਸ਼ੀ ਦਾ ਜਿਹੜਾ ਹੈਗਾ ਸਥਾਨ, ਉੱਥੇ ਜਿੱਥੇ ਅਸੀਂ ਰਹਿੰਦੇ ਤੇ ਉਹਦੇ ਨੇੜੇ ਹੀ ਹੈ ਸਿੰਘੀ ਰਿਸ਼ੀ ਦਾ, ਗੰਗਾ ਦੇ ਕਿਨਾਰੇ ਤੇ। ਉਹ ਜਿਹਦੇ ਗਲ 'ਚ ਸੱਪ ਪਾਤਾ ਸੀ, ਇਹ ਪਾਂਡਵਾਂ ਦਾ ਜਿਹੜਾ ਸੀ ਨਾ ਪ੍ਰੀਸ਼ਤ ਰਾਜਾ, ਇਹਦਾ ਅਭਿਮਨਿਊ ਦੇ ਬਾਅਦ ਪੈਦਾ ਹੋਇਆ ਸੀ ਪ੍ਰੀਸ਼ਤ। ਪਾਂਡਵਾਂ ਦੇ ਅਭਿਮਨਿਊ ਮਾਰਿਆ ਗਿਆ ਸੀ ਨਾ ਜੰਗ 'ਚ, ਉਹ ਪ੍ਰੀਸ਼ਤ ਰਾਜੇ ਨੇ ਪਾਤਾ ਸੀ ਸਿੰਘੀ ਰਿਸ਼ੀ ਦੇ ਗਲ 'ਚ ਸੱਪ।
ਉਹ ਜਗ੍ਹਾ ਮੈਂ ਦੇਖੀ ਹੈ, ਉੱਥੇ ਅਸੀਂ ਰਹੇ ਹਾਂ ਨੇੜੇ। ਉਹਦੀ ਗੱਲ ਹੈ ਸ੍ਰਿੰਗੀ ਰਿਸ਼ੀ ਦੀ। ਬਕਦਾਲਬ ਭਣੇ ਬਕਦਾਲਬ, ਸ੍ਰਿੰਗੀ ਰਿਸ਼ੀ, ਇਹ ਸਾਰੇ ਬ੍ਰਹਮ ਗਿਆਨੀ ਹੋਏ ਨੇ। ਇਹਨਾਂ ਨੇ ਜਿਹੜੇ ਗ੍ਰੰਥ ਲਿਖੇ ਨੇ ਗੁਰਬਾਣੀ ਨਾਲ ਮੇਲ ਖਾਂਦੇ ਨੇ ਸਾਰੇ ਹੀ। ਵਿਆਸ, ਪਰਾਸ਼ਰ, ਸੁਖਦੇਵ, ਸ੍ਰਿੰਗੀ ਰਿਸ਼ੀ, ਇਹ ਸਾਰੇ ਇਹ ਆਤਮ ਗਿਆਨੀ ਨੇ, ਆਤਮਦਰਸ਼ੀ ਨੇ। ਉਹ ਜਿਹੜੇ ਦੂਏ ਨੇ ਜੋਤਿਸ਼ ਵਿਦਿਆ ਲਿਖਣ ਵਾਲੇ ਅੰਡ ਵੰਡ, ਉਹ ਮੂਹਰੇ ਕਰ ਲਏ। ਉਹਨਾਂ ਦਾ ਹੀ ਹੁੰਦਾ ਰੋਜ਼ ਟੈਲੀਵਿਜ਼ਨ ਤੇ ਪ੍ਰਚਾਰ, ਉਹ ਲੋਕਟ ਬਣਾ ਲਓ ਜੰਤਰ ਮੰਤਰਾਂ ਵਾਲੇ, ਉਹ ਨੇ ਮਾਇਆਧਾਰੀ। ਹਾਂਜੀ। ਸਾਂਸ ਮੁਗਨ ਕਾ ਬ੍ਰਹਮਾ ਦੇਖਾ। ਹਜ਼ਾਰ ਮੂੰਹ ਵਾਲਾ ਬ੍ਰਹਮਾ ਵੀ ਦੇਖਿਆ। ਦੇਖੋ ਹਜ਼ਾਰ ਮੂੰਹ ਵਾਲਾ ਬ੍ਰਹਮਾ ਹੈ। ਉਹ ਜਿਹੜਾ ਸੱਪ ਕਹਿੰਦੇ ਨੇ, ਸੱਪ ਅਸਲ 'ਚ ਸੱਪ ਆਦਮੀ ਨੂੰ ਕਹਿੰਦੇ ਨੇ ਜਿਹੜਾ ਮਾਇਆ ਵਾਲਾ ਹੋਵੇ ਨਾ, ਮਾਇਆਧਾਰੀ ਹੋਵੇ, ਉਹ ਸੱਪ ਵੀ ਹੁੰਦਾ ਹੈ। ਉਹਨੂੰ ਘੋੜਾ ਵੀ ਕਹਿ ਦਿੰਦੇ ਨੇ, ਉਹਨੂੰ ਗਧਾ ਵੀ ਕਹਿ ਦਿੰਦੇ ਨੇ, ਉਹਨੂੰ ਸੂਰ ਵੀ ਕਹਿ ਦਿੰਦੇ ਨੇ, ਉਹਨੂੰ ਕੁੱਤਾ ਵੀ ਕਹਿ ਦਿੰਦੇ ਨੇ, ਜੋ ਮਰਜੀ ਕਹਿ ਦੋ। ਕਈ ਮੁਬਤਾਈ ਹਜ਼ਾਰ ਮੂੰਹ ਬਣ ਗਏ। ਉਹਦੇ ਨਾਂ ਨੇ ਸੁਭਾਅ ਕਰਕੇ। ਜੇ ਤਾਂ ਜ਼ਿਆਦਾ ਭਜਦਾ ਘੋੜੇ ਵਾਂਗੂ, ਫਿਰ ਤਾਂ ਘੋੜਾ ਮੂੰਹ ਜੋਰ ਜਿੱਧਰ ਮੂੰਹ ਕਿੱਤੇ ਚੱਲ ਪਿਆ, ਮਨਮੁਖਾ ਬੇਲਗਾਮਾ। ਜੇ ਲੋਭੀ ਹੈ ਤਾਂ ਕੁੱਤਾ ਹੈ, ਬੇਅਕਲ ਨਖਦਾ। ਜੇ ਬੇਅਕਲ ਹੈ ਤਾਂ ਖੋਤਾ ਹੈ। ਜੇ ਕਿਰਤ ਕਰਨਾ ਫਿਰ ਸੱਪ ਹੈ। ਜੇ ਦੁੱਧ ਪਿਲਾਉਣ ਵਾਲੇ ਦੇ ਡੰਗ ਮਾਰਦਾ ਨਾ, ਫਿਰ ਉਹ ਸੱਪ ਹੈ। ਜੇ ਦੁੱਧ ਪਿਲਾਵੇ ਉਹਦੇ ਡੰਗ ਮਾਰੇ, ਸੱਪੇ ਦੁੱਧ ਪਿਲਾਈ ਹੈ, ਮੁੱਖ ਵਿਖੂ ਸੁੱਟੇ, ਉਹਦੇ ਜ਼ਹਿਰ ਪੈਦਾ ਹੋਣੀ ਹੈ। ਦੁੱਧ ਪਿਲਾ ਦੋ, ਚਾਹੇ ਉਹਨੂੰ ਖੀਰ ਖਿਲਾ ਦੋ, ਜੋ ਮਰਜੀ ਪਿਲਾ ਦੋ, ਉਹਦੇ ਅੰਦਰ ਜ਼ਹਿਰ ਪੈਦਾ ਹੋਣੀ ਹੈ। ਤੋ ਨਾ ਤੁਮਾਰਾ ਅੰਤ ਬਸੇਖਾ। ਤਾਂ ਵੀ ਤੇਰਾ ਅੰਤਰ ਹੀ ਪਾਇਆ ਜਾ ਸਕਦਾ ਬਸੇਖਾ। ਇਹ ਹਜ਼ਾਰ ਮੂੰਹ ਵਾਲਾ ਬ੍ਰਹਮਾ ਵੀ ਅੰਤ ਨਹੀਂ ਪਾ ਸਕਿਆ, ਬੇਅੰਤ ਬੇਅੰਤ ਕਹਿ ਕੇ। ਦੂਏ ਜਿਹੜੇ ਨੇ ਨਾ, ਉਹਨਾਂ ਨੇ ਤਾਂ ਬੇਅੰਤ ਕਿਹਾ ਹੀ ਕਿਹਾ। ਪਰਾਸ਼ਰ ਉਹਨਾਂ ਨੇ, ਪਰਾਸ਼ਰ ਉਹਨੀ ਤਾਂ ਗਵਾਹ ਨੇ ਨਾ ਇਸ ਗੱਲ ਦੇ ਕਿ ਹਜ਼ਾਰ ਮੂੰਹ ਵਾਲੇ ਬ੍ਰਹਮਾ ਨੇ ਵੀ ਆਖਰ ਬੇਅੰਤ। ਇਹ ਗੁਰਮੁਖ ਦਾ ਬੇਅੰਤ ਕਹਿੰਦੇ ਹੀ ਨੇ। ਦੂਏ ਜਿਹੜੇ ਅੰਤ ਪਾਉਣ ਵਾਲੀਆਂ ਗੱਲਾਂ ਕਰ ਗਏ ਨਾ ਵਿੱਚ, ਵੀ ਜੀ ਫਿਰ ਉਹ ਵਿਸ਼ਨੂੰ ਰਹਿ ਜਾਂਦਾ, ਫਿਰ ਐਂ ਹੋ ਜਾਂਦਾ, ਸਭ ਗੱਲਾਂ ਝੂਠ ਨੇ। ਹਾਂਜੀ। ਤੇਰਾ ਜੋਰ ਦੋਹਰਾ ਸਿੰਧੂ ਸੁਭਟ ਸਾਵੰਤ ਸਭ ਮੁਨੀ ਗੰਧਰਵ ਮਹੰਤ ਕੋਟ ਕਲਪ ਕਲਪਾਤ ਪੇ ਲਿਓ ਨਾ ਤੇਰੋ ਅੰਤ। ਹਾਂ, ਕਲਪ ਯੁੱਗ ਕਹਿੰਦੇ ਬਹੁਤ, ਜਾਣੀ ਜਿੰਨੀ ਕੁ ਅਸੀਂ ਸੋਚ ਸਕਦੇ ਹਾਂ ਨਾ, ਉਹਨੂੰ ਯੁੱਗ ਜਿੰਨੀ ਕਲਪਨਾ ਕਰ ਸਕਦੇ ਹੋ, ਕਲਪ ਯੁੱਗ ਹੋ ਗਿਆ ਤੁਹਾਡਾ। ਯੁੱਗ ਕੋਈ ਸਮਾਂ ਨਹੀਂ ਹੁੰਦਾ। ਯੁੱਗ ਦੀ ਕੋਈ ਜਿਵੇਂ ਕਹਿੰਦੇ ਨੇ ਇੰਨੀ ਉਮਰ ਯੁੱਗ ਦੀ ਹੈ, ਇਹ ਗੱਲਾਂ ਨਹੀਂ ਹੈ। ਗੁਰਬਾਣੀ ਨਹੀਂ ਮੰਨਦੀ ਉਸ ਗੱਲ ਨੂੰ। ਗੁਰਬਾਣੀ ਇੱਕੋ ਹੀ ਯੁੱਗ ਮੰਨਦੀ ਹੈ। ਪਰ ਐਵੇਂ ਹੁੰਦਾ ਜੀਵ ਤਿੰਨ ਮਤਲਬ ਹੈ ਜਿਹੜੇ ਨੇ, ਜਿਵੇਂ ਗਰਭ ਦੇ ਵਿੱਚ ਨੇ ਜੀਵ, ਜਾਂ ਦੇਵਲੋਕ 'ਚ ਨੇ ਜੀਵ, ਜਾਂ ਕਲਯੁਗ 'ਚ ਨੇ। ਇਹ ਸੰਸਾਰ 'ਚ ਕਲਯੁਗ ਹੀ ਰਹਿੰਦਾ ਹੁੰਦਾ। ਜਦੋਂ ਇਹ ਕਲਪਨਾ ਕਰਦਾ ਹੈ, ਭੁੱਖ ਲੱਗਦੀ ਹੈ, ਪਿਆਸ ਲੱਗਦੀ ਹੈ, ਫਿਰ ਉੱਠਦਾ ਹੈ, ਜਾਂਦਾ ਹੈ। ਜਾਨਵਰ ਵੀ ਜਾਂਦੇ ਨੇ ਚੁਗਣ, ਖਾਣ ਪੀਣ, ਆਦਮੀ ਵੀ ਜਾਂਦੇ ਨੇ। ਇਹ ਕਲਯੁਗ ਹੁੰਦਾ। ਜਦ ਹਵਾ ਨਹੀਂ ਬਦਲਦੀ, ਸੂਰਜ ਨਹੀਂ ਬਦਲਦਾ, ਚੰਦ ਨਹੀਂ ਬਦਲਦਾ, ਤਾਰੇ ਨਹੀਂ ਬਦਲਦੇ, ਯੁੱਗ ਕਿਵੇਂ ਬਦਲ ਜੂ? ਯੁੱਗ ਨਹੀਂ ਬਦਲਦਾ। ਸੱਚ ਪ੍ਰਧਾਨ ਬਹੁਤਾ ਚਿਰ ਇੱਥੇ ਕਦੇ ਹੋਇਆ ਹੀ ਨਹੀਂ। ਆਹੀ ਦੋ ਜਗ੍ਹਾ ਪ੍ਰਧਾਨ ਹੁੰਦਾ ਸੱਚ, ਇੱਥੇ ਹੀ। ਕਿੰਨਾ ਚਿਰ ਰਹੂਗਾ ਪ੍ਰਧਾਨ? ਉਹ ਵੀ ਅੰਦਰ ਤਾਂ ਅੱਗ ਸੁਲਗਦੀ ਹੁੰਦੀ ਹੈ ਝੂਠ ਦੀ। ਜੇ ਆਪਾਂ ਦਬਾ ਕੇ ਰੱਖ ਲਈਏ ਕਿਸੇ ਨੂੰ, ਝੂਠ ਨੂੰ, ਇਹਦਾ ਮਤਲਬ ਇਹ ਥੋੜ੍ਹੀ ਹੈ ਤੇ ਸੱਚੋਗ ਹੋ ਗਿਆ। ਔਖੇ ਹੋ ਕੇ ਸੱਚ ਨੂੰ ਮੰਨਣਾ ਕੋਈ ਮੰਨਣਾ ਥੋੜ੍ਹੀ ਹੁੰਦਾ। ਔਖੇ ਹੋ ਕੇ ਮੰਨਣਾ। ਹੁਣ ਇੱਥੇ ਗੁਲਾਮੀ ਸੀ ਅੰਗਰੇਜ਼ਾਂ ਦੀ, ਲੋਕਾਂ ਨੇ ਔਖੇ ਹੋ ਕੇ ਝੱਲੀ ਹੈ, ਦਿਲੋਂ ਤਾਂ ਨਹੀਂ ਸੀ ਚਾਹੁੰਦੇ। ਉਹ ਕੋਈ ਰਾਜ ਨਹੀਂ ਹੁੰਦਾ ਹੈਗਾ ਜਿਹੜਾ ਔਖਾ ਹੋ ਕੇ। ਰਾਜ ਉਹ ਹੈ ਜਿਹੜਾ ਹੁਣ ਪਰਮੇਸ਼ਰ ਦੇ ਰਾਜ ਨੂੰ ਲੋਕ ਮੰਨਦੇ ਨਹੀਂ ਹੈ, ਅੰਦਰੋਂ ਨਹੀਂ ਮੰਨਦੇ ਹੈਗੇ। ਅੰਦਰੋਂ ਉਹ ਮੰਨਦਾ ਜਿਹੜਾ ਭਾਣੇ ਚੱਲੇ।
ਕਿ ਪਾਣੀ 'ਚ ਨਹੀਂ ਚੱਲਦੇ ਅਸੀਂ ਰਾਜ ਮੰਨਦੇ ਤਾਂ ਹੈ ਨਹੀਂ, ਕਹਿੰਦੇ ਹਾਂ, ਕਹਿਣ ਦਾ ਕੀ ਹੈ। ਕਹਿੰਦੇ ਸੀ ਅੰਦਰੋਂ ਅੰਗਰੇਜ਼ ਦਾ ਰਾਜ ਹੈ, ਅੰਦਰੋਂ ਨਹੀਂ ਸੀ ਰਾਜੀ ਬੰਦੇ। ਇਹ ਪਰਮੇਸ਼ਰ ਦੀ ਗੱਲ ਹੈ। ਜਿਹੜਾ ਅੰਦਰੋਂ ਨਹੀਂ ਚੱਲਦਾ, ਰਾਜੀ ਨਹੀਂ ਹੈਗਾ, ਉਹ ਬੰਦਾ ਬੁੰਦਾ ਨਹੀਂ ਹੈਗਾ ਅੰਦਰੋਂ। ਉੱਪਰੋਂ ਉੱਪਰੋਂ ਕਹਿਣਾ ਹੋਰ ਗੱਲ ਹੈ, ਮੰਨਣਾ ਹੋਰ ਗੱਲ ਹੈ। ਮਜਬੂਰੀ ਹੈ ਉਹ ਕਹਿਣਾ ਤਾਂ। ਹੁਣ ਜੇ ਉਹ ਵਿਰੋਧ ਕਰ ਨਹੀਂ ਸਕਦੇ, ਦੁਨੀਆ 'ਚੋਂ ਸਾਰੀ ਮੰਨਦੀ ਹੈ, ਜਿਹੜੀ ਸਾਰੀ ਦੁਨੀਆ ਗੱਲ ਮੰਨਦੀ ਉਹਦਾ ਵਿਰੋਧ ਤਾਂ ਨਹੀਂ ਕਰਦੇ, ਪਰ ਮੂੰਹ 'ਚ ਹੈ ਉਹ ਗੱਲ। ਜਿਨ ਮਨ ਹੋਰ ਮੁੱਖ ਹੋਰ। ਮੁੱਖ ਦੇ ਵਿੱਚ ਤਾਂ ਇਹ ਹੈ ਵੀ ਰੱਬ ਦਾ ਹੀ ਰਾਜ ਹੈ, ਅੰਦਰੋਂ ਨਹੀਂ ਕੋਈ ਮੰਨਦਾ ਹੈ। ਅੰਦਰੋਂ ਕੋਈ ਗੁਰਮੁਖੇ ਮੰਨਦਾ ਰਾਜ। ਹਾਂ, ਅੰਦਰੋਂ ਬਾਹਰੋਂ ਜਿਹੜਾ ਇੱਕ ਮੰਨੇ ਉਹਦੇ ਤੇ ਐਤਬਾਰ ਕਰਦਾ, ਸੱਚਖੰਡ ਨਹੀਂ ਕਰਦਾ ਨਹੀਂ ਹੈ। ਸਰਕਾਰ ਵੀ ਨਹੀਂ ਕਰਦੀ ਅੰਦਰੋਂ ਬਾਹਰੋਂ ਜਿਹੜਾ ਹੈ। ਆਪਾਂ ਕਿਹੜਾ ਕਰਦੇ ਹਾਂ, ਇੱਥੇ ਕਰਦੇ ਹਾਂ ਅੰਦਰੋਂ ਬਾਹਰੋਂ ਜਿਹੜਾ ਇੱਕ ਨਾ ਹੋਵੇ, ਉਹ ਤੇ ਐਤਬਾਰ ਕੋਈ ਵੀ ਨਹੀਂ ਕਰਦਾ ਹੁੰਦਾ। ਅਸੀਂ ਕਿਹੜਾ ਕਰਦੇ ਹਾਂ। ਹਾਂਜੀ। ਸਿੰਧੋ ਸੁਭੱਟ ਸਾਵੰਤ ਸਭ ਮੁਨੀ ਗੰਧਰਵ ਮਹੰਤ। ਹਾਂ, ਸੁਭੱਟ ਸਾਰੇ ਜਿਹੜੇ ਸੁਭੱਟ ਕਹਿੰਦੇ ਨੇ, ਜਿਹੜੇ ਗਿਆਨ ਚਰਚਾ ਨੂੰ ਦੇ ਵਿੱਚ ਤਕੜੇ ਹੋਣ। ਸਿੰਧ ਜਿਹੜੇ ਸਮੁੰਦਰ, ਜਿਨ੍ਹਾਂ ਦਾ ਗਿਆਨ ਸਮੁੰਦਰ ਜਿੰਨਾ ਹੋਵੇ। ਆਪਾਂ ਕਹਿੰਦੇ ਤਾਂ ਗਿਆਨ ਦਾ ਸਮੁੰਦਰ ਹੈ ਸਿੰਧ ਸੁਭੱਟ। ਉਹ ਸਿੰਧ ਸੁਭੱਟ ਇਹ ਜੇ ਸਮੁੰਦਰ ਜਿੰਨੇ ਗਿਆਨ ਵਰਗੇ। ਗੁਰੂਆਂ ਨੇ ਤਾਂ ਇਹਨੂੰ ਸਮੁੰਦਰੇ ਕਿਹਾ ਹੈ। ਸਿੰਧ ਸੁਭੱਟ ਉਹ ਹੁੰਦੇ ਨੇ ਜਿਹੜੇ ਆਤਮ ਗਿਆਨੀ ਹੋਣ, ਉਹਨਾਂ ਦਾ ਸਮੁੰਦਰ ਜਿੰਨਾ ਗਿਆਨ ਹੁੰਦਾ, ਬਾਕੀ ਦੁਆਇਆਂ ਦਾ ਥੋੜਾ ਹੁੰਦਾ। ਜਿਹੜੇ ਗੁਰਮੁਖ ਨੇ ਉਹ ਸਿੰਧ ਸੁਭੱਟੇ ਹੁੰਦੇ ਨੇ। ਮੁਨੀ ਗੰਧਰਵ ਮਹੰਤ। ਜਿਹੜੇ ਮੁਨੀ ਗੰਧਰਵ ਹੁੰਦੇ ਨੇ, ਇਹ ਗੰਧਰਵ ਹੁੰਦੇ ਨੇ। ਗੰਧਰਵ ਨਗਰੀ ਹੈ ਨਾ ਜਿਹੜੀ, ਇਹ ਮਿਰਗ ਤ੍ਰਿਸ਼ਨਾ ਹੁੰਦੀ ਹੈ। ਹਾਂ, ਗੰਧਰਵ ਨਗਰੀ ਹੈ ਨਾ ਜਿਹੜੀ ਮੁਨੀ ਨੇ, ਇਹ ਮਿਰਗ ਤ੍ਰਿਸ਼ਨਾ ਹੀ ਆ, ਜੋ ਪ੍ਰਾਪਤੀ ਕੁਛ ਨਹੀਂ। ਦੂਰੋਂ ਮਿਰਗ ਦੇਖਦਾ ਬਈ ਉਹ ਪਰ ਪਿਆਸ ਹੁੰਦੀ ਹੈ ਲੱਗੀ ਹੋਈ। ਗਰਮੀਆਂ 'ਚ ਮਿਰਗ ਨੂੰ ਰੇਗਿਸਤਾਨ ਦੇ ਵਿੱਚ ਪਾਣੀ ਤਾਂ ਹੁੰਦਾ ਨਹੀਂ, ਉਹਨੂੰ ਐਂ ਲੱਗਦਾ ਵੀ ਉਹ ਲਹਿਰਾਂ ਜਿਹੀਆਂ ਨੇ ਪਾਣੀ ਉੱਠਦੀਆਂ, ਵੀ ਉਹ ਪਾਣੀ ਦਾ ਦਰਿਆ ਹੈ। ਉਹ ਭਜਦਾ ਉਧਰ ਨੂੰ, ਉਹ ਜਿੰਨਾ ਭਜਦਾ ਉਹ ਗਾਹਾਂ ਗਾਹਾਂ ਦਰਿਆ ਜਾਈ ਜਾਂਦਾ। ਦਰਿਆ ਉਹ ਨਹੀਂ ਗਾਹਾਂ, ਦਰਿਆ ਤਾਂ ਹੈ ਨਹੀਂ, ਉਹਨੂੰ ਲੱਗਦਾ ਹੈ ਉਹ ਦਰਿਆ ਹੈ। ਉਹਨੂੰ ਕਹਿੰਦੇ ਨੇ ਮਿਰਗ ਤ੍ਰਿਸ਼ਨਾ ਦਾ ਜਲ। ਇਹ ਮੁਨੀ ਨੇ ਜਿਹੜੇ ਮਿਰਗ ਤ੍ਰਿਸ਼ਨਾ ਹੀ ਹੈ, ਜਿਹੜੇ ਜੰਤਰ ਮੰਤਰ ਕਰਦੇ ਨੇ, ਮਾਲਾ ਫੇਰਦੇ ਨੇ ਨਾ, ਸੰਬੰਧੀ ਲਾਉਂਦੇ ਨੇ, ਇਹ ਮਿਰਗ ਤ੍ਰਿਸ਼ਨਾ ਜ਼ਿਆਦਾ, ਜੋ ਪ੍ਰਾਪਤੀ ਕੁਛ ਨਹੀਂ ਹੈ। ਮਰਦਿਆਂ ਤੱਕ ਮਾਲਾ ਫੇਰੀ ਜਾਂਦੇ ਨੇ, ਮਿਲਦਾ ਤਾਂ ਕੁਛ ਨਹੀਂ। ਉਹ ਮਿਰਗ ਮਰ ਜਾਂਦਾ ਭਜਦਾ ਭਜਦਾ, ਪਾਣੀ ਨਹੀਂ ਮਿਲਦਾ ਉਹਨੂੰ, ਪਾਣੀ ਹੈ ਹੀ ਨਹੀਂ। 10 ਵਜੇ ਗਰਮੀ ਦੇ ਮਹੀਨੇ ਇੱਦਾਂ ਲੱਗਦਾ ਹੁੰਦਾ ਆਪਾਂ ਨੂੰ, ਕਿਤੇ ਬਾਹਰ ਅੱਗੇ ਲੱਗਦਾ ਹੁੰਦਾ ਸੀ। ਹੁਣ ਤਾਂ ਖੈਰ ਬਾਹਰ ਉਹਦੀ ਗਰਮੀ ਹੁੰਦੀ ਉਹ ਨਹੀਂ ਹੈ, ਧਰਤੀ ਤਪਦੀ ਨਹੀਂ। ਉਹ ਐਂ ਲੱਗਦਾ ਹੁੰਦਾ ਸੀ ਵੀ ਉਹ ਲਹਿਰਾਂ ਜਿਹੀਆਂ ਵਗਦੀਆਂ, ਵੀ ਪਾਣੀ ਦਾ ਦਰਿਆ ਵਗਦਾ। ਹਾਂ, ਉਹ ਭੱਜੀ ਜਾਂਦਾ ਮਿਰਗ, ਭੱਜੀ ਜਾਂਦਾ ਮਿਰਗ। ਉਹ ਗੰਗ ਪਈ ਹੈ ਜੋ ਨੇੜੇ ਹੀ ਹੈ, ਉਹਨੂੰ ਦਿਖੀ ਜਾਂਦਾ, ਦਿਖੀ ਤਾਂ ਉਹਨੂੰ ਜਾਂਦਾ, ਪਰ ਹੁੰਦਾ ਹੈ ਨਹੀਂ। ਬਸ ਭਜਦਾ ਭਜਦਾ ਹੀ ਮਰ ਜਾਂਦਾ। ਮਾਇਆ ਵਾਲੇ ਮਿਰਗ ਤ੍ਰਿਸ਼ਨਾ ਦੇ ਚਲੇ ਹੈ। ਇਹ ਗੰਧਰਵ ਨਗਰੀ ਵਾਲੇ ਨੇ। ਗੰਧਰਵ ਨਗਰੀ ਵਾਲੇ ਵੀ ਇਹ ਸਮਝਦੇ ਨੇ ਵੀ ਅਸੀਂ ਪੱਥਰ ਪਕੜਾ ਦਿੰਦੇ ਹਾਂ, ਵੀ ਉਹ ਜੀ ਧਿਆਨ ਸੈਨ ਹੁਣ ਪਕੜਾ ਕੇ ਦਿਖਾਓ। ਤੰਨੇ ਨੂੰ ਵੀ ਕਹਿ ਦਿੱਤਾ ਵੀ ਪੱਥਰ 'ਚੋਂ ਪਾ ਲਿਆ, ਕਰੀ ਜਾਓ ਪੱਥਰ ਦੀ ਸੇਵਾ। ਮਿਰਗ ਤ੍ਰਿਸ਼ਨਾ ਪਾਇਆ ਕਿਸੇ ਨੇ? ਇੱਕ ਆਦਮੀ ਨੇ ਝੂਠ ਬੋਲਤਾ, ਤੁਸੀਂ ਉਹਦੀ ਨਕਲ ਕਰਨ ਲੱਗੇ। ਉਹ ਮਿਰਗ ਤ੍ਰਿਸ਼ਨਾ ਨਹੀਂ ਆ, ਹੋਰ ਕੀ ਆ ਉਹ? ਇਹ ਮਿਰਗ ਤ੍ਰਿਸ਼ਨਾ ਦਾ ਜਲ ਕਹਿਆ ਹੋਇਆ ਇਹਨੂੰ। ਇਸ ਕਰਕੇ ਇਹ ਜੋ ਪ੍ਰਾਪਤੀ ਕੁਛ ਹੋਣੀ ਨਹੀਂ, ਜ਼ਿੰਦਗੀ ਭਰ ਚਲੇ ਜਾਓ, ਆਖਰ ਦਮ ਟੁੱਟ ਕੇ ਮਰ ਜੂ ਆਦਮੀ। ਮੁਨੀ ਗੰਧਰਵ ਮਹੰਤ। ਮੁਨੀ ਗੰਧਰਵ ਸੀ ਜਿਹੜੇ, ਮਹੰਤ ਸੀ ਜਿਹੜੇ। ਹੋਰ ਇਹਨਾਂ ਦੇ ਮਹੰਤੇ ਬਣੇ ਹੁੰਦੇ ਨੇ, ਜਿਹੜੇ ਆਪਣੇ ਮੰਦਰਾਂ 'ਚ ਹੋਏ, ਡੇਰਿਆਂ 'ਚ ਹੋਏ। ਕੋਟ ਕਲਪ ਕਲਪਾਤ ਭੇ ਲਹਿਓ ਨਾ ਤੇਰੋ ਅੰਤ। ਕੋਟ ਕਲਪਨਾ ਕਰਦੇ ਰਹੇ ਨੇ ਗ੍ਰੰਥਾਂ 'ਚ, ਕਾਲਪਨਿਕ ਗ੍ਰੰਥ ਲਿਖੇ ਹੋਏ ਨੇ ਸਾਰੇ ਹੀ। ਇਹ ਆਪਣੇ ਅੰਦਾਜ਼ੇ, ਉਹ ਤਾਂ ਹੀ ਕਹਾਂ ਵੀ ਤੇਰਾ ਅੰਦਾਜ਼ਾ ਨਹੀਂ ਕੋਈ ਲਾ ਸਕਦਾ ਵੀ ਇੰਨੀ ਦੂਰ ਆ ਜੀ, ਫਿਰ ਉੱਥੇ ਜੀ ਉਹ ਇੱਕ ਉਹ ਬਤਾੜੀ ਨਦੀ ਆਊਗੀ। ਉਹ ਜਿਹੜੇ ਨੇ ਨਾ, ਉਹਨਾਂ ਦੀ ਗੱਲ ਕਰ ਰਹੇ ਨੇ। ਲਹਿਓ ਨਾ ਤੇਰੋ ਅੰਤ।
ਵੀ ਫਿਰ ਉੱਥੇ ਗਾਂ ਚਾਹੀਦੀ ਹੈ, ਗਾਂ ਆਊਗੀ, ਗਾਂ ਦੀ ਫਿਰ ਪੂਛ ਫੜ ਕੇ ਬਤਾਲੀ ਨਦੀ ਲੰਘਣੀ ਹੈ, ਗਾਂ ਦਾਨ ਕਰੋ। ਉਹ ਜਿਹੜੇ ਨੇ ਉਹਨਾਂ ਦੀ ਗੱਲ ਕਰ ਰਹੇ ਨੇ। ਅੰਤ ਕਿਸੇ ਨੇ ਨਹੀਂ ਲਿਆ ਤੇਰਾ, ਲੈ ਹੋ ਨਾ ਤੇਰਾ ਅੰਤ। ਤੇਰੇ ਜੋੜ ਸੋ ਕਹੂੰ ਭੰਗ ਪ੍ਰਿਆਤ ਛੰਦ, ਸੁਨੋ ਰਾੜ ਸਰਦੂਲ ਉਚਰੋਂ ਪ੍ਰਬੋਧੰ, ਸੁਨੋ ਚਿੱਤ ਦੈ ਕੈ ਨਾ ਕੀਜੈ ਵਿਰੋਧੰ। ਉਹ ਕਹਿਣ ਲੱਗਿਆ ਮਛਿੰਦਰਨਾਥ ਰਾਜਨ ਨੂੰ ਵੀ, ਦੇਖ ਤੈਨੂੰ ਮੈਂ, ਦੇਖੋ ਐਸ ਗੱਲ ਨੂੰ ਉੱਥੇ ਜੋੜਿਆ ਲਿਜਾ ਕੇ ਉਹਨਾਂ ਨੇ। ਗੱਲ ਤਾਂ ਆ ਸੀ, ਸੱਚ ਦੇ ਵਿਰੋਧ ਨੂੰ ਮਨਾ ਕੀਤਾ ਸੀ, ਉੱਥੇ ਝੂਠ ਦੇ ਵਿਰੋਧ ਨੂੰ ਮਨਾ ਕਰਤਾ। ਅੱਛਾ, ਵੀ ਸ਼ੰਕਾ ਨਹੀਂ ਕਰਨੀ ਜਿਹੜੀ। ਹਾਂ, ਉਹ ਮਹਾਭਾਰਤ ਚ ਆ ਗੱਲ ਸੀ। ਉਹ ਮਛਿੰਦਰਨਾਥ ਸੱਚ ਕਹਿ ਰਿਹਾ ਸੀ। ਹਾਂ, ਮਛਿੰਦਰਨਾਥ ਤਾਂ ਇਹ ਕਹਿ ਰਿਹਾ ਵੀ ਰਾਜਨ ਮੈਂ ਤੈਨੂੰ ਇੱਕ ਗੱਲ ਦੱਸਣ ਲੱਗਿਆ ਹੁਣ। ਉਚਰੋਂ ਪ੍ਰਬੋਧਨ, ਇਹ ਗਿਆਨ ਹੈ, ਆਤਮ ਗਿਆਨ ਹੈ। ਪ੍ਰਬੋਧ ਜਿੰਨਾ ਤੇਰੇ ਕੋਲ ਗਿਆਨ ਹੈ ਉਹ ਤੋਂ ਉੱਪਰਲੀ ਗੱਲ ਹੈ। ਕਹਿਣ ਦਾ ਮਤਲਬ ਹੈ ਜਦੋਂ ਆਪਣੇ ਗਿਆਨ ਤੋਂ ਉੱਪਰਲਾ ਹੋ ਜਾਏ ਨਾ ਗਿਆਨ, ਉਹ ਤੇ ਵਿਸ਼ਵਾਸ ਕਰਨਾ ਔਖਾ ਹੋ ਜਾਂਦਾ। ਫਿਰ ਆਦਮੀ ਦੁਚਿੱਤੀ 'ਚ ਪੈ ਜਾਂਦਾ ਉੱਥੇ, ਵੀ ਮੰਨਾ ਕਿ ਨਾ ਮੰਨਾ। ਜਿੱਥੇ ਉਹ ਖੜਾ ਹੈ, ਕਿਸੇ ਨੇ ਤਾਂ ਖੜਾਇਆ ਹੀ ਹੈ ਨਾ, ਕਿਸੇ ਗਿਆਨ ਨੇ ਤਾਂ ਖੜਾ ਕੀਤਾ ਹੀ ਹੈ ਉੱਥੇ। ਉਹਦੇ ਤੇ ਉਹਦਾ ਭਰੋਸਾ ਹੁੰਦਾ ਇਹ ਗੱਲ ਠੀਕ ਹੈ। ਜਦ ਉਹ ਗਲਤ ਸਾਬਤ ਹੋ ਜਾਏ ਫਿਰ ਉੱਥੇ ਆਦਮੀ ਦੁਚਿੱਤੀ 'ਚ ਪੈ ਜਾਂਦਾ। ਉਸੇ ਨੂੰ ਚਰਪਟ ਕਿਹਾ, ਚਰਪਟ ਦੁਚਿੱਤੀ 'ਚ ਪੈ ਗਿਆ ਸੀ। ਤਾਂ ਗੁਰੂ ਨਾਨਕ ਨੂੰ ਕਹਿੰਦਾ ਵੀ ਜੇ ਤੂੰ ਆਹ ਮਸਲਾ ਹੱਲ ਕਰਦਾ ਤੈਨੂੰ ਗੁਰੂ ਮੰਨ ਲਈ। ਆਪਣੇ ਗੁਰੂ ਤੋਂ ਉਖੜ ਗਿਆ ਸੀ ਉਹ, ਜਿਹੜਾ ਆਪਣੇ ਪਹਿਲੇ ਗਿਆਨ ਤੋਂ ਉਖੜ ਜਾਵੇ, ਪਹਿਲੇ ਸਟੈਂਡ ਤੋਂ ਉਖੜ ਜਾਵੇ, ਉਹ ਚਰਪਟ ਹੁੰਦਾ, ਦੁਚਿੱਤੀ 'ਚ ਪੈ ਜਾਵੇ। ਮਨ ਚਲਾਇਮਾਨ ਹੋ ਜਾਵੇ, ਜਿੱਥੇ ਉਹਦਾ ਖੜਾ ਮਨ ਉੱਥੇ ਚਲਾਇਮਾਨ ਹੋ ਜਾਵੇ। ਵੀ ਇਹ ਗੱਲ ਤਾਂ ਸਾਡਾ ਸਟੈਂਡ ਗਲਤ ਹੈ, ਠੀਕ ਨਹੀਂ ਹੈ। ਜੋ ਤੇ ਝੂਠ ਦਾ ਵਿਰੋਧ ਨਹੀਂ ਕਰਨਾ ਇਹ ਕਹੇ ਤਾਂ। ਹਾਂ, ਉਹ ਕਹਿੰਦੇ ਵੀ ਮੈਂ ਤੈਨੂੰ ਕਹਾਣੀ ਸੁਣਾਉਣਾ। ਉਹ ਜਿਹੜਾ ਸੀ ਨਾ ਜਿਹਨੇ ਸੱਪ ਪਾਇਆ ਸੀ ਗਲ ਦੇ ਵਿੱਚ, ਸ੍ਰਿੰਗੀ ਰਿਸ਼ੀ ਨੇ, ਉਹਦਾ ਚੇਲਾ ਭ੍ਰਿੰਗੀ ਰਿਸ਼ੀ ਗਿਆ ਹੋਇਆ ਸੀ ਪਿੰਡ, ਕਿਤੇ ਪਿੰਡ 'ਚ ਮੰਗਣ। ਉਹ ਤਾਂ ਆਪਣੇ ਹੋਵੇ ਬੈਠਾ ਰਿਹਾ। ਰਾਜੇ ਨੇ ਮਰਿਆ ਹੋਇਆ ਸੱਪ ਉਹਦੇ ਗਲ 'ਚ ਪਾਤਾ। ਅਸਲ ਦੇ ਵਿੱਚ ਰਾਜਾ ਗਿਆ ਸੀ ਸ਼ਿਕਾਰ ਖੇਡਣ, ਗਿਆ ਸੀਗਾ ਇੱਥੋਂ ਪ੍ਰੀਸ਼ਤਗੜ੍ਹ, ਉੱਥੇ ਨੇੜੇ ਹੀ ਆ, 5-4 ਕਿਲੋਮੀਟਰ ਹੀ ਹੈ ਪ੍ਰੀਸ਼ਤਗੜ੍ਹ ਜਿਹੜਾ ਸ਼ਹਿਰ ਹੈ ਨਾ। ਪਾਂਡਵਾਂ ਨੇ ਪ੍ਰੀਸ਼ਤਗੜ੍ਹ ਸ਼ਹਿਰ ਵਸਾ ਲਿਆ ਸੀ ਆ ਕੇ, ਉਹ ਛੱਡਿਆ ਸੀ। ਹਸਤਨਾਪੁਰ ਤੋਂ 15-14 ਕਿਲੋਮੀਟਰ ਹੋ ਰਿਹਾ ਪ੍ਰੀਸ਼ਤਗੜ੍ਹ, 12 ਕਿਲੋਮੀਟਰ ਹੁਣ। ਹਸਤਨਾਪੁਰ ਕੰਢੇ ਸੇ ਸੀ, ਇਹ ਥੋੜਾ ਪਿੱਛੇ ਹਟਦਾ, 8-10 ਕਿਲੋਮੀਟਰ ਕੰਢੇ ਤੋਂ ਪਿੱਛੇ ਹਟਦਾ ਸ਼ਹਿਰ। ਉੱਥੇ ਹੁਣ ਆਇਆ ਨਾ, ਸਾਰੇ ਬੰਦੇ ਮਰ ਗਏ, ਬੱਚੇ ਰਹਿ ਗਏ, ਰੋਣ ਵਾਲੇ ਔਰਤਾਂ ਰਹਿ ਗਈਆਂ। ਉਹਨਾਂ ਨੇ ਕਿਹਾ ਵੀ ਇੱਥੇ ਹੈ ਕਲਾਪ ਸਾਡਾ ਦੇਖ ਨਹੀਂ ਹੋਣਾ। ਉਹ ਕਹੂਗਾ ਇਹਨਾਂ ਨੇ ਮਾਰਤਾ, ਆਪਣਾ ਹੀ ਉਹਨਾਂ ਨੇ ਪਿੱਛੇ ਹਟਾ ਕੇ ਅਲੱਗ ਸ਼ਹਿਰ ਬਣ ਲਿਆ। ਛੋਟਾ ਜਿਹਾ ਸੀ ਪ੍ਰੀਸ਼ਤ, ਜੰਮਿਆ ਬਾਅਦ 'ਚ ਅਮਨਦੀਪ ਤੋਂ। ਪਹਿਲਾਂ ਪੰਡ ਫਿਰ ਇਹਨੂੰ ਛੱਡ ਕੇ ਚਲੇ ਗਏ ਸੀ, ਪਹਿਲਾਂ ਰਹੇ ਨੇ ਇਹਦੇ ਸਰੋਣੀ। ਉਹ ਕਹਿੰਦੇ ਵੀ ਇੱਥੇ ਨਹੀਂ ਰਹਿਣਾ ਸੀ। ਸਾਰੇ ਘਰ ਤਾਂ ਖਾਲੀ ਪਏ ਨੇ, ਬੰਦੇ ਮਰ ਗਏ, ਸਾਤੋਂ ਦੇਖ ਨਹੀਂ ਹੁੰਦਾ ਉਹਨੇ। ਆਤਮਾ ਉਹਨਾਂ ਦੀ ਨਹੀਂ ਬੰਦੀ ਉੱਥੇ ਰਹਿਣ ਨੂੰ। ਪ੍ਰੀਸ਼ਤਗੜ੍ਹ ਵਸਾਇਆ ਸੀ। ਪ੍ਰੀਸ਼ਤਗੜ੍ਹ ਦਾ ਉਹਦਾ ਨਾਮ ਬਾਅਦ 'ਚ ਪਿਆ ਅਸਲ 'ਚ, ਪਹਿਲਾਂ ਉਹਨਾਂ ਨੇ ਅੱਡ ਜਾਣੀ ਵਸਾ ਲਿਆ। ਉਹ ਉੱਥੋਂ ਰਾਜਾ ਸ਼ਿਕਾਰ ਖੇਡਣ ਗਿਆ ਪ੍ਰੀਸ਼ਤ ਹੀ। ਉਹ ਉੱਥੇ ਬੈਠਾ ਸੀ ਸਾਧੂ ਸ੍ਰਿੰਗੀ ਰਿਸ਼ੀ, ਸਮਾਧੀ ਲਈ ਬੈਠਾ ਹੋਊਗਾ, ਆਪਣੇ ਧਿਆਨ 'ਚ ਬੈਠਾ ਹੋਊਗਾ। ਉਹ ਮਿਰਗ ਸੀਗਾ, ਕੱਲਾ ਮਿਰਗ ਦੇ ਮਗਰ ਘੋੜਾ ਲਾਇਆ ਸੀ। ਮਿਰਗ ਕਿਤੇ ਗਾਹਾਂ ਲੰਘ ਗਿਆ। ਉਹ ਰਾਜਾ ਨੇ ਪੁੱਛਿਆ ਮਿਰਗ ਕਿੱਧਰ ਨੂੰ ਗਿਆ? ਗਿਆ ਉਹਦੇ ਕੋਲ ਦੀ, ਨੇੜੇ ਦੀ। ਹੁਣ ਉਹਨੂੰ ਕੀ ਪਤਾ, ਉਹਨੇ ਅੱਖਾਂ ਨਹੀਂ ਖੋਲੀਆਂ। ਉਹਨੇ ਫੇਰ ਕਿਹਾ, ਉਹ ਜ਼ਿਆਦਾ ਧਿਆਨ 'ਚ ਸੀ, ਉਹਨੇ ਫੇਰ ਨਹੀਂ ਸੁਣਿਆ। ਉਹਨੂੰ ਗੁੱਸਾ ਆ ਗਿਆ। ਪਰੇ ਕੋਈ ਸੱਪ ਪਿਆ ਸੀ, ਮਰਿਆ ਹੋਇਆ ਸੱਪ ਸੀ। ਉਹ ਤਾਂ ਭਾਵੀ ਸੀ, ਸੱਪ ਸੁੱਪ ਕਾਹਦਾ ਸੀ। ਉਹਨੇ ਉੱਤੇ ਬੈਠੇ ਨੇ, ਉਹ ਧਨਖ ਦੇ ਗੋਸ਼ੇ ਨਾਲ ਚੱਕ ਕੇ ਉਹਦੇ ਗਲ 'ਚ ਪਾਤਾ ਸੱਪ। ਉਹਨੇ ਕਿਹਾ ਵੀ ਇਹ ਜਾਣ ਕੇ ਨਹੀਂ ਬੋਲਦਾ, ਵੀ ਕਹਿੰਦਾ ਉਹ ਵੀ ਮਿਰਗ ਮਾਰ ਦੋ, ਮੈਨੂੰ ਦੋਸ਼ ਹੈ।
ਉਹਨੇ ਮੰਨ ਲਿਆ ਵੀ ਮਿਰਗ ਦਾ ਇਹ ਤਾਂ ਨਹੀਂ ਦੱਸਦਾ ਵੀ ਜੇ ਇਹਨੇ ਮਿਰਗ ਦਾ ਪਿੱਛਾ ਕਰ ਲਿਆ ਵੀ ਪਾਪ ਤੇਰਾ ਤਾਂ ਨਹੀਂ ਬੋਲਦਾ। ਉਹਨੇ ਉਹਦੇ ਗਲ 'ਚ ਪਾਤਾ, ਉਹ ਆ ਗਿਆ, ਉਹ ਵੀ ਬੈਠਾ ਰਿਹਾ। ਉਹਦਾ ਇਹਨਾਂ ਚੇਲਾ ਆ ਗਿਆ, ਕਿਤੇ ਚੇਲੇ ਨੂੰ ਉਹਨੂੰ ਸ਼ਰਾਪ ਦੇ ਦਿੱਤਾ ਵੀ ਜਿਹਨੇ ਆ ਸੱਪ ਪਾਇਆ ਗਲ 'ਚ ਮੇਰੇ ਗੁਰੂ ਦੇ, ਇਹ ਅੱਜ ਤੇ 8ਵੇਂ ਨੂੰ ਤਖਸ਼ ਨਾਗ ਬਣ ਕੇ ਉਹਨੂੰ ਦੱਸੂਗਾ, ਰਾਜੇ ਨੂੰ ਦੱਸੂਗਾ। ਬਸ ਉਹਨੇ ਸ਼ਰਾਪ ਦਿੱਤਾ, ਉਹਦੀ ਅੱਖ ਖੁੱਲ ਗਈ ਸਮਾਧੀ। ਉਹ ਕਹਿੰਦਾ ਕੀ ਕੀਤਾ ਤਾਂ? ਉਹ ਕਹਿੰਦਾ ਫਿਰ ਉਹਨੇ ਸੱਪ ਕਿਉਂ ਪਾ? ਉਹ ਕਹਿੰਦਾ ਉਹ ਤਾਂ ਰਾਜ ਹੈ, ਉਹ ਆਪਣਾ ਪ੍ਰੀਸ਼ ਤੋਂ ਇੰਨਾ ਵਧੀਆ, ਉਹ ਪਾ ਗਿਆ, ਕੋਈ ਨਹੀਂ। ਫਿਰ ਕੀ ਹੋ ਗਿਆ ਸੀ ਜੇ ਸੱਪ ਆ ਗਿਆ? ਤੈਨੂੰ ਕੀ ਹੋ ਗਿਆ? ਮੈਨੂੰ ਤਾਂ ਪੁੱਛ ਲੈਂਦਾ, ਖਬਰ ਹੈ ਮੈਂ ਜਾਣ ਕੇ ਪਾਇਆ ਹੋਵੇ। ਉਹ ਕਹਿੰਦਾ ਮੈਂ ਤਾਂ ਕਹੀ ਹੋਈ ਗੱਲ ਐ ਜੇ ਹੁੰਦੇ ਸੀ। ਉਹ ਗੁੱਸਾ ਬੜੀ ਛੇਤੀ ਆਉਂਦਾ ਸੀ, ਦੇਖ ਕੇ ਉਹੀ ਅੱਗ ਭੋਲਾ ਹੋ ਜਾਂਦੇ ਸੀ। ਜਾ ਕਹਿੰਦਾ ਉਹਨੂੰ ਦੱਸ ਕੇ ਹੁਣ ਭੱਜ, ਪਹਿਲਾਂ ਰੋਟੀ ਰਾਟੀ ਫੇਰ ਖਾਵਾਂਗੇ, ਵੀ ਮੇਰੇ ਤੋਂ ਦਿੱਤਾ ਗਿਆ ਸ਼ਰਾਪ, ਹੁਣ ਇਹਦਾ ਉਪਾਅ ਕਰ ਲੈ। ਸਮਝੇ? ਫਿਰ ਉਹ ਚਲੋ ਸ਼ਰਾਬ, ਉਹ ਤਾਂ ਖੈਰ ਮਰ ਗਿਆ। ਗੰਗਾ 'ਚ ਵੀ ਘਰ ਬਣਾ ਲਿਆ, ਉੱਥੇ ਵੀ ਸੱਪ ਨੇ ਦੱਸਤਾ ਕਿ ਮਤਲਬ ਕੀੜਾ ਬਣ ਕੇ, ਸਮਝੇ ਨਹੀਂ? ਉਹ ਜੋਗੀ ਬਣ ਕੇ ਚਲਿਆ ਗਿਆ, ਆਹ ਫਲ ਖਾ ਲੈ, ਇਹ ਫਲ ਦੇ ਵਿੱਚ ਤੂੰ ਅਮਰ ਹੋ ਜਾਏਗਾ, ਫਿਰ ਤੈਨੂੰ ਸੱਪ ਦੱਸ ਦੇਵੇ। ਉਹ ਸੱਪ ਦੇ ਉਹ ਫਲ ਦੇ ਵਿੱਚ ਹੀ ਸੀ ਬੈਠਾ, ਸਮਝੇ ਨਹੀਂ? ਸ਼ਰਾਬ ਜੋ ਪੂਰਾ ਕਰਨਾ ਸੀ। ਚਲੋ ਸੱਪ 'ਚ ਉਹ ਫਲ ਰੱਖ ਲਿਆ, ਬਾਹਰ ਪਹਿਰੇਦਾਰ ਸੀ, ਉਹਦੇ 'ਚੋਂ ਕੀੜਾ ਨਿਕਲਿਆ, ਉਹ ਡਸ ਗਿਆ ਸੱਪ ਦਾ ਰੂਪ ਧਾਰ ਕੇ। ਚਲੋ ਉਹ ਕਹਾਣੀ ਹੈ। ਉਹਨੇ ਸਰਮੇਦ, ਉਹਦੇ ਮੁੰਡੇ ਨੇ ਸਰਪਮੇਦ ਯੱਗ ਕੀਤਾ, ਜਨਮੇਜੇ ਨੇ। ਫਿਰ ਸੱਪ ਜਾੜੇ ਉੱਥੇ ਸਰਮੇਦ ਯੱਗ ਦੇ ਵਿੱਚ ਆਉਂਦਾ, ਗਿਆਨ ਪ੍ਰਬੋਧ 'ਚ ਆਉਂਦਾ, ਜਿਹੜਾ ਗਿਆਨ ਪ੍ਰਬੋਧ ਹੈ ਨਾ, ਉਹ 'ਚ ਉਹ ਆਉਂਦਾ ਸਾਰੀ ਕਹਾਣੀ। ਸਰਪਮੇਦ ਯੱਗ ਕੀਤਾ ਉੱਥੇ, ਸੱਪ ਜਾੜੇ। ਉਹ ਤਕਸ਼ਕ ਨਾਗ ਹੈ ਜਿਹੜਾ ਇੰਦਰ ਦੇ ਸਿੰਘਾਸਣ 'ਚ ਲਿਪਟ ਗਿਆ, ਉਹ ਸਣੇ ਇੰਦਰ ਦਾ ਸਿੰਘਾਸਣ ਖਿੱਚ ਲਿਆ ਉਹਨਾਂ ਨੇ। ਖੈਰ ਫਿਰ ਉੱਥੇ ਸੁਲਾਹ ਹੋ ਗਈ ਉਹਨਾਂ ਦੀ। ਇਹ ਜੀ ਕਹਾਣੀ ਹੈ। ਉਹ ਕਹਿੰਦੇ ਉਹ ਜਦ ਜੰਗ ਕਰਦਾ ਸੀ ਜਨਮੇਜਾ, ਉਹ ਫਿਰ ਸ਼ਾਇਦ ਉਹ ਜੰਗ ਕਰਦਾ ਸੀ, ਉਹਦਾ ਹੋਰ ਜੰਗ ਕੀਤਾ ਸੀ ਫਿਰ ਉਹਨੇ ਇੱਕ, ਉਹਦਾ ਸੁਲਾਹ ਹੋ ਗਈ। ਉਹਦੇ ਵਿੱਚ ਉਹ ਕਹਾਣੀ ਸੁਣਾ। ਹਾਂ, ਨਾ ਉਹ ਹਵਾਈ ਪੰਡਤ ਤੇ ਜੰਗ ਕਰਾਉਂਦੇ ਸੀ, ਉੱਤੇ ਖੜੇ ਸੀ ਉਹ, ਉੱਤੇ ਖੜ ਕੇ ਉਹਤੀ ਪਾਉਂਦੇ ਹੁੰਦੇ ਨੇ ਉੱਚੀ, ਦੂਰ ਹੁੰਦਾ ਨਾ ਉਹ ਜਿਹੜਾ ਯੱਗ ਹੁੰਦਾ, ਉੱਤੋਂ ਜਾਊਗਾ ਪਰਨਾਲਾ ਨੀਵਾਂ ਨੀਵਾਂ ਹੁੰਦਾ। ਉਹ ਰਾਣੀ ਵੀ ਉੱਤੇ ਖੜੀ ਉਹਤੀ ਪਾਉਂਦੀ ਸੀ। ਉਹ ਕਿਤੇ ਹਵਾ ਆਈ, ਸਾੜੀ ਉੱਡ ਗਈ, ਪੰਡਤ ਹੱਸ ਪਏ। ਉਹਨੇ ਗੁੱਸੇ 'ਚ ਆ ਕੇ 18 ਘਾਇਓ ਜਿਹੜਾ ਆਇਆ ਨਾ, 18 ਪੰਡਤ ਵੱਢਦੇ। ਉਹ ਜਿਹੜਾ ਆਇਆ ਹੈ 18 ਘਾਏ, ਹਾਂ ਕੀਰਤਨ ਮਿੰਟ, ਹਾਂ 18 ਅਸਲ ਪ੍ਰਾਣ ਘਾਏ ਤੇ ਬਣਾਤੀ ਕਹਾਣੀ ਪੰਬੜ ਦੀ ਘਾਇਆ ਦੀ, ਸਮਝੇ ਨਹੀਂ? ਵੱਡੇ ਦਾ 18 ਪ੍ਰਾਣ ਸੀ, ਉਹਨੇ ਅਵਧੀ ਦਿੱਤੀ ਸੀ। ਉਹਨਾਂ ਨੇ ਕਹਿਤਾ ਇਹ ਵੱਡੇ ਨੇ ਪੰਡਤ ਦੇ ਵੜਤੇ, ਚਲੋ ਜਾ ਉਹਨਾਂ ਦੇ ਪ੍ਰਾਣ ਵੜਤੇ ਲਿਖੇ ਹੋਏ। ਉਹ ਫਿਰ ਕਹਿੰਦੇ ਉਹਨੂੰ ਕੋੜ ਹੋ ਗਿਆ ਰਾਜੇ ਨੂੰ। ਉਹਨੂੰ ਕਹਿੰਦਾ ਤੈਨੂੰ ਮੈਂ ਮਹਾਭਾਰਤ ਦੀ ਕਥਾ, ਮਹਾਭਾਰਤ ਪਹਿਲਾਂ ਹੋ ਚੁੱਕੀ ਸੀ, ਵੀ ਤੈਨੂੰ ਕਥਾ ਸੁਣਾਉਣਾ ਮਹਾਭਾਰਤ ਦੀ, ਤੂੰ ਕਿੰਤੂ ਨਾ ਕਰੀ ਇਹਦੇ ਤੇ। ਜਿੱਥੇ ਕਿੰਤੂ ਕਰਤਾ ਉੱਥੇ ਕੋੜ ਖੜ ਜੂਗਾ, ਰੁਕ ਜੂਗਾ। ਕੋੜੀ ਹੋ ਗਿਆ ਸੀ। ਫਿਰ ਜਦ ਕਹਿੰਦੇ ਸੁਣਦਾ ਰਿਹਾ ਕੋੜ ਹਟਦਾ ਗਿਆ। ਜਦ ਉਹਨੇ ਫਿਰ ਕਿਹਾ ਨਾ ਵੀ ਭੀਮ ਦੇ ਹਾਥੀ ਮਾਰੇ ਹੋਏ ਭੂਜ ਤੇ ਫੜ ਕੇ ਹੁਣ ਤੇ ਮੁੜੇ ਨਹੀਂ, ਕਹਿੰਦਾ ਵੀ ਇਹ ਗੱਲ ਮੰਨਣ ਵਾਲੀ ਨਹੀਂ ਹੈ। ਆਹ ਗੱਲ ਸੀ, ਤਾਂ ਕਿਹਾ ਸੀ ਵੀ ਝੂਠ ਜੋ ਮਰਜ਼ੀ ਬੋਲੀਏ ਕਿੰਤੂ ਨਹੀਂ ਕਰੀਦਾ ਹੁੰਦਾ। ਤਾਂ ਹੁਣ ਤੇ ਝੂਠ ਚੱਲਦਾ ਰਿਹਾ, ਝੂਠੀਆਂ ਕਹਾਣੀਆਂ ਧਰਮ ਚੱਲਦੀਆਂ ਰਹੀਆਂ ਨੇ। ਇਹ ਕਹਾਣੀ ਬਣਾ ਕੇ ਤੁਹਾਨੂੰ ਦੇ ਕੋੜ ਵਾਲਾ ਵੀ ਕੋੜ ਨਹੀਂ ਹਟਣਾ। ਪਰ ਇੱਥੇ ਗੱਲ ਸੁਣੋ, ਰਾੜ ਸਰਦੂਲ ਉਚਰੋਂ ਪ੍ਰਬੋਧਨ, ਵੀ ਜੋ ਮਰਜ਼ੀ ਕਹਿ ਦਈਏ, ਗਠਾ ਭੰਨ ਕੇ ਫੁੰਡਿਆ ਇਹੋ ਜਿਹਾ ਪੁੱਤ ਹੋਊ ਮੁਸਲਮਾਨਾਂ ਦੇ ਸਿਰ ਵੱਢੂ, ਇਹ ਤੇ ਕਿੰਤੂ ਨਹੀਂ ਕਰਨਾ। ਐਸੇ ਬਣਾ ਕੇ ਇਹਨਾਂ ਨੇ ਕਹਾਣੀਆਂ ਦਿਮਾਗ 'ਚ ਪਾਈਆਂ ਲੋਕਾਂ ਦੇ, ਡਰਾਤੇ। ਉਹ ਡਰ ਚੱਕਦੇ ਨੇ, ਇਹ ਇੱਥੇ ਉਹ ਡਰ ਚੱਕਦੇ ਨੇ। ਪੈ ਕਾਹੂ ਕੋ ਦੇਤਨਾ ਨਹਿ ਪੈ ਮਾਨਤਾਨ। ਇਹ ਤਾਂ ਵਿਰੋਧ ਕਰਦੇ ਨੇ ਸਾਡਾ,
ਇਹ ਵੀ ਚੱਕਦਾ ਦਸਮ ਗ੍ਰੰਥ ਸਿੱਧੀ ਭਾਸ਼ਾ ਦੇ ਵਿੱਚ ਹੈ। ਉਹ ਤਾਂ ਉੱਥੋਂ ਦਾ ਪਤਾ ਹੀ ਨਹੀਂ ਲੱਗਦਾ ਅੱਜ ਚੋਂ ਤਾਂ ਤੁਹਾਨੂੰ ਵੀ ਗੱਲ ਕੀ ਹੈ। ਇੱਥੇ ਖੁਲਾਸੇ ਕੀਤੇ ਹੋਏ ਨੇ। ਐਸਾ ਦਹਿਸ਼ਤ ਪਾਈ ਹੈ ਲੋਕਾਂ ਨੇ ਸੰਤ ਦੀ ਨਿੰਦਿਆ ਨਹੀਂ। ਤੂੰ ਸੰਤ ਦਾ ਸਰਟੀਫਿਕੇਟ ਲਿਆ ਕਿੱਥੋਂ ਹੈ ਪਹਿਲਾਂ ਇਹ ਦੱਸ। ਤੂੰ ਕਿਵੇਂ ਕਹਿਣਾ ਮੈਂ ਸੰਤ ਹਾਂ? ਕੀ ਗਰਾਊਂਡ ਹੈ ਤੇਰੇ ਕੋਲ ਸੰਤ ਦੀ? ਇਹ ਦੱਸ, ਫਿਰ ਅਸੀਂ ਸੰਤ ਦੀ ਨਿੰਦਿਆ ਦੀ ਗੱਲ ਕਰਾਂਗੇ। ਤੂੰ ਕੱਪੜੇ ਬਦਲ ਕੇ ਸੰਤ ਹੋ ਗਿਆ ਕਿ ਤਾਜ ਜੇ ਕਿਸੇ ਨੂੰ ਮਿਲ ਜਵੇ, ਪੈਸਿਆਂ ਦਾ ਤਾਜ ਬਣਾ ਲਵੇ, ਰਾਜਾ ਹੋ ਜਾਊਗਾ। ਉਹ ਤਾਜ ਪੈਸੇ ਹੋਣ ਕਿਸੇ ਕੋਲ ਤਾਜ ਬਣਾ ਲਵੇ। ਅਮੀਰ ਆਦਮੀ ਬਣਾ ਨਹੀਂ ਸਕਦੇ ਤਾਜ। ਲੋਕਾਂ ਕੋਲ ਤਾਂ ਪੈਸੇ ਨਹੀਂ ਸੀ ਹੁੰਦੇ। ਉਹ ਤਾਜ ਨਾਲ ਥੋੜੀ ਰਾਜਾ ਬਣਦਾ ਹੈ। ਰਾਜਾ ਤਾਂ ਬਿਨਾਂ ਤਾਜ ਤੇ ਵੀ ਰਾਜਾ ਹੀ ਹੈ। ਜਾਂ ਤਾਜ ਲਾ ਕੇ ਰੱਖ ਦਿੰਦਾ ਰਾਜਾ ਸੌਂਦਾ, ਫਿਰ ਰਾਜਾ ਨਹੀਂ ਹੁੰਦਾ। ਇਹ ਨਹਾਉਣ ਲੱਗਦਾ ਫਿਰ ਰਾਜਾ ਨਹੀਂ ਹੁੰਦਾ। ਇਹ ਤਾਜ ਪਾਏ ਦਾ ਹੀ ਰਾਜਾ ਉਹ ਤਾਂ ਜੰਮਦਾ ਹੀ ਰਾਜਾ ਹੈ। ਰਾਜੇ ਤੇ ਜਿਹੜਾ ਜੰਮਿਆ ਉਹ ਤਾਂ ਜੰਮਦਾ ਹੀ ਰਾਜਾ ਹੋ ਗਿਆ। ਤੂੰ ਕੱਪੜੇ ਪਾਏ ਤੇ ਸੰਤ ਹੋ ਗਿਆ। ਤੂੰ ਦੱਸ ਕਿੱਥੋਂ ਸਰਟੀਫਿਕੇਟ ਲੈ ਲਿਆ ਤੂੰ ਸੰਤ ਹੈ? ਕੈਸਾ ਪਖੰਡ ਬਣਾਇਆ ਇਹਨਾਂ ਨੇ। ਸੰਤ ਦੀ ਉਹ ਸੰਤ ਜੇ ਹੋਵੇ ਦੀ ਨਿੰਦਿਆ ਨਹੀਂ ਕਰੀ ਦੀ ਗੱਲ ਠੀਕ ਹੈ, ਪਰ ਤੂੰ ਸੰਤ ਕਿਵੇਂ ਹੈ? ਜਿਹੜੇ ਤੁਸੀਂ ਸੰਤ ਹੋ ਤੁਸੀਂ ਕਿਵੇਂ ਸੰਤ ਹੋ? ਕਿੱਥੋਂ ਸਰਟੀਫਿਕੇਟ ਲਿਆ ਤੁਸੀਂ? ਜੇ ਸੰਤ ਹੋ, ਮੁੰਡੇ ਦਾ ਮੈਨੂੰ ਫੋਨ ਆਇਆ ਜੀ, ਉਹ ਆ ਜਿਹੜੀ ਭਾਂਡਿਆਂ ਦੀ ਸੇਵਾ ਇਹ ਸੇਵਾ ਨਹੀਂ ਹੈ। ਤੂੰ ਕਹ ਗੁਰਬਾਣੀ ਅਨੁਸਾਰ ਤੂੰ ਪੁੱਛਦਾ ਮੈਨੂੰ ਜਾਂ ਤੂੰ ਆਪਣੀ ਮਰਜ਼ੀ ਦੇ ਹਿਸਾਬ ਨਾਲ ਪੁੱਛਦਾ? ਵੀ ਤੁਸੀਂ ਸੇਵਾ ਜਿਹਨੂੰ ਮਰਜ਼ੀ ਮੰਨੀ ਜਾਓ। ਜੇ ਭਾਂਡਿਆਂ ਦੀ ਸੇਵਾ ਭਾਈ ਜੁੱਤੀਆਂ ਦੀ ਵੀ ਸੇਵਾ ਇੱਥੇ ਗੁਰਦੁਆਰੇ ਜੁੱਤੀਆਂ ਦੀ ਸੇਵਾ ਨਹੀਂ ਹੈ। ਪਾਲਸ ਨਹੀਂ ਕਰਦੇ ਹੋ ਜੋੜਾ ਘਰ 'ਚ ਤੋ ਜੁੱਤੀਆਂ ਦੀ ਵੀ ਸੇਵਾ, ਭਾਂਡਿਆਂ ਦੀ ਗੱਲ ਹੀ ਹੈ। ਲੰਗਰ 'ਚ ਰੋਟੀਆਂ ਪਕਾਉਣ ਦੀ ਵੀ ਸੇਵਾ, ਤੱਪੜ ਝਾੜਨ ਵਾਲਿਆਂ ਦੀ ਵੀ ਸੇਵਾ, ਉਹ ਜਿਹੜੇ ਰੋਜ਼ ਫਰਸ਼ ਧੋਂਦੇ ਨੇ ਉਹਨਾਂ ਦੀ ਵੀ ਸੇਵਾ, ਝਾੜੂ ਮਾਰਦੇ ਨੇ ਉਹਨਾਂ ਦੀ ਵੀ ਸੇਵਾ। ਇਹ ਸੇਵਾ ਸਾਡੀ ਮੰਨੀ ਹੋਈ ਹੈ। ਗੁਰੂ ਦੀ ਸੇਵਾ ਕੀ ਮੰਨੀ ਹੋਈ ਹੈ? ਗੁਰੂ ਦੀ ਸੇਵਾ ਜਿਹੜੀ ਹੈ ਉਹਦੀ ਗੱਲ ਕਰਨੀ ਆ, ਸਾਡੀ ਜਿਹੜੀ ਆਪਣੀ ਕਰਨੀ ਉਹਦੀ। ਤਾਂ ਕਹਿੰਦਾ ਗੁਰੂ ਦੀ, ਗੁਰੂ ਤਾਂ ਫਿਰ ਮੰਨਦੇ ਨਹੀਂ ਹੈ, ਲੰਗਰ ਵੀ ਨਹੀਂ ਹੈ। ਉਹਦਾ ਸ਼ਬਦ ਵਿਚਾਰ ਹੈ ਸੇਵਾ। ਲੰਗਰ ਸ਼ਬਦ ਹੈ। ਜੇ ਲੰਗਰ ਦੀ ਸੇਵਾ ਕਰਨੀ ਹੈ ਵੀ ਭਾਂਡਿਆਂ ਦੀ ਸੇਵਾ ਲੰਗਰ ਦੀ ਸੇਵਾ ਤੇਰਾ ਮਤਲਬ ਕਹਿੰਦਾ ਹਾਂ ਫਿਰ ਲੰਗਰ ਤਾਂ ਹੈ ਹੀ ਨਹੀਂ, ਉਹ ਤਾਂ ਰਸੋਈ ਹੈ। ਉਹ ਰਸੋਈ ਦੀ ਸੇਵਾ ਉਹ ਹੋ ਸਕਦੀ। ਉਹ ਉਦਮ ਹੈ। ਉਦਮ ਤਾਂ ਕਹਿ ਸਕਦੇ ਹਾਂ। ਸਰੀਰ ਨਾਲ ਜੋ ਕਰਨਾ ਉਦਮ। ਉਦਮ ਕਰਨਾ ਕੋਈ ਮਾੜੀ ਚੀਜ਼ ਨਹੀਂ। ਅਸੀਂ ਤਾਂ ਰੱਖਿਆ ਹੀ ਨਹੀਂ ਹੋਇਆ। ਆਪਣਾ ਆਪਣਾ ਬਾਟਾ ਆਪ ਮੰਜੋ। ਆਪਣਾ ਆਪਣਾ ਜੇ ਸਾਰੇ ਮੰਨ ਲੈਣਗੇ ਲੋੜੇ ਨਹੀਂ ਪੈਣੀ। ਜਿਹੜੇ ਛੱਡ ਕੇ ਚਲੇ ਜਾਂਦੇ ਨੇ ਉਹ ਫਿਰ ਦੂਆਂ ਨੂੰ ਕਰਨਾ ਪੈ ਜਾਂਦਾ। ਚਲੋ ਕਰੀ ਜਾਂਦੇ ਨੇ, ਉਹ ਤਾਂ ਆਪਣੀ ਘਰ ਦੀ ਗੱਲ ਹੈ। ਘਰਾਂ ਦੇ ਵਿੱਚ ਹੁੰਦਾ ਹੀ ਆ, ਕੋਈ ਕੱਪੜੇ ਧੋਂਦੇ ਆ, ਕੋਈ ਆਦਮੀ ਕੁਛ ਕਰਦਾ, ਕੋਈ ਕੁਛ ਕਰਦਾ, ਤਾਂ ਘਰ ਦੀ ਗੱਲ ਹੈ। ਸੇਵਾ ਜਿਹੜੀ ਹੈ, ਸੇਵਾ ਨੂੰ ਫਲ ਲੱਗਦਾ। ਫਲ ਲੱਗਣਾ ਚਾਹੀਦਾ ਨਹੀਂ ਚਾਹੀਦਾ? ਸੇਵਾ ਨੂੰ ਕਹਿੰਦੇ ਚਾਹੀਦਾ। ਵੀ ਜਿਹਨੂੰ ਫਲ ਨਹੀਂ ਲੱਗਦਾ ਉਹ ਵੀ ਸੇਵਾ ਹੁੰਦੀ ਹੈ? ਕਹਿੰਦਾ ਨਹੀਂ। ਫਿਰ ਮੈਂ ਕਿਹਾ ਕਿਸੇ ਨੂੰ ਫਲ ਲੱਗਿਆ ਦਿਖਾ ਭਾਂਡਿਆਂ ਦੀ ਸੇਵਾ ਵਾਲੇ ਨੂੰ। ਭਾਂਡਿਆਂ ਦੀ ਸੇਵਾ ਵਾਲੇ ਨੂੰ ਫਲ ਲੱਗਿਆ ਦਿਖਾ ਕਿਸੇ ਨੂੰ ਹੈ? ਕਹਿੰਦਾ ਨਹੀਂ। ਫਿਰ ਤੂੰ ਸੇਵਾ ਕਰਦੇ ਕਹਿੰਦੇ ਨੂੰ ਜਾਂ ਫੜੇ ਨਹੀਂ ਲੱਗਿਆ ਹੋਇਆ ਫਿਰ ਸੇਵਾ ਕਾਹਦੀ ਹੈ? ਇਹ ਫਿਰ ਪਖੰਡ ਹੈ। ਕਰਮ ਧਰਮ ਪਖੰਡ ਜਦੀਸ ਹੈ। ਇਹ ਜਿਹੜਾ ਧਰਮ ਹੈ ਜਿਹਨੂੰ ਫਲ ਨਹੀਂ ਲੱਗਦਾ, ਗੁਰਬਾਣੀ ਤਾਂ ਕਹਿੰਦੀ ਉਹ ਕੰਮ ਕਰੋ ਨਾ, ਕੰਮ ਜਿੱਥੇ ਫਲ ਨਹੀਂ ਹੈ। ਉਹ ਫਲ ਕੀ ਲੱਗਦਾ ਇਹ ਦੱਸੋ ਉਹਨੂੰ। ਫਲ ਵੀ ਕੀ ਹੁੰਦਾ? ਫਲ ਹੁੰਦਾ ਗਿਆਨ ਫਲ। ਇੱਕ ਦੀਆਂ ਨੌਕਰੀ ਮਿਲ ਜਾਣੀ ਫਲ ਨਹੀਂ ਹੈ। ਇਹ ਕੋਈ ਚਲੇਗਾ ਵਿਦੇਸ਼ ਚਲੇਗਾ ਸੋਕੇ ਫਲ ਨਹੀਂ ਹੈ। ਇਹ ਸਾਡੇ ਫਲ ਹੈ। ਗੁਰਬਾਣੀ ਫਲ ਮੰਨਦੀ ਹੈ, ਗਿਆਨ ਫਲ ਲੱਗ ਗਏ। ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ। ਜੇ ਗਿਆਨ ਨਹੀਂ ਤਾਂ ਫਲ ਨਹੀਂ ਹੈ। ਜੇ ਉਹ ਫਲ ਨੇ ਉਹ ਵਿਖਿਆ ਦੇ ਫਲ ਨੇ। ਜਿਹੜੇ ਤੁਸੀਂ ਫਲ ਸਮਝਦੇ ਤਾਂ ਵਿਖਿਆ ਦੇ ਫਲ ਨੇ। ਫਿਰ ਦੂਏ ਵੀ ਨੇ, ਵਿਖਿਆ ਦੇ ਫਲ ਵੀ ਨੇ। ਜੇ ਵਿਖਿਆ ਦੇ ਫਲਾਂ ਦੀ ਗੱਲ ਕਰਦੇ ਹੋ
ਉਹ ਨਰਕ ਨੂੰ ਲੈ ਜਾਣਗੇ। ਤਾਂ ਨਰਕੀ ਜੀਵ ਖਾਂਦੇ ਨੇ ਫੜ, ਫਿਰ ਤਾਂ ਨਰਕੀ ਜੀਵ ਹੋ ਤੁਸੀਂ। ਗੁਰੂ ਤੁਹਾਨੂੰ ਭਿੱਖ ਦਊਗਾ। ਗੁਰੂ ਘਰ ਤੋਂ ਅੰਮ੍ਰਿਤ ਮਿਲਦਾ, ਖਾਂਦੇ ਹੋ ਤੁਸੀਂ ਭਿੱਖ, ਭੁੱਖ ਤੁਹਾਡੀ ਵਿਖਦੀ ਹੈ। ਇਹ ਜਿਹੜੇ ਨੇ ਸਾਰੀ ਉਹ ਪੜ੍ਹਾਈ ਪੁੱਠੀ ਹੈ। ਸੁਣੋ ਰਾਜ ਸਰਦੂਲ ਉਚਰੋਂ ਪ੍ਰਬੋਧਨ, ਸੁਣੋ ਚਿੱਤ ਦੈ ਕੈ ਨਾ ਕੀਜੈ ਵਿਰੋਧੰ। ਚਿੱਤ ਦੇ ਕੇ ਸੁਣ, ਮਨ ਨੂੰ ਪਾਸੇ ਕਰਦੇ, ਮਨ ਵਿਰੋਧ ਕਰੂਗਾ। ਸ਼ੰਕਾ ਮਨ ਚ ਪੈਦਾ ਹੁੰਦੀ ਹੈ। ਮਨ ਨੂੰ ਧਿਆਨ ਦੇ ਕੇ, ਮਨ ਨੂੰ ਟਿਕਾ ਕੇ ਸੁਣ। ਪ੍ਰਬੋਧ ਦੀ ਗੱਲ ਕਰਨਾ, ਜੋ ਤੇਰੇ ਕੋਲ ਗਿਆਨ ਹੈ ਉਹ ਤੋਂ ਗਾਹਾਂ ਦਾ ਗਿਆਨ ਹੁਣ ਦੇ ਰਿਹਾ ਤੈਨੂੰ। ਸੂਸਰੀ ਆਦ ਵਿਰੋਧ ਨਾ ਕਰੀ, ਸੁਣ ਲਈ ਫਿਰ ਪਰਖੀ। ਵਿਰੋਧ ਨਹੀਂ ਕਰੀਦਾ ਹੁੰਦਾ ਪ੍ਰਬੋਧ ਦਾ, ਗੱਲ ਨੂੰ ਪਰਖੀ ਦਾ ਹੁੰਦਾ। ਪਰਖੈ ਗੁਰ ਕੀ ਬਾਤ ਖਰੀ, ਪਰਖ ਕੇ ਜ਼ਰੂਰ ਦੇਖੋ, ਵਿਰੋਧ ਨਹੀਂ ਕਰੀਦਾ। ਜੇ ਵਿਰੋਧ ਕਰੋਗੇ ਫਿਰ ਤੁਸੀਂ ਰਾਹ ਨਹੀਂ ਤੁਲਣਾ। ਪਰਖ ਕੇ ਦੇਖੋ, ਜੇ ਖੋਟੀ ਹੈ ਫਿਰ ਆ ਕੇ ਦੱਸੋ ਵੀ ਖੋਟ ਹੈ। ਇਹ ਦਵਾਈ ਅਸੀਂ ਖਾਧੀ, ਜਿਵੇਂ ਤੁਸੀਂ ਕਿਹਾ ਉਵੇਂ ਕੀਤਾ, ਔਰ ਪਰਹੇਜ਼ ਵੀ ਕੀਤਾ, ਇਹਨੇ ਫਾਇਦਾ ਨਹੀਂ ਕੀਤਾ। ਜਵਾਬ ਦਿਓ ਕਿਉਂ ਨਹੀਂ ਕੀਤਾ। ਮਾਲਾ ਵਾਲੇ ਇੱਕ ਆਦਮੀ ਦਿਖਾਉਣ ਕਾਮਯਾਬ ਹੋਇਆ, ਜਵਾਬ ਦੇਣ ਕਿਉਂ ਨਹੀਂ। ਇੱਕ ਸ਼ਬਦ ਦਿਖਾਵੇ ਮਾਲਾ ਵਾਲਾ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ, ਇਹ ਰਿਕਾਰਡ ਦਿਖਾਉਣ ਇੱਕ ਆਦਮੀ ਨੂੰ ਵੀ ਤੁਹਾਨੂੰ ਇਹਦੀ ਪ੍ਰਾਪਤੀ ਹੋਈ ਹੋਵੇ ਸੱਚ ਦੀ, ਗਿਆਨ ਦੀ। ਉਹਦਾ ਗਿਆਨ ਥੋੜਾ ਪਤਾ ਹੀ ਹੈ ਸਾਨੂੰ, ਜੋ ਤੁਸੀਂ ਕਹਿੰਦੇ ਹੋ ਅੱਜ ਜੋ ਕਹਿੰਦੇ ਹੋ ਗਿਆਨ ਇਹੀ ਹੋਣਾ ਸੰਤਾਂ ਦਾ। ਜੋ ਤੁਹਾਡੇ ਕੋਲ ਗਿਆਨ ਹੈ ਉਹੀ ਆਇਆ ਹੋਇਆ ਤੁਹਾਡੇ ਗੁਰੂਆਂ ਕੋਲੋਂ। ਉਹ ਰਾੜੇ ਵਾਲੇ ਨੇ ਜੋ ਗਿਆਨ ਦਿੱਤਾ ਚੇਲਿਆਂ ਕੋਲ ਉਹੀ ਹੈ, ਹੋਰ ਕੀ ਹੈ ਉਹਦੇ ਕੋਲ, ਹੋਰ ਕੀ ਨਿਕਲਣਾ। ਜਿਹਦੇ ਕੋਲ ਜੋ ਗਿਆਨ ਸੀ ਅੱਜ ਸਾਡੇ ਸਾਹਮਣੇ ਹੀ ਹੈ, ਮਾਰਕੀਟ 'ਚ ਹੈ। ਉਹ ਦਿਖਾਓ ਕੀ ਹੈ ਤੁਹਾਡੇ ਕੋਲ। ਇੱਕ ਮਾਲਾ ਵਾਲਾ ਕਾਮਯਾਬ ਹੋਇਆ ਦਿਖਾਓ। ਤੁਰ ਤੋਂ ਲੈ ਕੇ ਮਾਲਾ ਦਾ ਵਿਰੋਧ ਹੁੰਦਾ ਹੈ। ਫਿਰ ਤੁਸੀਂ ਲੋਕਾਂ ਨੂੰ ਭੱਬੜ ਭੂਸੇ ਪਾਈ ਜਾਂਦੇ ਹੋ। ਬੜਾ ਸੌਖਾ, ਮਾਲਾ ਲੈ ਲਈ ਫੇਰੀ ਹੋ ਜਾਣੀ, ਬਣ ਗਿਆ ਸੰਤ। ਐ ਸੰਤ ਬਣ ਜਾਂਦੇ ਹੁੰਦੇ ਨੇ। ਹਾਂਜੀ। ਸੂਸਰੀ ਆਦ ਪੁਰਖੰ ਅਨਾਦੰ ਸਰੂਪੰ। ਹਾਂ ਫਿਰ ਤੇ ਪੜ। ਸੁਣੋ ਰਾਜ ਸਰਦੂਲ ਉਚਰੋਂ ਪ੍ਰਬੋਧਨ, ਹਾਂ ਸੁਣੋ ਚਿੱਤ ਦੈ ਕੇ ਨਾ ਕੀਜੈ ਵਿਰੋਧੰ। ਹਾਂ ਸੂਸਰੀ ਆਦ ਪੁਰਖੰ ਅਨਾਦੰ ਸਰੂਪੰ। ਹਾਂ, ਜੋ ਸ੍ਰੀ ਆਦਿ ਪੁਰਖ ਹੈ ਨਾ, ਅਨਾਦਿ ਸਰੂਪ ਹੈ ਉਹਦਾ। ਅਨਾਦਿ ਸਰੂਪ ਕਿਹਨੂੰ ਕਹਿੰਦੇ ਨੇ? ਸਾਡਾ ਦੁਨੀਆ ਦਾ ਤਾਂ ਆਦ ਹੈ, ਉਹਦਾ ਆਦ ਕੋਈ ਨਹੀਂ ਹੈ। ਅਨਾਦ ਉਹਨੂੰ ਕਹਿੰਦੇ ਨੇ ਜਿਹਦਾ ਆਦ ਹੋਵੇ ਹੀ ਨਾ ਕੋਈ, ਉਹਨੂੰ ਬਣਾਉਣ ਵਾਲਾ ਕੋਈ ਨਹੀਂ ਹੈ। ਉਹ ਇਹੋ ਜਿਹਾ ਹੀ ਰਿਹਾ ਪਹਿਲਾਂ ਤੋਂ, ਇਹੋ ਜਿਹਾ ਹੀ ਆ ਉਹ ਹਮੇਸ਼ਾ ਹੀ। ਉਹ ਅਨਾਦ ਹੈ, ਇੱਕ ਅਨਾਦ ਹੈ, ਦਾਲ ਆਦ ਹੈ। ਦਾਲ ਦਾ ਆਦ ਹੈ, ਇੱਕ ਦਾ ਆਦ ਨਹੀਂ ਹੈ। ਇੱਕ ਦਾ ਨਹੀਂ ਹੈ ਦਾਲ ਦਾ ਆਦ। ਸ੍ਰਿਸ਼ਟੀ ਜਦੋਂ ਰਚੀ ਹੈ ਉਦੋਂ ਦੀ ਦਾਲ ਹੈ। ਸ੍ਰਿਸ਼ਟੀ ਜਦ ਇਹਨੂੰ ਭਰਮ ਹੋਇਆ, ਹੰਕਾਰ ਹੋਇਆ, ਜਦ ਤੋਂ ਯਾਦ ਹੈ ਇਹਦਾ। ਜਦ ਤੋਂ ਹੰਕਾਰ ਹੋਇਆ, ਜਦ ਤੋਂ ਆਦ ਹੈ। ਜਦ ਤੋਂ ਗਰਭ ਰਾਮ ਗਰਭ ਚ आया, जब तो याद है। ऐसे ग्रह हम बहुत बसाए, जब हम राम गर्भ होए आए। जब तो राम गर्भ च आया, जब तो याद है शुरू होया है। हुण राम गर्भ चो राम नहीं बाहर कढ़ना इहनूं। जिहड़ा राजा राम ने बाहर कढ़ना, राम गर्भ च आ गया। राम है जिहड़ा बनवास दे विच राम है, ਜਾਂ घर आके गद्दी देवेगा फिर राजा राम है। जब बनवास है फिर राम है। उधर राजा राम है नहीं, राजा राम नहीं है उदो, राजा है ही नहीं। जब घर आ गया बनवास कट के गद्दी ते बह गया फिर राजा राम है वही। फिर कहना कि राजा राम ककड़ियां बड़े बनाए, किन पूजन हारे खाए। राजा राम ने गुरबाणी लिखी है, राम गुरबाणी नहीं लिख सकता। राम दा गुरु हुंदा, राजा राम दा गुरु नहीं हुंदा। राजा राम आपे गुरु हुंदा, आपे गुरचेला हुंदा। राजा राम दा आपे गुरचेला है। हाँ वो ब्रह्म ज्ञान है। राजा राम नाम बुरा ब्रह्म ज्ञान। अजेयं अपेयं अदग्गं अरूपं। अजेयं अपेयं, अजिता हो नहीं जितया जा सकता, उन्होंने किसी ने जितया।
ਅਪਿਅਮ ਭੈ ਨਹੀਂ ਕਿਸੇ ਦੀ ਹੈ, ਅਦਗੰ ਸਰੂਪੰ ਕੋਈ ਦਾਗ ਨਹੀਂ ਹੈ ਉਹਦੇ ਤੇ। ਉਹਦਾ ਤਾਂ ਦਗ ਦਗ ਸੂਰਜ ਵਾਂਗੂ, ਦੇਖੋ ਦਗ ਦਗ ਕਰਨਾ ਸੂਰਜ ਦਾ ਕੰਮ। ਚੰਦਰਮਾ ਦਗ ਦਗ ਨਹੀਂ ਕਰਦਾ, ਦਾਗ ਹੈ ਉਹ 'ਚ। ਜੋ ਦਗ ਦਗ ਕਰਦਾ ਅਦਗ ਹੈ ਉਹ। ਦੇਖੋ ਕਰਦਾ ਦਗ ਦਗ ਹੈ ਤੇ ਅਦਗ ਹੈ, ਦਾਗ ਹੈ ਨਹੀਂ। ਜਿਹੜਾ ਦਗ ਦਗ ਕਰਦਾ ਦਾਗ ਹੈ ਨਹੀਂ, ਅਦਗਮ ਨਹੀਂ ਹੈ ਦਾਗ। ਅਰੂਪੰ ਅਰੂਪਮ ਰੂਪ ਵੀ ਕੋਈ ਨਹੀਂ ਹੈ, ਸੂਰਜ ਵਰਗਾ ਨਹੀਂ ਹੈਗਾ ਵੀ ਸੂਰਜ ਹੈ ਉਹ। ਰੂਪ ਨਹੀਂ ਹੈ ਕੋਈ ਇਹ ਜਿਹਾ ਜਿਹੋ ਜਿਹਾ ਅੱਖਾਂ ਨੂੰ ਦਿਖੇ, ਰੂਪ ਤਾਂ ਹੈਗਾ। ਇਹ ਜਿਹਾ ਰੂਪ ਨਹੀਂ ਇਹ ਜਿਹਾ ਮਾਇਆ ਚ ਨੇ। ਤੇਰਾ ਰੂਪ ਅਨੂਪ ਹੈ ਨਾ, ਤੇਰਾ ਰੂਪ ਅਗੰਮ ਹੈ। ਅਨੂਪ ਤੇਰਾ ਦਾ ਸਾਰਾ ਰੂਪ ਹੈ, ਮੂਰਤ ਹੈ, ਅਕਾਲ ਮੂਰਤ ਹੈ। ਇਹ ਜਿਹੀ ਮੂਰਤੀ ਨਹੀਂ ਜਿਹੋ ਜਿਹੀਆਂ ਦੇਖਦੇ ਅੱਖਾਂ ਨਾਲ। ਮਾਇਆ ਦੀ ਮੂਰਤੀ ਨਹੀਂ ਹੈ, ਕਹਿਣ ਦਾ ਮਤਲਬ ਜੋਤ ਸਰੂਪੀ ਮੂਰਤੀ ਹੈ। ਹਾਂਜੀ। ਅਨੰਤੰ ਮਹੰਤੰ ਪ੍ਰਿਥਿਸੰ ਪੁਰਾਣੰ। ਅਨੰਤਮ ਮਹੰਤਮ, ਅਨੰਤ ਹੈ, ਅੰਤ ਨਹੀਂ ਹੈ। ਮਹੰਤੰ ਮਹਾਨਤ ਹੈ, ਮਹਾਨੰਤ ਦੀ ਪ੍ਰਾਪਤੀ ਹੈ। ਮਹਾਨੰਤ ਹੁੰਦਾ ਜਦੋਂ ਬਾਹਰ ਆ ਜਾਣ, ਜਦ ਜਿਹੜਾ ਮਰ ਕੇ ਜੰਮਦਾ, ਜਿਹੜਾ ਗਰਭ ਚੋਂ ਬਾਹਰ ਆ ਜਾਂਦਾ ਰਾਮ ਗਰਭ ਚੋਂ, ਉਹ ਮਹੰਤ, ਮਹਾਨਤ ਹੋ ਗਿਆ ਉਹਦਾ। ਉਹਦਾ ਜਿਹੜਾ ਇਹਦਾ ਜਨਮ ਮਰਨ ਦਾ ਅੰਤ ਹੈ ਉਹਦਾ। ਉਹ ਜੰਮਦਾ ਮਰਦਾ ਨਹੀਂ। ਮਹੰਤਕ ਦਾ ਮਤਲਬ ਜਿਹੜਾ ਜੰਮਦਾ ਮਰਦਾ ਨਹੀਂ, ਉਹ ਮਹੰਤ ਹੈ। ਜਿਹੜਾ 84 ਦੇ ਚੱਕਰ ਤੋਂ ਬਾਹਰ ਆ, ਉਹ ਮਹੰਤ ਹੈ। ਪ੍ਰਿਥਿਸੰ ਪੁਰਾਣੰ। ਪ੍ਰਿਥੀ ਈਸਮ, ਪ੍ਰਿਥਵੀ ਦਾ ਬਾਦਸ਼ਾਹ ਹੈ ਉਹ। ਆ ਜਿਹੜੀ ਪ੍ਰਿਥਵੀ ਧਰਤੀ ਹੈ ਦਾ ਮਾਲਕ ਹੈ ਉਹ। ਹਾਂ। ਪੁਰਾਣੰ ਪੁਰਾਣ ਹੈ, ਪੁਰਾਤਨ ਪੁਰਖ ਹੈ ਉਹ। ਪਹਿਲਾਂ ਤਾਂ ਪ੍ਰਿਥਵੀ ਦੇ ਪਹਿਲਾਂ ਦਾ ਹੀ ਆ ਉਹ। ਪ੍ਰਿਥਵੀ ਹੈ ਨਹੀਂ ਸੀ ਉਦੋਂ, ਉਹ ਪਹਿਲਾਂ ਦਾ ਉਦੋਂ। ਸੁਭਵਯੰ ਭਵਿੱਖੰ ਸੁਭ ਅਵੈੰ ਭਵਾਨੰ। ਸੁਭੈੰ ਉਹ ਹੁਣ ਵੀ ਹੈ। ਭੈੰ ਭਵਿੱਖੰ, ਭਵਿੱਖ ਹੋਊਗਾ ਵੀ, ਭਵਿੱਖ ਦੇ ਵਿੱਚ ਵੀ ਹੋਊਗਾ। ਅਵੈੰ ਭਵਾਨੰ, ਭਵਾਨੀ ਦੇ ਵਿੱਚ, ਭਵਾਨ ਮਤਲਬ ਹੈ ਪਿੱਛੇ, ਟਾਈਮ ਬੀਤ ਗਿਆ। ਪਾਸਟ ਵਿੱਚ ਵੀ ਰਹੂਗਾ, ਅੱਗੇ ਨੂੰ ਵੀ ਰਹੂਗਾ। ਪਾਸਟ ਵਿੱਚ ਵੀ ਸੀਗਾ, ਹੁਣ ਵੀ ਹੈਗਾ, ਅੱਗੇ ਨੂੰ ਵੀ ਰਹੂਗਾ। ਤਿੰਨੇ ਕਾਲਾਂ 'ਚ ਰਹਿੰਦਾ। ਹਾਂ। ਜਿਤੇ ਸਰਬ ਜੋਗੀ ਜਟੀ ਜਤਰ ਧਾਰੀ। ਜਿੰਨੇ ਵੀ ਜੋਗੀ ਨੇ ਹੋਏ ਨੇ, ਜਟਾਂ ਵਾਲੇ ਹੋਏ ਨੇ, ਜਟੀ ਸ਼ਸਤਰਧਾਰੀ ਹੋਏ ਨੇ। ਦੂਏ ਵਿਸ਼ਨੂੰ ਵਾਲੇ, ਵਿਸ਼ਨੂੰ ਭਗਤ ਸ਼ਸਤਰਧਾਰੀ ਨੇ ਨਾ ਜਿਹੜੇ। ਇਹ ਜੋਗੀ ਜਟੀ ਸ਼ਸਤਰਧਾਰੀ ਨਹੀਂ ਹੁੰਦੇ। ਹਾਂ। ਜਲਾਸ਼ਰੀ ਜਵੀ ਜਾਮਨੀ ਜਗਕਾਰੀ। ਜਲਾਸ਼ਰੀ ਜਲ ਦੇ ਵਿੱਚ ਰਹਿਣ ਵਾਲੇ ਨੇ, ਟਾਪੂਆਂ ਦੇ ਵਿੱਚ ਰਹਿਣ ਵਾਲੇ ਨੇ। ਜਵੀ ਜਾਮਨੀ, ਜਵੀ ਜਮਨਾ ਦੇ ਕੰਢੇ ਦੇ ਉੱਤੇ ਜਿਹੜੇ ਦਰਿਆ ਹੈ ਗੰਗਾ, ਗੰਗਾ ਨੂੰ ਜਾਮਨੀ ਕਹਿੰਦੇ ਨੇ ਨਾ। ਜਵੀ ਜਾਮਨੀ, ਉਹ ਯਮਨਾ, ਇਹ ਜਾਮਨੀ ਹੈ ਇਹਨੂੰ। ਗੰਗਾ ਦੇ ਕਿਨਾਰੇ ਕਿਨਾਰੇ ਰਹਿਣ ਵਾਲੇ ਨੇ ਜਿਹੜੇ। ਜਗਕਾਰੀ। ਹਾਂ। ਜਾਮਨੀ ਜਗਕਾਰੀ। ਹਾਂ, ਜਗਕਾਰੀ। ਹਾਂ। ਜਤੀ ਜੋਗ ਜੁੱਦੀ ਜਗੀ ਜਵਾਲ ਮਾਲੀ। ਇੱਕ ਪਹਾੜਾਂ ਦੇ ਵਿੱਚ ਰਹਿਣ ਵਾਲੇ ਨੇ। ਕਿਹੜੇ ਨੇ ਇੱਥੇ? ਜਤੀ ਜੋਗ ਜੁੱਦੀ ਜਗੀ ਜਵਾਲ ਮਾਲੀ। ਜਵਾਲ ਵਾਲੀ। ਅੱਛਾ ਅੱਛਾ। ਉਹ ਅੱਗ ਦੇ ਸੇਕਣ ਵਾਲੇ, ਧੂਣੇ ਵਾਲੇ ਨੇ। ਪਰਮਾਥੀ ਪਰੀ ਪਰਬਤੀ ਛਤਰਪਾਲੀ। ਹਾਂ, ਪਰਬਤੀ ਨੇ, ਪਰਮਾਥੀ ਨੇ, ਪਰਬਤੀ ਨੇ। ਉਹ ਜਗ੍ਹਾ ਜਗ੍ਹਾ ਰਹਿੰਦੇ ਨੇ ਨਾ, ਸਾਰੇ ਹਿੰਦੁਸਤਾਨ ਦੇ ਵਿੱਚ। ਪਹਾੜਾਂ 'ਚ ਵੀ ਰਹਿੰਦੇ ਨੇ ਉਹ। ਆਪਣੇ ਉਧਰ ਦੱਖਣ ਦੇ ਵਿੱਚ ਗੋਦਾਵਰੀ ਦੇ ਕਿਨਾਰੇ ਤੇ ਰਹਿੰਦੇ ਸੀ, ਇੱਥੇ ਗੰਗਾ ਦੇ ਕਿਨਾਰੇ ਤੇ ਰਹਿੰਦੇ ਸੀ। ਅਲੱਗ-ਅਲੱਗ ਜਗ੍ਹਾ ਤੇ ਰਹਿੰਦੇ ਰਹੇ ਨੇ ਧਾਰਮਿਕ ਆਦਮੀ। ਤੇਰਾ ਜੋਰ ਸਭੇ ਝੂਠ ਮਾਨੋ ਜਿਤੇ ਜੰਤੂ ਮੰਤਰੰ। ਜਿੰਨੇ ਜੰਤਰ ਮੰਤਰ ਨੇ ਨਾ ਇਹ ਕਰਦੇ, ਵੇਦ ਵਿੱਚ ਲਿਖੇ ਹੋਏ ਨੇ, ਉਹ ਝੂਠ ਨੇ। ਜਿਹੜੇ ਜੰਤਰ ਮੰਤਰ ਜਿੰਨੇ ਵੀ ਨੇ ਨਾ ਕਰਦੇ, ਉਹਨਾਂ 'ਚ ਕੋਈ ਸ਼ਕਤੀ ਨਹੀਂ ਹੈਗੀ। ਸਭੇ ਝੂਠ ਮਾਨੋ ਜਿਤੇ ਜੰਤੂ ਮੰਤਰ। ਉਹਨਾਂ 'ਚ ਵਿਸ਼ਵਾਸ ਨਾ ਕਰਿਓ। ਸਭੇ ਫੋਕਟੰ ਧਰਮ ਹੈ ਭਰਮ। ਐ ਤਾਂ ਸੰਤ ਦਾ ਦੰਦੇ ਲਿਖ ਕੇ ਜੰਤਰ ਮੰਤਰ। ਉਹ ਫਿਰ ਗੁਰਸਿੱਖ ਕਿੱਥੇ ਨੇ? ਉਹਦਾ ਸਿੱਖ ਹੀ ਨਹੀਂ। ਇਹ ਤਾਂ ਕਹਿੰਦੇ ਨੇ ਮੇਰੀ ਤੇ ਐ ਹੋ ਗਿਆ, ਕਰਕੇ ਤਾਂ ਦਿਖਾਉਣ। ਇਹ ਤਾਂ ਗੁਰਬਾਣੀ ਦਾ ਬੰਦੀ ਹੈ ਨਹੀਂ। ਮੇਰੀ ਨੇ ਅੱਖਾਂ ਦੇਤੀ, ਮੈਂ ਪੜ੍ਹ ਦਿੰਦਾ। ਮੇਰੀ ਅੱਖਾਂ ਖੋਲ ਵੇ, ਦੇਖਾ ਭਲਾ ਖੋਲੂ।
ਇਹ ਕਹਿ ਦੇਣ ਸਾਰੇ ਮੈਂ ਪਟਿਆ ਨੂੰ ਕੱਲਾ ਹੀ ਵੜ ਦਿੰਦਾ। ਕਿਉਂ ਝੂਠ ਬੋਲਦੇ ਹੋ? ਝੂਠ ਨਹੀਂ ਚੱਲਣਾ ਹੈਗਾ। ਅਸੀਂ ਲੋਕਾਂ ਦਾ ਝੂਠ ਕਿਹਾ, ਤੁਸੀਂ ਸਾਡੇ ਘਰ ਝੂਠ ਵੜਤਾ। ਤੁਸੀਂ ਕਿਵੇਂ ਵੜ ਦੋਗੇ ਝੂਠ? ਹੱਦ ਹੋ ਗਈ। ਕੌਣ ਮੰਨ ਲੂਗਾ ਸਾਇੰਸ ਦੇ ਜੋ ਕਿ ਤੁਹਾਡੀਆਂ ਗੱਲਾਂ? ਜਦ ਮੇਰੀ ਕਿੱਥੇ ਗਈ ਸੀ, ਜਦ ਬਰੂਦ ਨਾਲ ਉਡਾਤਾ ਸੀ ਹਰਿਮੰਦਰ ਸਾਹਿਬ, ਉਹਨਾਂ ਨੂੰ ਕਿਉਂ ਨਹੀਂ ਮਾਰਿਆ ਮੇਰੀ ਨੇ? ਉਦੋਂ ਕਿੱਥੇ ਗਈ ਸੀ ਮੇਰੀ? ਤੁਹਾਡੀ ਬਕਵਾਸ ਕਰੀ ਜਾਂਦੇ ਨੇ। ਚੰਗਾ ਮਜ਼ਾਕ ਬਣਾਇਆ ਤੁਸੀਂ। ਸਾਰੀ ਕੁਰਬਾਨੀ ਛੱਡ ਕੇ ਬੇਵਕੂਫ ਬਣਾਉਂਦੇ ਤੁਸੀਂ ਲੋਕਾਂ ਨੂੰ। ਗੁਰੂ ਨਹੀਂ ਮੰਨਦਾ ਸਾਡਾ, ਉਹ ਕਹਿੰਦਾ ਝੂਠ ਹੈ। ਅਸੀਂ ਤਾਂ ਕਹਿੰਦੇ ਝੂਠ ਹੈ। ਗੁਰੂ ਨੇ ਕਹਾ ਝੂਠ ਹੈ, ਅਸੀਂ ਕਹਾਂਗੇ ਝੂਠ ਹੈ। ਕਦੇ ਚੁੱਪ ਸੀ, ਇਹਦਾ ਮਤਲਬ ਤੁਸੀਂ ਸਾਰੇ ਸਾਡਾ ਨਾਸ਼ ਕਰ ਦੋਗੇ। ਹਾਂ, ਸਭੈ ਫੋਕਟੰ ਧਰਮ ਹੈ ਭਰਮੰ ਤੰਤਰੰ। ਇਹ ਸਾਰੇ ਭਰਮ ਤੰਤਰ ਨੇ, ਕੱਖ ਵੀ ਨਹੀਂ ਇਹਨਾਂ ਦੇ ਵਿੱਚ। ਅਸੀਂ ਫੜ ਫੜ ਕੇ ਛਿਤਰਾਈ ਕੀਤੀ ਇਹਨਾਂ ਦੀ, ਬੜੇ ਸੰਤਾਂ ਦੀ ਸੰਗਲ ਲਾ ਲਾ ਕੇ ਪੈਰੀ ਪੈਂਦੇ ਹੁੰਦੇ ਸੀ। ਇਹ ਅਸੀਂ ਨਾ ਇੱਥੇ ਵਾਲਾ ਪਿਆਰਾ ਸਿੰਘ ਝਾੜ ਸਾਹਿਬ ਵਾਲਾ ਪੈਰੀ ਪੈਂਦਾ ਸੀ ਮੇਰੇ, ਕਹਿੰਦਾ ਮੈਂ ਗੁਰੂ ਨਾਨਕ ਦਾ ਅਵਤਾਰ, ਮੈਂ ਤੈਨੂੰ ਮੈਂ ਵੱਢੂਗਾ ਹੁਣ ਥੋੜ੍ਹਾ ਥੋੜ੍ਹਾ ਕਰਕੇ। ਕਹਿੰਦਾ ਕੀ ਗੱਲ? ਮੈਂ ਗੁਰੂ ਨਾਨਕ ਦੇ ਦਰਸ਼ਨ ਕਰੂੰ ਤੇਰੇ ਚੋਂ। ਰੋਣ ਲੱਗ ਗਿਆ, ਮਿੰਨਤਾਂ ਕਰੇ ਫਤਿਹਗੜ੍ਹ ਸਾਹਿਬ। ਤੂੰ ਸਮਝਦਾ ਕੀ ਹੋਏ? ਤੂੰ ਜਾ ਆਇਆ, ਲੋਕਾਂ ਤੈਨੂੰ ਮੰਨਦੇ ਹੁਣ ਨੇ, ਥਪੜਾਈ ਕਰ ਕਰਕੇ ਤੇਰਾ ਮੂੰਹ ਕਰ ਦਾਂਗੇ ਦੂਏ ਪਾਸੇ ਨੂੰ। ਤੂੰ ਛੇੜਿਆ ਕਿਹਨੂੰ ਹੈ? ਬਸ ਜਦ ਹੀ ਪੈਰੀ ਪੈ ਗਿਆ। 27-28 ਸਾਲ ਦੀ ਉਮਰ ਸੀ ਸਾਰੀ ਮੇਰੀ, ਜਦ ਸਨ 62 ਦੀ ਗੱਲ ਹੈ। ਜ਼ਿਆਦਾ ਚੌੜਾ ਹੋਣ ਲੱਗ ਗਿਆ, ਦੁਨੀਆ ਜੋ ਮੱਥਾ ਟੇਕਣ ਲੱਗ ਗਈ ਸੀ ਨਾ ਸਾਰੀ। ਉਹ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਤਲਵਾਰ ਮਾਰੀ, ਪਾਰ ਜਾਊਗੀ। ਬੜਾ ਤੁਰਿਆ ਫਿਰਦਾ, ਨਾਲੇ ਉਹਨੂੰ ਦੁਨੀਆ ਡਰਦੀ ਸੀ, ਪਤਾ ਨਹੀਂ ਕੀ ਹੈ ਇਹ ਬੇਰੀ ਨੂੰ ਲਈ ਫਿਰਦੇ। ਉਹ ਆਦਮੀ ਸੀ, ਬਹੁਤ ਕੁਝ ਦੇਖਿਆ ਹੋਇਆ। ਬਿਨਾ ਏਕ ਆਸਨ ਨਿਰਾਸਨ ਸਭੇ ਹੈ। ਬਿਨਾ ਏਕ ਆਸਨ ਨਿਰਾਸਨ ਸਭੇ ਹੈ। ਇੱਕ ਦੀ ਆਸ ਤੋਂ ਬਿਨਾਂ ਸਭ ਨਿਰਾਸ ਨੇ, ਕੱਖ ਨਹੀਂ ਹੈ ਕਿਸੇ ਕੋਲ। ਉਹ ਮੈਨੂੰ ਕੋਈ ਅਰਦਾਸ ਕਰਕੇ ਇਹਨਾਂ ਦੇ ਜਹੇਦਾਰਾਂ 'ਚ ਪੰਜੇ ਅਰਦਾਸ ਕਰਕੇ ਪੂਰੀ ਕਰਕੇ ਦਿਖਾ ਦੇਣ। ਮੇਰੀ ਥੱਲੇ ਕਰ ਲੈਣ, ਚਾਹੇ ਹੋਰ ਕਿਤੇ ਕਰ ਲੈਣ, ਜਾ ਕੇ ਚਾਹੇ ਪਿੱਪਲ ਉਹਨਾਂ ਦਾ ਉਹਦੇ ਥੱਲੇ ਕਰ ਲੈਣ, ਸਾਧਾਂ ਦਾ ਬਰਮ ਬੂਟਾ ਕਰਕੇ ਤਾਂ ਦਿਖਾਓ ਕੁਛ। ਗੱਲਾਂ ਮਾਰੀ ਜਾਂਦੇ ਨੇ। ਦੁਕਾਨ ਚੱਲਦੀ ਹੈ, ਫੈਕਟਰੀ, ਪੈਸੇ ਹੁੰਦੇ ਨੇ, ਅੰਨੇ ਹੋਏ ਹੋਏ ਨੇ। ਬਿਨਾ ਏਕ ਨਾਮੰ ਨਾ ਕਾਮੰ ਕਵੇ ਹੈ। ਇੱਕ ਨਾਮ ਦੇ ਬਿਨਾਂ ਕਿਸੇ ਨੇ ਕੰਮ ਨਹੀਂ ਹੋਣਾ। ਭੁਲੇਖੇ 'ਚ ਨਾ ਰਹੇ ਕੋਈ। ਕਾਮੰ ਕਵੇ ਹੈ, ਕਦੇ ਵੀ ਕੰਮ ਨਾ ਆਇਆ, ਨਾ ਕਦੇ ਆਊਗਾ। ਨਾਮ ਨੇ ਕੰਮ ਆਉਣਾ, ਜ਼ਿਆਦਾ ਆਉਣਾ। ਕਿਸੇ ਜੇ ਕੰਮ ਆਉਂਦੇ ਜਿਹੜੇ ਬੜੇ ਰਾਜੇ ਨੇ, ਉਹ ਰਿਸ਼ਵਤ ਦੇ ਕੇ ਨਾ ਰਹਿ ਜਾਂਦੇ। ਇੱਥੇ ਰਿਸ਼ਵਤ ਦੇ ਕੇ ਆਪਣੀ ਉਮਰ ਨਾ ਵਧਾ ਲੈਂਦੇ। ਪਤਾ ਵੀ ਨਹੀਂ ਲੱਗਦਾ ਕਿੱਥੇ ਨੂੰ ਲੈ ਗਏ, ਕਿੱਥੇ ਨੂੰ ਚਲਿਆ ਗਿਆ ਜਾਂ ਨਿਕਲਦਾ ਸਰੀਰ 'ਚੋਂ, ਕਿਸੇ ਨੂੰ ਨਹੀਂ ਪਤਾ ਹੁੰਦਾ। ਉਹ ਜਿਵੇਂ ਅੱਤਵਾਦੀ ਆ ਮੁੰਡਿਆਂ ਨੂੰ ਚੱਕ ਕੇ ਲੈ ਜਾਂਦੇ ਤੇ ਪੁਲਿਸ ਵਾਲੇ, ਉਹ ਚੰਗੇ ਭਲਿਆਂ ਨੂੰ ਵੀ ਲੈ ਜਾਂਦੇ ਤੇ ਉਹ ਤਾਂ ਭੁਲੇਖੇ ਨਾਲ, ਚਾਹੇ ਕਿਸੇ ਤਰੀਕੇ ਨਾਲ, ਇਹ ਨਹੀਂ ਦੱਸਦੇ ਕਿੱਥੇ ਹੈ। ਪਤਾ ਵੀ ਨਹੀਂ ਲੱਗਣਾ ਆਤਮਾ ਨੇ ਕਿੱਥੇ ਚਲੀ ਜਾਣਾ। ਜਿਹੜੇ ਪੈਰ ਅੜਾਈ ਫਿਰਦੇ ਨੇ ਇੱਥੇ, ਹੁਣ ਕੀ ਪਤਾ ਕਿਹੜੇ ਗਰੀਬ ਤੇ ਗਰੀਬ ਦੇ ਜਾ ਕੇ ਜੰਮ ਪੈਣੇ ਉਹਨੇ, ਕਿਤੇ ਸਜ਼ਾ ਦੇ ਦੇਣੀ ਹੈ। ਹੁਣੇ ਚੌੜੇ ਹੋਏ ਫਿਰਦੇ ਨੇ, ਕੀ ਪਤਾ ਲੱਗਣਾ ਕਿੱਥੇ ਦੇ ਦੂ, ਕਿੱਥੇ ਪੈਦਾ ਕਰ ਲੈਣਾ। ਤੁਹਾਨੂੰ ਪਤਾ ਕੁਛ? ਕੋਈ ਸੋਚਦਾ ਹੀ ਨਹੀਂ ਗੱਲ ਗਾਹਾਂ ਦੀ, ਪਤਾ ਹੀ ਨਹੀਂ ਹੈ। ਪਤਾ ਨਹੀਂ ਕਾਹਦਾ ਨਸ਼ਾ ਹੋਇਆ ਇਹਨਾਂ ਨੂੰ। ਹਾਂ, ਤੇਰਾ ਜੋਰ ਕਰੇ ਮੰਤਰ ਜੰਤਰੰ ਜੋ ਪੈ ਸਿੱਧ ਹੋਈ। ਜੇ ਮੰਤਰ ਜੰਤਰ ਕਰਕੇ ਸਿੱਧੀ ਪ੍ਰਾਪਤ ਹੋਵੇ, ਕੋਈ ਮਸਲਾ ਹੱਲ ਹੁੰਦਾ ਕਿਸੇ ਦਾ। ਦਰ ਦਵਾਰ ਪਿਛਿਆ ਭ੍ਰਮੇ ਨਾਹੀਂ ਕੋਈ। ਆ ਭੀਖ ਮੰਗਦੇ ਕਿਉਂ ਫਿਰਦੇ? ਆ ਭੀਖ, ਇਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਭੀਖ ਮੰਗਦੇ ਫਿਰਦੇ ਨੇ ਲਿਆ ਕੇ। ਕੀ ਲੋੜ ਆ ਤੁਹਾਨੂੰ ਲਿਜਾਣ ਦੀ? ਕੀਰਤਨ ਦਰਬਾਰ ਗੁਰੂਆਂ ਨੇ ਕੀਤੇ ਸੀ ਇਹ ਕੰਮ। ਜਿਹੜੇ ਤੁਸੀਂ ਕਰਦੇ ਹੋ, ਤੁਹਾਨੂੰ ਕਿਹਾ ਕੀ ਨੇ ਕੰਮ ਕਰਨ ਨੂੰ? ਗੁਰੂਆਂ ਨੇ ਕੀਤੇ ਸੀ ਇਹ ਕੰਮ। ਉਹ ਤਾਂ ਕਹਿੰਦੇ ਨੇ ਜਿਹੜਾ ਮੰਗਣ ਜਾਂਦਾ ਦਰ ਦਰ,
ਤਾਂ ਕਿ ਮੂਲ ਨਾ ਲੱਗੇ ਮੂਲ ਨਾ ਲੱਗੇ ਪਾਏ। ਗੁਰੂ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੇ ਪਾਏ। ਤਾਂ ਕਿ ਮੂਲ ਨਾ ਲੱਗੇ ਪਾਏ। ਤੁਸੀਂ ਉਹਨੂੰ ਲਈ ਫਿਰਦੇ ਹੋ। ਪੁੱਛਣ ਵਾਲਾ ਨਾ ਕੋਈ ਹੈ। ਤੁਸੀਂ ਉਸੇ ਨੂੰ ਕਰਤਾ, ਉਹ ਕਹਿੰਦੇ ਇਸ ਨੂੰ ਲੈ ਚੱਲੋ, ਪੈਸੇ ਹੀ ਚਾਹੀਦੇ ਨੇ। ਵਾਹ ਤੁਹਾਡੇ ਪੁੱਛਣ ਵਾਲਾ ਕੋਈ ਨਹੀਂ ਨਾ ਹੈਗਾ। ਕਰੇ ਮੰਤਰ ਜੰਤਰ ਜੋ ਪੈ ਸਿੱਧ ਹੋਈ, ਦਰ ਦਵਾਰ ਪਿਛਿਆ ਭਰਮੇ ਨਾਹੀਂ ਕੋਈ। ਕੋਈ ਸਿੱਧੀ ਦਾ ਦਿਖਾ ਲਓ, ਜੇ ਤੁਹਾਡੇ ਕੋਲ ਹੈ ਕੁਛ ਦਿਖਾ ਲਓ। ਫਿਰ ਉਹ ਜਿਹੜੇ ਸਿੱਧ ਪੁਰਸ਼ ਕਹਾਉਂਦੇ ਨੇ ਮੰਗਦੇ ਕਿਉਂ ਫਿਰਦੇ, ਜੇ ਕੋਲ ਹੁੰਦਾ ਕੁਛ। ਤੁਸੀਂ ਸਾਬਤ ਕਰਤਾ ਗੁਰੂ ਕੋਲ ਕੱਖ ਵੀ ਨਹੀਂ, ਇਹਦਾ ਮਤਲਬ ਹੈ ਉਹਨਾਂ ਦੇ ਬਰਾਬਰ ਕਰਤੇ ਤੁਸੀਂ। ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਬਰਾਬਰ ਕਰਤਾ, ਪੋਥੀ ਪਰਮੇਸ਼ਰ ਕੇ ਥਾਨ ਨੂੰ, ਜਿਨ੍ਹਾਂ ਦੇ ਖਿਲਾਫ ਆ ਲਿਖਿਆ ਹੋਇਆ। ਉਹਨੇ ਮੰਗਦੇ ਫਿਰਦੇ ਤੇ ਜੋਗੀ, ਉਹਨਾਂ ਦੀ ਗੱਲ ਹੈ ਇਹ ਵੀ ਜੇ ਉਹਨਾਂ ਕੋਲ ਕੁਝ ਹੁੰਦੀ ਸ਼ਕਤੀ, ਮੰਗਦੇ ਕਿਉਂ ਫਿਰਦੇ। ਤੁਸੀਂ ਜੋ ਗੁਰਬਾਣੀ ਦੀ ਸ਼ਕਤੀ ਉਹਦਾ ਨਾਸ਼ ਕਰਤਾ। ਉਹਦੇ ਤਾਂ ਬਹੁਤ ਕੁਝ ਹੈ, ਪਰ ਕਮਾਈ ਨਾਲ ਉਹ ਤਾਂ ਦੱਸਦਾ ਹੀ ਹੈ ਵੀ ਆਹ ਗੱਲ ਹੈ, ਲਿਖੀ ਹੋਈ ਗੱਲ ਹੈ। ਜੇ ਤੁਹਾਨੂੰ ਵਿਸ਼ਵਾਸ ਹੁੰਦਾ ਵੀ ਪਰਮੇਸ਼ਰ ਦਾ ਥਾਨ ਹੈ, ਤੁਸੀਂ ਫੇਰ ਨਹੀਂ ਸੀ ਇਹ ਕੰਮ ਕਰਦੇ, ਫਿਰ ਇਹ ਅਪਰਾਧ ਨਹੀਂ ਸੀ ਕਰਦੇ। ਹੱਦ ਹੋ ਲਈ ਅਪਰਾਧ ਦੀ, ਤਾਂ ਹੱਦੇ ਹੋ ਲਈ। ਹੁਣ ਹੋਰ ਕੀ ਹੋ ਲਿਆ, ਇਹ ਤੋਂ ਕੀ ਹੋ। ਧਰੈ ਏਕ ਆਸਾ ਨਿਰਾਸੌਰ ਮਨ ਹੈ। ਧਰੈ ਏਕ ਆਸਾ, ਜਿਹਦੇ ਮਨ ਚ ਇੱਕ ਦੀ ਆਸ ਹੈ, ਬਾਕੀ ਨਿਰਾਸ਼ ਹੈ, ਬਾਕੀ ਕੁਝ ਨਹੀਂ ਚਾਹੀਦਾ। ਨਿਰਾਸ ਔਰ ਮਨ ਹੈ, ਬਾਕੀ ਨਹੀਂ ਕੋਈ ਚਾਹੀਦਾ। ਮਾਇਆ ਦਾ ਵੇਖਾ ਹੈ, ਜ਼ਹਿਰ ਔਰ ਅੰਮ੍ਰਿਤ ਦੇ ਵਿੱਚੋਂ ਜ਼ਹਿਰ ਖਾਓਗੇ, ਅੰਮ੍ਰਿਤ ਖਾਓਗੇ, ਬਸ ਚੁੰਡੀ ਇੱਕ ਚੀਜ਼ ਹੈ। ਅੰਮ੍ਰਿਤ ਛਕਣਾ ਹੈ ਤਾਂ ਇੱਕ ਹੈ, ਅੰਮ੍ਰਿਤ ਨਾਮ ਹੈ। ਜ਼ਹਿਰ ਖਾਣੀ ਹੈ ਬਥੇਰੀ ਹੈ ਭਈ, ਖਾਂਦੇ ਰਹੋ। ਉਹ ਵਿਸ਼ਟਾ ਕੇ ਕੀੜੇ ਨੇ। ਜੇ ਤੁਸੀਂ ਮਾਇਆ ਵਾਸਤੇ ਸਿਰਫ ਨਗਰ ਕੀਰਤਨ ਲਈ ਫਿਰਦੇ ਹੋ, ਵਿਸ਼ਟਾ ਕੇ ਕੀੜੇ ਹੋ। ਅੰਮ੍ਰਿਤ ਵਿੱਚ ਹੈ ਜਿਹਦੇ, ਉਹ ਅੰਮ੍ਰਿਤ ਨੂੰ ਲਈ ਫਿਰਦੇ ਹੋ ਦੁਆਰੇ ਦੁਆਰੇ। ਵਿਸ਼ਟਾ ਵਾਸਤੇ ਕਾਹਦੇ ਵਾਸਤੇ ਲਈ ਫਿਰਦੇ ਹੋ? ਵਿਸ਼ਟਾ ਵਾਸਤੇ। ਵਿਸ਼ਟਾ ਵਿੱਚ ਰੋੜਤਾ ਅੰਮ੍ਰਿਤ ਨੂੰ ਤੁਸੀਂ, ਵਿਸ਼ਟਾ 'ਚ ਰੋੜਤਾ। ਕਿੱਥੇ ਭਰੋਗੇ? ਕਿਹਨੂੰ ਜਵਾਬ ਦਓਗੇ? ਆਉਣ ਵਾਲਾ ਸਮਾਂ ਜਵਾਬ ਹੈ ਪੁੱਛਣ ਵਾਲੇ। ਹੁਣ ਥੋਤੇ ਆਉਣ ਵਾਲੇ ਜਿਹੜੇ ਬੱਚੇ ਨੇ ਜਵਾਬ ਹੈ ਪੁੱਛਣਗੇ, ਵਰਡ ਪੁੱਛੂਗੀ ਜਵਾਬ ਥੋਤੇ। ਕੀਤਾ ਕੀ ਹੈ ਤੁਸੀਂ? ਕੀ ਕਰ ਰਹੇ ਹੋ ਤੁਸੀਂ? ਇੰਨੀ ਤੁਹਾਡੀ ਬਿਲਕੁਲ ਲਾਹੇ ਦਿੱਤੀ। ਉਹ ਕਹਿੰਦੇ ਲਾਤੀ ਲੋਈ, ਕੀ ਕਰੇ ਕੋਈ। ਲੋਈ ਉਹ ਲਾਤੀ ਤੁਸੀਂ। ਬਿਨਾ ਏਕ ਕਰਮੰ ਸਭੇ ਭਰਮ ਜਾਣੈ। ਬਿਨਾ ਇੱਕ ਕਰਮ, ਇੱਕ ਕਰਮ ਤੇ ਬਿਨਾ ਸਭ ਕੋ ਭਰਮ। ਉਹ ਕਰਮ ਕੀ ਹੈ? ਕਰਮ ਦਾ ਮਤਲਬ ਸਾਡੇ ਕਰਨ ਵਾਲਾ ਕਰਮ ਨਹੀਂ, ਪਰਮੇਸ਼ਰ ਦੀ ਕਿਰਪਾ। ਬਿਨਾ ਏਕ ਕਰਮੰ ਸਭੇ ਭਰਮ ਜਾਣੈ। ਜੇ ਕਿਰਪਾ ਨਹੀਂ ਹਾਸਲ ਕੀਤੀ ਪਰਮੇਸ਼ਰ ਦੀ, ਬਾਕੀ ਸਭ ਭਰਮ ਹੈ ਤੁਹਾਡਾ। ਕਿਰਪਾ ਕਿਵੇਂ ਹਾਸਲ ਹੋਊ? ਕਿਰਪਾ ਹਾਸਲ ਹੋਊ ਭਾਣੇ ਚੱਲੇ ਤੇ। ਜਿਹੜਾ ਭਾਣੇ ਚੱਲਦਾ ਉਹਦੇ ਤੇ ਉਹਦੀ ਕਿਰਪਾ। ਭਾਣੇ 'ਚ ਚੱਲਦਾ ਹੀ ਉਹ ਹੈ ਜਿਹਦੀ ਕਿਰਪਾ। ਚੱਲਦਾ ਹੀ ਨਹੀਂ, ਸੋਚਦਾ ਹੀ ਨਹੀਂ ਭਾਣੇ ਚੱਲਣ ਦੀ ਗੱਲ, ਜੇ ਕਿਰਪਾ ਹੈ ਨਹੀਂ। ਤੁਸੀਂ ਆਪਣੇ ਭਾਣੇ ਚਲਾਉਣ ਦੀ ਗੱਲ ਕਰਦੇ ਹੋ। ਜਾਂ ਮੱਤ ਮਾਰੀ ਜਾਂਦੀ ਹੈ, ਫਿਰ ਐਵੇਂ ਹੁੰਦਾ। ਮੱਤ ਜਾਂ ਮਾਰੀ ਜਾਂਦੀ ਹੈ ਨਾ, ਫਿਰ ਐਵੇਂ ਹੀ ਹੁੰਦਾ। ਹਾਂਜੀ। ਸੁਣੋ ਜੋਗ ਬੈਣ ਨਰੇਸ਼ੰ ਨਿਧਾਨੰ। ਸੁਣੋ ਜੋਗ ਬੈਣੰ। हे ਜੋਗੀਸ਼ਵਰ, ਜੋਗੀ ਸੀ ਨਾ ਰਾਜਾ। ਨਰੇਸ਼ੰ ਨਿਧਾਨੰ। ਨਰੇਸ਼, ਹਾਂ ਨਾ ਜੋਗੀ, ਮਿਸ਼ਨ ਦਾ ਲਾਸ ਨੂੰ ਕਹਿ ਰਿਹਾ ਰਾਜਾ। ਸੁਣਿਓ ਜੋਗ ਬੈਣੰ ਨਰੇਸ਼ੰ ਨਿਧਾਨੰ। ਹਾਂ, ਨਰੇਸ਼ ਕਹਿੰਦਾ ਵੀ ਮੇਰੀ ਇੱਕ ਅਰਜ਼ ਸੁਣੋ, ਮੇਰੀ ਬੈਣ ਸੁਣੋ। ਨਰੇਸ਼ਨ ਰਾਜਾ ਕਹਿੰਦਾ ਨਰੇਸ਼ਨ। ਭ੍ਰਮਿਓ ਭੀਤ ਚਿੱਤੰ ਕੁਪਿਓ ਜੇਮ ਪਾਣੰ। ਭ੍ਰਮਿਓ ਭੀਤ ਚਿੱਤੰ ਕੁਪਿਓ ਜੇਮ ਪਾਣੰ। ਕੁਪਿਓ ਜੇਮ ਪਾਣੰ। ਮੇਰਾ ਜਿਹੜਾ ਚਿੱਤ ਹੈ ਨਾ, ਉਹ ਹੁਣ ਪਲਟ ਗਿਆ। ਜਿਹੜੀ ਸੋਚ ਸੀ ਪਲਟ ਗਈ। ਭ੍ਰਮਿਓ ਭੀਤ ਚਿੱਤੰ ਕੁਪਿਓ ਜੇਮ ਪਾਣੰ। ਹਾਂ, ਜਿਵੇਂ ਮੇਰਾ ਪਹਿਲਾਂ ਸੀ ਨਾ, ਪਹਿਲਾਂ ਗੁੱਸੇ ਸੀ ਨਾ, ਉਹ ਜਿਹੜਾ ਸੀ ਨਸ਼ਾ ਲੈ ਗਿਆ ਨਾ ਸਾਰਾ।
ਉਹਨੇ ਕਿਹਾ ਨਾ ਵੀ ਤੂੰ ਤੈਨੂੰ ਪ੍ਰਬੋਧ ਦੀ ਗੱਲ ਕੀਤੀ ਨਾ ਅੱਗੇ ਵੀ ਇਹ ਜਿਹੜੇ ਜੰਤਰ ਮੰਤਰ ਨੇ ਭਾਈ ਇਹ 'ਚ ਕੋਈ ਤਾਕਤ ਨਹੀਂ ਹੁੰਦੀ। ਆ ਜਿਹੜਾ ਤੂੰ ਜੱਗ ਕਰਨ ਲੱਗਿਆ ਨਾ, ਕਹਿਣ ਦਾ ਮਤਲਬ ਸੀ ਇਹ ਜੰਤਰ ਮੰਤਰ ਆ, 1.25 ਲੱਖ ਰਾਜੇ ਦਾ ਜੱਗ, ਇਹ ਕੁਛ ਨਹੀਂ ਇਹਦੇ ਨਾਲ ਪ੍ਰਾਪਤੀ ਹੋਣ ਵਾਲੀ ਤੈਨੂੰ, ਇਹ ਤੈਨੂੰ ਇਹ ਭਰਮ। ਜੱਗ ਜੋ ਕਰਨ ਲੱਗਿਆ ਸੀ 1.25 ਲੱਖ ਰਾਜਾ ਮਾਰ ਕੇ, ਉਹ ਜੰਤਰ ਮੰਤਰੇ ਸੀ, ਉਹ ਸਿੱਧੀ ਉਹ ਵੇਚ ਲਗੇ ਹੋਏ ਨੇ। ਉਹ ਕਹਿੰਦਾ ਇਹ ਕੁਛ ਨਹੀਂ ਹੈਗਾ, ਸਿਰਫ ਇੱਕ ਭਰੋਸੇ ਤੇ ਬਿਨਾਂ, ਇੱਕ ਆਸ ਤੇ ਬਿਨਾਂ, ਬਾਕੀ ਆਸਾਂ ਜਿਹੜੀਆਂ ਤੂੰ ਰੱਖਦਾ, ਕਾਹਦੀ ਆਸ ਰੱਖਦਾ ਵੀ ਮੇਰਾ ਨਾਂ ਚੱਲੇ ਦੱਤਾਤਰੇਏ ਦੇ ਥੋਂ, ਕੋਈ ਹੋਰ ਆਊ ਉਹ ਤੈਨੂੰ ਕਰ ਦੂਗਾ, ਤੇਰਾ ਬਟਾ ਦੂਗਾ, ਕੋਈ ਹੋਰ ਆਊ ਉਹਦਾ ਬਟਾ ਦੂਗਾ। ਤੂੰ ਇਹ ਰਾਹ ਕਦ ਫੜਿਆ? ਜੇ ਤੂੰ ਚਾਹੁੰਦਾ ਵੀ ਤੇਰਾ ਨਾਂ ਰਹੇ, ਤੂੰ ਇੱਕ ਆਸ ਰੱਖ ਲੈ। ਫਿਰ ਆ ਭਗਤਾਂ ਦਾ ਨਾਂ ਸਦਾ ਹੀ ਚੱਲਦਾ। ਉਹ ਕੰਪੀਟੀਸ਼ਨ ਸੰਸਾਰੀ, ਜਿਹੜਾ ਸੰਸਾਰੀ ਵਡਿਆਈ ਦੇ ਕੰਪੀਟੀਸ਼ਨ 'ਚ ਪੈ ਗਿਆ, ਉਹ ਦੱਤ ਦਾ ਨਾਂ ਚੱਲਦਾ ਨਾ, ਬੜਾ ਆਪਣਾ ਬੜਾ ਕਰਨਾ ਚਾਹੁੰਦਾ, ਉਧਰੋਂ ਹਟਾਇਆ ਉਹਨੂੰ। ਇਹ ਰਾਹ ਨਹੀਂ ਠੀਕ ਹੈਗਾ, ਇਹ ਰਾਹ ਹੰਕਾਰ ਵਾਲਾ ਹੈ। ਨੀਵਾਂ ਹੋ ਜਾ, ਨੀਵੇਂ ਤੋਂ ਪਾਣੀ ਖੜਾ ਹੀ ਰਹਿੰਦਾ। ਸਮੁੰਦਰ ਨੀਵਾਂ, ਪਾਣੀ ਹਮੇਸ਼ਾ ਹੀ ਖੜਾ ਰਹਿੰਦਾ। ਹਰੇਕ ਥਾਂ ਦਾ ਪਾਣੀ ਸੁੱਕ ਜਾਂਦਾ, ਸੁੱਕ ਸਕਦਾ ਹੈ, ਪਰ ਸਮੁੰਦਰ 'ਚ ਰਹੂਗਾ ਪਾਣੀ। ਨੀਵਾਂ ਜੋ ਹੈ, ਇਹ ਨੀਵਾਂ ਹੀ ਚੰਗਾ ਹੁੰਦਾ। ਤੂੰ ਉੱਚਾ ਬਣਦਾ, ਉੱਚਾ ਨਹੀਂ ਬਣੀਦਾ ਹੁੰਦਾ। ਜੇ ਤੂੰ ਨਾ ਚਾਹੁੰਦਾ ਤਾਂ ਨੀਵਾਂ ਰਹਿ। ਇਹ ਉਹਦਾ ਮਨ ਪਲਟਿਆ ਉੱਥੋਂ ਇਸ ਤਰੀਕੇ ਨਾਲ। ਤਜੀ ਸਰਬ ਆਸੰ ਨਿਰਾਸੰ ਚਿਤਾਨੰ, ਬਾਤ ਸਾਰੀ ਆਸ ਛਡਾਤੀ ਉਹਦੀ। ਉਹਨੇ ਜੱਗ ਦੀ ਇੱਛਾ ਹੀ ਛੱਡਤੀ, ਕਹਿਣ ਦਾ ਮਤਲਬ ਹੈ ਉਹਨੇ ਜੱਗ ਕਰਦਾ ਸੀ, ਤਜੀ ਸਰਬ ਆਸਾ ਉਹ ਛੱਡਤੀ। ਮੈਂ ਅੱਛਾ ਹੁਣ ਛੱਡਤੀ, ਮੈਂ ਤਾਂ ਪੁੱਠਾ ਪਾਸਾ। ਜਿਹਨੇ ਮੈਨੂੰ ਉਹ ਗੱਲ ਦੱਸੀ ਸੀ, ਉਹ ਠੱਗੀ ਕੀਤੀ ਸੀ ਮੇਰੇ ਨਾਲ। ਉਹ ਪੰਡਤਾਂ ਨੇ ਗੱਲ ਦੱਸੀ ਹੋਊ ਨਾ, ਜਿੱਥੋਂ ਪੜ੍ਹੀ ਸੀ ਜਾਂ ਦੱਸੀ ਸੀ, ਜਿਹਨੇ ਦਿਮਾਗ 'ਚ ਇਹ ਗੱਲ ਬਿਠਾਈ ਵੀ ਹੁਣ ਤੂੰ ਰਾਸ ਹੋਇਆ ਕਰ। ਫਿਰ ਲੱਖ ਲੱਖ ਕਰੋੜ ਕਰੋੜ ਘੋੜਾ ਜੋ ਲੈਣਾ ਸੀ, ਸੋਨਾ ਭਰ ਕੇ 1-1 ਕਰੋੜ ਘੋੜਾ ਇੱਕ ਬਾਂਬੂ ਨੂੰ ਦਾਨ ਦੇਣਾ ਸੀ, ਸੋਨੇ ਦਾ ਲੱਦ ਕੇ। ਜਿਹਨੂੰ ਘੋੜਾ ਮਿਲਣਾ ਪੂਰਾ ਭਾਰ, ਕੁਇੰਟਲ ਵਜਨ ਉੱਤੇ ਸੋਨਾ, ਉਹ ਤਾਂ ਇਹੀ ਸਲਾਹ ਦਊਗਾ। ਉਹ ਕਿਉਂ ਨਹੀਂ ਦਊਗਾ ਸਲਾਹ? ਉਹਨਾਂ ਨੇ ਜਿਹੜੀ ਸਲਾਹ ਦਿੱਤੀ ਸੀ, ਉਹ ਉੱਥੇ ਗੱਲ ਲਿਆ ਕੇ ਖੜੀ ਕੀਤੀ ਹੈ। ਜਿਹੜੇ ਜੱਗ ਸੀ, ਜਿਹਨੇ ਦਿਮਾਗ 'ਚ ਪਾਈ ਗੱਲ, ਇਹ ਵਿਵੇਕ ਉਹ ਬ੍ਰੇਨ ਵਾਸ਼ ਕਰ ਰਿਹਾ ਉਹਦਾ, ਜੱਗ ਵਾਲਾ। ਹੁਣ ਆਪਾਂ ਆਪਣੇ ਟੌਪਿਕ ਤੇ ਆ ਜਾਈਏ, ਇੱਥੇ ਵਾਲੇ ਤੇ। ਸਭ ਤੋਂ ਬੜਾ ਜੰਤਰ ਮੰਤਰ ਹੈ ਰਾਜਸੂ ਯੱਗ ਕਰਨਾ। ਇਹਦੋਂ ਸਭ ਛੋਟੇ ਨੇ, ਜਿੰਨੇ ਜੱਗ ਨੇ ਸਭ ਛੋਟੇ ਨੇ। ਤੋਂ ਸਭ ਤੋਂ ਬੜਾ ਜੰਤਰ ਮੰਤਰ ਲਿਆ ਇਹਨਾਂ ਨੇ ਇੱਥੇ ਸਾਡੇ ਕੋਲ। ਵਿਸ਼ਾ ਸਭ ਤੋਂ ਬੜਾ, ਸਭ ਤੋਂ ਖਰਚੀਲਾ, ਸਭ ਤੋਂ ਸ਼ਕਤੀਸ਼ਾਲੀ ਆਦਮੀ ਵਰਲਡ 'ਚ ਸਭ ਤੋਂ ਉਹ ਕਰ ਰਿਹਾ ਹੈ, ਬਾਕੀ ਸਭ ਛੋਟੇ ਨੇ। ਜੇ ਇਹਦੇ ਵਿੱਚ ਕੱਖ ਨਹੀਂ ਤਾਂ ਦੂਜਿਆਂ 'ਚ ਕੀ ਹੈ? ਜੇ ਇਹਦੇ ਵਿੱਚ ਕੱਖ ਫੜ ਲਈ ਪ੍ਰਾਪਤੀ, ਦੂਜਿਆਂ 'ਚ ਕੀ ਹੋਊਗਾ? ਕੁਛ ਨਹੀਂ ਹੈ, ਕੁਛ ਪ੍ਰਾਪਤੀ ਨਹੀਂ ਹੈ। ਹੰਕਾਰ ਦੀ ਪ੍ਰਾਪਤੀ ਤੋਂ ਸਿਵਾ ਕੁਛ ਨਹੀਂ ਹੈ। ਮੱਤ ਮਾਰੀ ਜਾਂਦੀ ਹੈ, ਹੋਰ ਕੁਛ ਨਹੀਂ ਹੈ। ਹਾਂ, ਬਿਖ ਚੋਂ ਬਿਖ ਮਿਲ ਜਾਂਦੀ ਹੈ। ਬਿਖ ਬੀਜੂਗਾ, ਬਿਖ ਖੱਟੇ, ਬਿਖ ਖਾਏ। ਜੇ ਬਿਖ ਬੀਜੂਗਾ, ਬਿਖ ਦੀ ਖੱਟੀ ਹੋਊਗੀ, ਬਿਖੇ ਖਾਊਗਾ। ਜਿਹੜੇ ਪੈਸੇ ਦੇ ਕੇ ਭੇਜ ਕੇ ਅਖੰਡ ਪਾਠ ਕਰਾਉਣਗੇ, ਪੈਸੇ ਦੇਣਗੇ, ਪੈਸੇ ਹੀ ਮਿਲ ਜਾਣਗੇ। ਜੋ ਬੀਜਣਗੇ ਉਹੀ ਮਿਲੂਗਾ, ਹੋਰ ਕੀ ਮਿਲੂਗਾ? ਆਇਆ ਨਹੀਂ ਉਹ ਸੋਨਾ ਦਾਨ ਕਰਦਾ ਹੁੰਦਾ ਸੀ ਰਾਜਾ, ਗਾਹਾਂ ਗਿਆ ਉਹਨੂੰ ਸੋਨਾ ਰੱਖਦਾ ਮੂਹਰੇ, ਕਹਿੰਦਾ ਮੈਂ ਕੀ ਕਰਾਂਗਾ? ਜੋ ਮਰਜ਼ੀ ਕਰ, ਜੋ ਦਾਨ ਕੀਤਾ ਉਹੀ ਮਿਲੂ, ਖਾ ਲੈ।
ਬਈ ਸਿਰ ਤੇ ਰੱਖ ਲੈ, ਥੱਲੇ ਰੱਖ ਲੈ, ਕੋਲ ਰੱਖ ਲੈ, ਇਹਦਾ ਨਸ਼ਾ ਰੱਖੀ ਜਾ। ਇਹ ਤਾਂ ਨਿਯਮ ਹੈ ਨਾ, ਜੈਸਾ ਬੀਜੇ ਸੋ ਲੈਣਾ, ਜੈਸਾ ਬੀਜੇ ਸੋ ਲੈਣਾ ਨਿਯਮ ਹੈ। ਜੋ ਮਾਇਆ ਬੀਜੂਗਾ ਮਾਇਆ ਮਿਲ ਜੂਗੀ, ਉਹ ਤਾਂ ਵੇਖ ਹੈ, ਫਿਰ ਵੇਖੱਟੇ ਵੇਖਾਏ। ਜੇ ਇਹੀ ਬੀਜਣੇ ਕੇ ਖਾਣੀ ਹੈ, ਫਿਰ ਗੁਰੂ ਨਹੀਂ ਹੈ ਬੀਜਣ ਨੂੰ ਕਹਿੰਦਾ, ਗੁਰੂ ਨੇ ਨਹੀਂ ਕਿਹਾ ਬੀਜਣ ਨੂੰ। ਵੇਖ ਪੁਨਰ ਉਚਰੇ ਬਾਚ ਬੰਦੀ ਵਿਧਾਨੰ, ਪੁਨਰ ਉਚਰੇ, ਪੁਨਰ ਉਚਰੇ ਬਾਚ ਬੰਦੀ ਵਿਧਾਨੰ। ਹਾਂ, ਪਾਚ ਬੱਦੀ ਨਿਧਾਨ ਪਿੱਛੇ ਕੀ ਸੀ ਪਹਿਲੀ ਬਾਤ? ਪਸਾ ਤਜੀ ਸਰਬ ਆਸਾ ਨਿਰਾਸਨ ਚਿਤਾਨੰ। ਹਾਂ, ਨਿਰਾਸਨ ਚੇਤਨ, ਨਿਰਾਸ਼ਾ ਹੋ ਗਿਆ। ਪੁਨਰ ਉਚਰੇ ਬਾਚ ਬੰਦੀ ਵਿਧਾਨੰ। ਹਾਂ, ਬਸ ਵਿਧੀ ਵਿਧਾਨ। ਹਾਂ, ਤੇਰਾ ਫਿਰ, ਜੋਰ ਰਸਾਵਲ ਛੰਦ, ਹਾਂ, ਸੁਨੋ ਮੋੜ ਰਾਜੰ ਸਦਾ ਸਿੱਧ ਸਾਜੰ, ਕਛੂ ਦੇਹ ਮਤੰ ਕਹੋ ਤੋਏ ਬਤੰ। ਕਹਿੰਦੇ ਵੀ ਹੁਣ ਐ ਕਰ, ਉਹ ਤਾਂ ਮੈਂ ਛੱਡਤਾ ਸਭ ਕੁਝ। ਸੁਨੋ ਮੋੜ ਰਾਜਾ, ਇਹ ਮੋਰੀ ਰਾਜੇ, ਮੈਨੂੰ ਹੁਣ ਕੋਈ ਅਕਲ, ਮੈਨੂੰ ਮਤ ਦੇ ਹੁਣ। ਉਹ ਪਿਛਲੀ ਤਾਂ ਛੱਡਤੀ ਮੈਂ। ਚਲੋ, ਸੁਨੋ ਮੋੜ ਰਾਜੰ। ਜਿੰਨਾ ਕੁ ਮੈਨੂੰ ਤੁਸੀਂ ਗੱਲ ਕਹੀ ਵੀ ਭਾਈ ਇੱਕ ਦੀ ਆਸ ਤੋਂ ਬਿਨਾ ਬਾਕੀ ਬੇਕਾਰ ਹੈ ਸਭ। ਉਹਦੀ ਕਰਮ ਪ੍ਰਾਪਤ ਕਰ ਲੈ, ਉਹਦਾ ਕਿਰਪਾ ਪ੍ਰਾਪਤ ਕਰ ਲੈ, ਫਿਰ ਤੇਰੇ ਸਾਰੇ ਮਸਲੇ ਹੱਲ ਹੋ ਜਾਣਗੇ। ਜੋ ਪ੍ਰਾਪਤੀ ਕਰਨਾ ਹੈ, ਜੋ ਸਾਡਾ ਜ਼ਿੰਦਗੀ ਦਾ ਟਾਰਗੇਟ ਹੈ ਨਾ, ਉਹ ਟਾਰਗੇਟ ਸਭ ਤੋਂ ਵੱਡਾ ਟਾਰਗੇਟ ਹੈ। ਆਹ ਟਾਰਗੇਟ ਨਹੀਂ ਹੈ ਆਪਣਾ ਜਿਹੜਾ ਤੂੰ ਕਰ ਰਿਹਾ, ਇਹ ਟਾਰਗੇਟ ਨਹੀਂ ਹੈ। ਸੁਨੋ ਮੋਹਨ ਰਾਜੰ ਸਦਾ ਸਿੱਧ ਕਾਜ ਸਾਜਨ। ਉਹ ਵਿਨਾਸ਼ੀ ਰਾਜ ਦਾ ਟਾਰਗੇਟ ਹੈ ਉਹ। ਸੁਨੋ ਮੋਹਨ ਰਾਜੰ ਸਦਾ ਸਿੱਧ ਸਾਜੰ, ਸਦਾ ਸਿੱਧ ਸਾਜੰ। ਕਛੂ ਦੇਹ ਮਤੰ ਕਹੋ ਤੋ। ਸਦਾ ਸਿੱਧੀ ਜਿਹੜੀ ਮੇਰੇ ਵਾਸਤੇ ਹੋ ਜਾਏ ਨਾ, ਸਦਾ ਵਾਸਤੇ, ਸਦਾ ਵਾਸਤੇ ਜਿਹੜੀ ਅਕਲ ਮੇਰੇ ਕੋਲ ਰਹੇ, ਪ੍ਰਾਪਤੀ ਹੋਵੇ ਸਿੱਧੀ ਕਛੂ ਦੇਹ ਦੀ, ਮਤੰ। ਉਹ ਜੀ ਮੈਨੂੰ ਮਤ ਦੇ ਹੁਣ। ਕਹੋ ਜਿਹਦੇ ਵਾਸਤੇ ਜਿਹੜੀ ਮੇਰੀ ਸਿੱਧੀ ਹੈ ਨਾ ਹਮੇਸ਼ਾ, ਉਹੀ ਜਿਹੜੀ ਹੈ ਅਵਿਨਾਸ਼ੀ ਰਾਜ ਵਾਲੀ ਗੱਲ, ਵੀ ਜਿਹੜੀ ਅਕਲ ਹਮੇਸ਼ਾ ਵਾਸਤੇ ਮੇਰੇ ਕੋਲ ਰਹੇ ਨਾ, ਉਹ ਦੇ ਹੁਣ। ਇਹ ਤਾਂ ਹੋ ਗਈ ਠਿੱਸ, ਕਛੂ ਦੇਹ ਮਤੰ ਇਹ ਤਾਂ ਪੁੱਠੀ ਗੱਲ ਸੀਗੀ। ਹਾਂ, ਕਛੂ ਦੇਹ ਮਤੰ ਕਹੂੰ ਤੋਹੇ ਬਤੰ। ਤੈਨੂੰ ਮੈਂ ਇਹ ਗੱਲ ਕਹਿਣਾ ਵੀ ਮੈਨੂੰ ਹੁਣ ਤੂੰ ਸਿੱਧਾ ਰਾਹ ਪਾ। ਇਹ ਰਾਹ ਉਲਟਾ ਸੀ, ਜਿਹੜੇ ਮੈਂ ਰਾਹ ਤੁਰਿਆ, ਇਹ ਰਾਹ ਜ਼ਰੂਰ ਉਲਟਾ ਸੀ, ਇਹ ਮੈਨੂੰ ਸਮਝ ਆ ਗਈ। ਜਿਨ੍ਹਾਂ ਨੇ ਮੈਨੂੰ ਪੜ੍ਹਾਈ ਸੀ ਨਾ, ਉਹਨਾਂ ਨੇ ਆਪਣਾ ਦਾਨ ਲੈਣ ਵਾਸਤੇ ਪੜ੍ਹਾਈ ਸੀ। ਪੰਡਤਾਂ ਨੇ ਸਾਰੀ ਪੰਡਤਾਂ ਦੀ ਪੜ੍ਹਾਈ ਹੋਈ ਸੀ ਵੀ ਜਿੰਨਾ ਖਜ਼ਾਨਾ ਖਾਲੀ ਕਰਾ ਲਓ। ਸਾਰੇ ਇਕੱਠੇ ਹੋ ਗਏ ਪੰਡਤ, ਕਰੋੜ ਪੰਡਤ ਨੂੰ ਦਾਨ ਦੇਣਾ। ਮੇਨ ਕਰੋੜੇ ਹੋਣੇ ਨੇ, ਉਹ ਵੀ ਦੋਆਂ ਨੂੰ ਕੋਲੋਂ ਦੇ ਦਿੰਦੇ ਨੇ ਹਿੱਸਾ, ਕਿ ਤੁਹਾਨੂੰ ਵੀ ਦੇ ਦਾਂਗੇ। ਜਿਹਨਾਂ ਛੋਟਿਆਂ ਨੂੰ ਸਾਰੇ ਇੱਕ ਪਾਸੇ ਹੋ ਗਏ। ਉਹ ਆਪਣੇ ਆਪ ਮਿਨਿਸਟਰ ਨਹੀਂ ਕਰ ਲੈਂਦੇ ਗੱਲਾਂ, ਜਾਂ ਖੜਦੇ ਨੇ ਕਿ ਤੈਨੂੰ ਕੀ ਦੇਣਾ, ਤੈਨੂੰ ਕੀ ਦੇਣਾ, ਤੈਨੂੰ ਕੀ ਦੇਣਾ, ਐਵੇਂ ਹੁਣ ਉਹ ਕਰ ਲੈਂਦੇ ਸੀ ਸਾਰੇ ਪੰਡਤ। ਸਾਰਿਆਂ ਨੇ ਇਕੱਠੇ ਹੋ ਕੇ ਜਾਂ ਕਹਿ ਦਿੱਤਾ, ਉਹ ਮੰਨ ਗਿਆ। ਦੋ ਜੋਰ ਜੁਦੰ ਹਠੀ ਪਰਮ ਕ੍ਰੁਦੰ। ਦੋ ਜੋਰ ਜੁਦੰ ਹਠੀ ਪਰਮ ਕ੍ਰੁਦੰ। ਹਾਂ, ਦੋ ਜੋੜ ਜੁਦੰ ਹਟੀ, ਇਹ ਤਾਂ ਦੋਏ ਹਟੀ ਨੇ। ਇਹਦਾ ਜਿਹੜੇ ਚੇਤਰ ਮਨ ਨੇ ਦੋਏ, ਇਹਨਾਂ ਦਾ ਤਾਂ ਨਹੀਂ ਕੋਈ ਇਲਾਜ ਹੈ। ਹਠੀ ਪਰਮ ਕ੍ਰੁਦੰ, ਇਹ ਤਾਂ ਦੋਏ ਹਟੀ ਨੇ। ਇਹਦਾ ਮਤਲਬ ਹੈ ਜੱਦੀ ਸ੍ਰਿਸ਼ਟੀ ਪੈਦਾ ਹੋਈ ਹੈ, ਉੱਤੇ ਆਇਆ ਨਾ ਵੀ ਜਦ ਇਹ ਜਾਂ ਉਹਨਾਂ ਨੇ ਸੱਜੇ ਪਾਸੇ ਪੈਦਾ ਕਰ ਲਿਆ, ਖੱਬੇ ਪਾਸੇ ਉੱਠਦੇ ਹੀ ਜੁੱਜ ਪਏ, ਉੱਠਦੇ ਜੁੱਝ ਪਏ, ਉੱਠਦੇ ਹੀ ਹਟਦੇ ਹੀ ਨਹੀਂ। ਉਹ ਕਹਿੰਦਾ ਇਹਦਾ ਤਾਂ ਕੋਈ ਇਲਾਜ ਨਹੀਂ ਹੈ। ਫਿਰ ਇਹ ਤਾਂ ਜਿੱਤੇ ਨਹੀਂ ਜਾ ਸਕਦੇ, ਇਹਨੂੰ ਕੌਣ ਜਿੱਤੂਗਾ? ਇਹ ਤਾਂ ਜੱਦੇ, ਇਹ ਮੈਂ ਗਏ ਤਾਂ ਜੱਦੇ ਹੀ ਨੇ। ਉਹ ਆਪਣੇ ਅੰਦਰ ਵੀ ਉਹੀ ਲੜਾਈ ਹੈ, ਉਹ ਤਾਂ ਅੰਦਰ ਦਿਖਾਇਆ ਤੇਰੇ ਵੀ ਤੇਰੇ ਅੰਦਰ ਵੀ ਆ ਸਾਰਿਆਂ ਦੇ ਇਹੀ ਲੜਾਈ ਹੈ। ਜਿਹੜੇ ਬੈਠੇ ਹੋ ਚੁੱਪ ਕਰੇ ਹੀ ਬੈਠੇ ਨੇ, ਇਹ ਡਰਦੇ ਹੀ ਬੈਠੇ ਨੇ, ਡਰਦਾ ਹੀ ਹਰ ਕਰਦੇ ਨੇ। ਤੈਨੂੰ ਕੋਈ ਨਹੀਂ ਹਰ ਮੰਨਦਾ, ਇਹ ਉੱਚਾ ਮੰਨਦਾ ਰਾਜਾ, ਕੋਈ ਡਰ ਹੈ ਬਸ ਬੰਦੇ। ਹਾਂਜੀ, ਸਦਾ ਜਾਪ ਕਰਤਾ ਸਭੇ ਸਿੰਧ ਹਰਤਾ। ਸਦਾ ਜਾਪ ਕਰਤਾ ਸਭੇ ਸਿੰਧ ਹਰਤਾ। ਸਭੇ ਸਿੰਧ ਹਰਤਾ। ਅਰੀਲੇ ਅਰਾਰੇ ਹਠੀਲੇ ਜੁਝਾਰੇ, ਕਟੀਲੇ ਕਰੂਰੰ ਕਰੇ ਛਤਰ ਚੂਰੰ।
ਇਹ ਤਾਂ ਬੜੇ ਹਠੀਲੇ ਨੇ, ਰੀਲੇ ਰਾਲੇ, ਅੜੀਅਲ ਨੇ, ਮੰਨਦਾ ਹੀ ਨਹੀਂ ਕੋਈ, ਪੁੱਛਦਾ ਹੀ ਨਹੀਂ ਕੋਈ ਕਿਸੇ ਗੱਲ ਤੇ। ਹਠੀਲੇ ਜੁਝਾਰੇ, ਹਠੀਲੇ ਨੇ, ਜੁਝਾਰੇ ਨੇ, ਇਹ ਤਾਂ ਕਿਸੇ ਦੀ ਮੰਨਦੇ ਹੀ ਨਹੀਂ ਸਾਰੇ ਸੰਸਾਰ ਨੂੰ ਆਪਣੇ। ਅੱਜ ਤਾਂ ਇਹ ਦੋਏ ਸੁਲ੍ਹਾ ਕੌਣ ਕਰਾਵੇ? ਸੁਲ੍ਹਾ ਤਾਂ ਉਹ ਕਰਾਵੇ ਜਿਹਦੇ ਅੰਦਰ ਆਪਣੀ ਲੜਾਈ ਨਾ ਹੋਵੇ। ਸੁਲ੍ਹਾ ਕੌਣ ਕਰਾਵੇ? ਸੁਲ੍ਹਾ ਤਾਂ ਗੁਰਮੁਖ ਕਰਾਉਂਦਾ। ਫਿਰ ਕਟੀਲੇ ਕਰੂਰੰ ਕਰੇ ਸ਼ਤਰੂ ਚੂਰੰ, ਕਟੀਲੇ ਬਹੁਤ ਜਿਹੜੇ ਕਰੂਰ ਨੇ, ਭਿਆਨਕ ਲੋਕ ਨੇ, ਉਹਨਾਂ ਨੂੰ ਵੀ ਕੱਟਣ ਵਾਲੇ ਨੇ ਇਹ, ਉਹਨਾਂ ਦੀ ਵੀ ਨਹੀਂ ਮੰਨਦੇ। ਉਹਨਾਂ ਦੇ ਅੰਦਰ ਵੀ ਇਹੀ ਯਾਰੀ ਚੱਲਦੀ ਹੈ ਇਹਨਾਂ ਦੀ। ਉਹ ਕਟੀਲੇ ਕਰੂਰੇ ਕਰੇ ਸ਼ਤਰੂ ਚੂਰੰ, ਆਪਣੇ ਜਿਹੜਾ ਇਹਨਾਂ ਦੇ ਖਿਲਾਫ ਚੱਲਦਾ ਨਾ, ਇਹਨਾਂ ਦੀ ਖਿਲਾਫਤ ਕਰ ਉਹਨੂੰ ਜ਼ੋਰ ਕਰ ਦਿੰਦੇ ਨੇ, ਉਹਦੇ ਦੋ ਫਾੜ ਕਰ ਦਿੰਦੇ ਨੇ। ਇਹ ਨਹੀਂ ਹਟਦੇ ਹਨ, ਇਹਨਾਂ ਦਾ ਨਹੀਂ ਕੋਈ ਇਲਾਜ ਹੈਗਾ। ਇਹ ਮੈਂ ਦੇਖ ਲਿਆ ਵੀ ਇਹ ਨਹੀਂ ਜਿੱਤੇ ਜਾਣੇ ਦੋਏ ਮੇਤੇ। ਮਨ ਸਮਝਾ ਬਣਕਾਰ ਨੇ ਕਛੂ ਕੋੜੀ ਹੈ ਗਿਆਨ, ਉਹ ਕਹਿੰਦਾ ਜੇ ਉਹ ਗਿਆਨ ਹੈ ਤੂੰ ਦੇ ਮਤ ਹੁਣ ਮੈਨੂੰ, ਕਛੂ ਦੇ ਇਹ ਨਹੀਂ ਹੈਗੇ ਮੈਨੂੰ ਤੂੰ ਮਤ ਦੇ ਵੀ ਇਹਨਾਂ ਦਾ ਇਲਾਜ ਕੀ ਹੈ। ਇਹ ਇਲਾਜ ਨਹੀਂ ਹੈਗਾ, ਇਹਨਾਂ ਦਾ ਨਹੀਂ ਹੈ। ਹੁਣ ਮੈਂ ਦੇਖ ਲਿਆ ਵੀ ਇਹਨਾਂ ਦਾ ਨਹੀਂ ਇਲਾਜ ਕੋਈ। ਹਾਂ, ਤੇਰਾ ਜੋਰ ਚੌਪਈ, ਹਾਂਜੀ, ਜੋ ਇਨ ਜੀਤ ਸਕੋ ਨਹਿ ਭਾਈ, ਤਉ ਮੈਂ ਜੋਰ ਚਤਾਹੀ ਜਰਾਈ। ਇੱਕ ਗੱਲ ਹੈਗੀ ਹੈ ਤਉ ਮੈਂ ਜਰੋਂ ਚਤਾਹੀ ਜਰਾਈ, ਵੀ ਜੇ ਹੁਣ ਮੈਂ ਨਾ ਜਿੱਤ ਸਕਿਆ ਨਾ, ਤੂੰ ਮੈਨੂੰ ਦੱਸੇਗਾ ਵਿਧੀ, ਤੂੰ ਦੱਸੇਗਾ ਮੈਂ ਜਿੱਤੂਗਾ ਉਸ ਵਿਧੀ ਨਾਲ। ਵੀ ਜੇ ਮੈਂ ਨਾ ਜਿੱਤ ਸਕਿਆ ਫਿਰ ਮੈਂ ਚਿਤਾ ਜਲਾ ਲੈਣੀ ਹੈ, ਮੈਂ ਜਰੋਂ ਚਤਾਹੀ ਜਰਾਈ। ਬਾਅਦ ਚਿਤਾ ਜਲਾ ਕੇ ਮਰੂਗਾ, ਫਿਰ ਹੋਰ ਨਹੀਂ ਕੋਈ ਇਲਾਜ ਹੈਗਾ। ਜੋ ਇਨ ਜੀਤ ਸਕੋ ਨਹਿ ਭਾਈ, ਜੇ ਮੈਂ ਨਾ ਜਿੱਤ ਸਕਿਆ ਹੁਣ ਮੈਂ ਆਪਣਾ ਆਪੇ ਸਾੜ ਲੈਣਾ। ਜੇ ਨਾ ਜਿੱਤ ਸਕਿਆ ਹੁਣ ਮੈਂ ਰਾਜਿਆਂ ਦਾ ਨਹੀਂ, ਦੂਜਿਆਂ ਨੂੰ ਨਹੀਂ ਮਾਰਨਾ, ਆਪਣਾ ਆਪ ਮਾਰੂਗਾ। ਆਪਣੇ ਬੰਦੇ ਮਾਰਨ ਦੀ ਗੱਲ ਆ ਗਈ। ਹੁਣ ਆਪ ਨੂੰ ਮਾਰਨਾ। ਮਨ ਜੀਤੇ ਜਗ ਜੀਤ ਵਾਲੇ ਪਾਸੇ ਆ ਗਿਆ ਇੱਧਰ। ਮੈਂ ਇਹ ਤਾਂ ਫਿਰ ਮਤਲਬ ਇਹ ਸੀ ਵੀ ਜੇ ਆਪਣਾ ਆਪ ਮੈਂ ਬਣੇ ਜਿੱਤਦਾ, ਆ ਜਿੱਤਣ ਦੀ ਕੀ ਲੋੜ ਪਈ ਸੀ? ਇਹਨਾਂ ਦਾ ਵੀ ਮਨ ਜਿੱਤਿਆ ਜਾਣਾ ਸੀ ਫਿਰ ਸਾਰਿਆਂ ਦਾ। ਇਹਨਾਂ ਨੂੰ ਮਾਰ ਕੇ ਨਹੀਂ ਜਿੱਤਿਆ ਜਾ ਸਕਦਾ, ਇਹਨਾਂ ਨੂੰ ਤਾਰ ਕੇ ਜਿੱਤਿਆ ਜਾ ਸਕਦਾ ਹੈ। ਸੰਸਾਰ ਨੂੰ ਮਾਰਨ ਵਾਲੇ ਨਹੀਂ ਜਿੱਤ ਸਕੇ ਸੰਸਾਰ ਨੂੰ ਤਾਰਨ ਵਾਲੇ ਸੰਸਾਰ ਨੂੰ ਜਿੱਤ ਸਕੇ ਨੇ। ਜਿਨ੍ਹਾਂ ਨੇ ਸੰਸਾਰ ਤਾਰਿਆ ਉਹਨਾਂ ਨੇ ਸੰਸਾਰ ਜਿੱਤਿਆ, ਜਿਨ੍ਹਾਂ ਨੇ ਸੰਸਾਰ ਮਾਰਿਆ ਸੰਸਾਰ ਨਹੀਂ ਜਿੱਤਿਆ। ਉਹਨਾਂ ਨੇ ਮਾਰਨ ਵਾਲਿਆਂ ਦੀ ਬਦਨਾਮੀ ਹੋਈ ਹੈ ਸੰਸਾਰ 'ਚ, ਉਦੋਂ ਵੀ ਹੋਈ ਹੈ, ਬਾਅਦ 'ਚ ਵੀ ਹੋਈ ਹੈ। ਤਾਰਨ ਵਾਲਿਆਂ ਦੀ ਨਾ ਉਦੋਂ ਬਦਨਾਮੀ ਹੋਈ ਹੈ, ਨਾ ਬਾਅਦ 'ਚ ਹੋਈ ਹੈ। ਉਦੋਂ ਜਿਹੜੇ ਬਦਨਾਮੀ ਕਰਦੇ ਸੀ, ਦਬੀ ਆਵਾਜ਼ 'ਚ ਜਿਹੜੇ ਲੋਕ ਸੀ ਉਹਨਾਂ ਨੂੰ ਬੁਰਾ ਸਮਝਦੇ ਸੀ, ਚਾਹੇ ਡਰਦੇ ਨਹੀਂ ਸੀ ਬੋਲਦੇ, ਪਰ ਅੰਦਰੋਂ ਨਹੀਂ ਸੀ ਚੰਗਾ ਸਮਝਦੇ। ਜਦੋਂ ਕਬੀਰ ਦੇ ਜਾਂ ਨਾਮਦੇਵ ਨੂੰ ਹਾਥੀ ਅੱਗੇ ਸਿੱਟਿਆ ਤਾਂ ਪਬਲਿਕ ਜੁੜੀ ਖੜੀ ਹੋ ਸੀ। ਨਾਮਦੇਵ ਤਾਂ ਖਤਰ ਕਹਿੰਦੀ ਸੀ ਵੀ ਬਰਾਬਰ ਸੋਨਾ ਦੇ ਦਿੰਦੇ ਅਸੀਂ, ਕਿਉਂ ਕਰਦਾ ਤੂੰ ਇਹ ਕੰਮ? ਇਹਦਾ ਮਤਲਬ ਲੋਕ ਨਹੀਂ ਸੀ ਚਾਹੁੰਦੇ। ਦੁਨੀਆ ਪਲਟ ਜਾਂਦੀ ਹੁੰਦੀ ਹੈ। ਸਾਹਿਬਜ਼ਾਦੇ ਸ਼ਹੀਦ ਕੀਤੇ ਨੇ, ਪਬਲਿਕ ਨੇ ਨਹੀਂ ਚੰਗਾ ਸਮਝਿਆ, ਬੁਰਾ ਸਮਝਿਆ। ਕੁਝ ਆਦਮੀ ਸੀ ਜਿਹੜੇ ਜਿਨ੍ਹਾਂ ਦਾ ਇੰਟਰਸਟ ਸੀ ਇਸ ਗੱਲ ਦੇ ਵਿੱਚ। ਮੈਂ ਇਨ ਕਹਿ ਮੁਨੀ ਜੀਤ ਨ ਸਕਾ, ਅਬ ਮੁਰ ਬਾਲ ਪੌਰਕ ਸਭ ਥਾਕਾ। ਹੇ ਮੁਨੀ, ਮੈਂ ਹੁਣ ਤਾਈਂ ਤਾਂ ਇਹਨਾਂ ਨੂੰ ਜਿੱਤ ਨਹੀਂ ਸਕਿਆ, ਹੁਣ ਮੇਰੇ 'ਚ ਹਿੰਮਤ ਨਹੀਂ ਰਹੀ ਇਹਨਾਂ ਨੂੰ ਜਿੱਤਣ ਦੀ। ਅਬ ਮੁਰ ਬਲ ਪੋਰਕ ਸਭ ਥਾਕਾ, ਮੇਰਾ ਤਾਂ ਬੁੱਧ ਬਲ ਥੱਕ ਗਿਆ। ਹੁਣ ਮੈਂ ਤਾਂ ਹੋਰ ਪਾਸੇ ਲੱਗਿਆ ਰਿਹਾ, ਸਾਰੀ એનર્ਜੀ ਤਾਂ ਦੂਏ ਪਾਸੇ ਵੇਸਟ ਹੋ ਗਈ, ਸਾਰੀ એનર્ਜੀ ਦੂਏ ਪਾਸੇ ਵੇਸਟ ਹੋ ਗਈ। ਅਬ ਮੁਰ ਬਲ ਪੌਰਕ ਸਭ ਥਾਕਾ। ਹਾਂ, ਮੇਰਾ ਜਿਹੜਾ ਸ਼ਕਤੀ ਸੀ, ਬੁੱਧ ਬਲ ਸੀ, ਜਿਹੜੀ ਮੇਰੀ ਹਿੰਮਤ ਸੀ, ਪੌਰਕ ਹਿੰਮਤ ਨੂੰ ਕਹਿੰਦੇ ਨੇ, ਹਿੰਮਤ ਮੇਰੀ ਥੱਕ ਗਈ, ਮੇਰਾ ਦਿਲ ਟੁੱਟ ਗਿਆ। ਹੁਣ ਨਹੀਂ ਮੈਂ ਐਸ ਭਾਂਤ ਮਨ ਵਿੱਚ ਵਿਚਾਰਾ, ਇਸ ਤਰੀਕੇ ਨਾਲ ਮਨ ਦੇ ਵਿੱਚ ਵਿਚਾਰ ਕੇ ਉਹਨੇ ਪ੍ਰਗਟੋ ਸਭਾ ਸਭ ਸੁਣਤ ਉਚਾਰਾ। ਸਾਰਿਆਂ ਨੂੰ ਫਿਰ ਪਹਿਲਾਂ ਤਾਂ ਅੰਦਰ ਵਿਚਾਰੀ ਹੈ ਆਪਣੀ ਗੱਲ, ਇਹ
ਫਿਰ ਉਹਨੇ ਖੋਲ ਕੇ ਦੱਸੀ ਲੋਕਾਂ ਨੂੰ ਬੋਲ ਕੇ, ਹਾਂ ਮੈਂ ਬੜ ਭੂਪ ਵੱਡੋ ਬਰਿਆਰੂ। ਮੈਂ ਬਹੁਤ ਬੜਾ ਰਾਜਾ ਸੀ, ਬਹੁਤ ਬੜਾ ਬਰਿਆਰ, ਵੱਡੋ ਬਰਿਆਰੂ। ਬੜਾ ਬਰਿਆਰ ਹਾਂ। ਮੈਂ ਜੀਤਿਓ ਇਹ ਸਭ ਸੰਸਾਰੂ। ਮੈਂ ਇਹ ਸੰਸਾਰ ਸਾਰਾ ਜਿੱਤ ਲਿਆ। ਹਾਂ। ਜਿਨੇ ਮੋਕੋ ਇਹ ਬਾਤ ਬਤਾਈ। ਪਰ ਜਿਹਨੂੰ ਮੈਨੂੰ ਇਹ ਗੱਲ ਦੱਸੀ ਸੀ ਨਾ ਸੰਸਾਰ ਜਿੱਤਣ ਦੀ, ਤੇ ਰਾਹ ਪਾਇਆ ਸੀ, ਤਿੰਨ ਮੋਹ ਜਾਨ ਠਗੌਰੀ ਲਾਈ। ਉਹਨੇ ਮੈਨੂੰ ਠੱਗੀ ਮਾਰੀ ਸੀ, ਮੈਨੂੰ ਉਲਟੀ ਗੱਲ ਦੱਸੀ ਸੀ ਉਹਨੇ। ਮੈਂ ਸੰਸਾਰ ਜਿੱਤ ਲਿਆ, ਪਰ ਜਿਹਨੇ ਮੈਨੂੰ ਇਹ ਸਲਾਹ ਦਿੱਤੀ ਸੀ ਉਹਨੇ ਠੱਗੀ ਮਾਰੀ ਸੀ। ਇਹ ਹੁਣ ਪਤਾ ਲੱਗਿਆ, ਬਿਲਕੁਲ ਉਲਟੇ ਰਸਤੇ ਪਾਇਆ ਸੀ ਉਹਨੇ ਮੈਨੂੰ। ਹੁਣ ਮੈਨੂੰ ਸਮਝ ਆਈ ਇਹ ਗੱਲ ਦੀ, ਉਹਨੇ ਤਾਂ ਮੈਨੂੰ ਉਲਟੇ ਰਸਤੇ ਪਾਤਾ ਸੀ। ਕੌਣ ਕਹਿ ਰਿਹਾ? ਰਾਜਾ ਇੱਕ ਕਹਿ ਰਿਹਾ ਜਿਹਨੇ ਸੰਸਾਰ ਜਿੱਤਿਆ ਹੋਇਆ, ਉਹ ਕਹਿ ਰਿਹਾ ਮੈਂ ਬਰਿਆਰੂ। ਅਸੀਂ ਕਿਹੜੇ ਰਸਤੇ ਜਾ ਰਹੇ ਮੈਂ ਹਾਂ? ਜੀਤੂ ਇਹ ਸਭ ਸੰਸਾਰ। ਅਸੀਂ ਕਿਹੜੇ ਰਸਤੇ ਜਾ ਰਹੇ ਹਾਂ? ਪੰਜਾਬੀ ਸੂਬਾ ਬਣਾਉਣ ਵਾਲੇ ਰਸਤੇ, ਸਿੱਖ ਹੋ ਕੇ ਖਾਲਿਸਤਾਨ ਵਾਲੇ ਰਸਤੇ। ਆਹ ਕੌਣ ਹੈ? ਮੈਂ ਵੱਡ ਭੂਪ ਵੱਡੋ ਬਰਿਆਰੂ। ਜਿਨ੍ਹਾਂ ਨੇ ਇਹ ਕੰਮ ਕਰਨੇ ਤੇ ਉਹਨਾਂ ਨੇ ਕਿਹਾ ਇਹਨੂੰ ਉਠਾ ਦਿਓ ਪਰੇ, ਇਹ ਰਾਹ ਦਾ ਰੋਡ ਹੈ, 10 ਗ੍ਰੰਥ ਰਾਹ ਦਾ ਰੋਡ ਹੈ। ਆਹੋ, ਇਹਨੂੰ ਇੱਥੋਂ ਚੱਕ ਦਿਓ, ਇਹ ਰੌਲਾ ਪਾ ਦਿਓ। 10 ਪਾਸ਼ਾ ਦਾ ਹੈ ਹੀ ਨਹੀਂ, ਰੌਲਾ ਉਹੀ ਪਾ ਰਹੇ ਤੇ ਇਹਦੇ ਖਿਲਾਫ ਹੋਰ ਕੌਣ ਪਾ ਰਿਹਾ ਸੀ? ਅਕਾਲੀ ਫੂਲਾ ਸੀ, ਉਹਨੇ ਨਹੀਂ ਲਈ ਕੋਈ ਪੋਸਟ, ਨਹੀਂ ਅਸੀਂ ਰਾਜੀ ਸੀ ਰਾਜ ਦੇ ਵਿੱਚ। ਜੇ ਕੋਈ ਬਣਦਾ ਕਹਿੰਦਾ ਸੀ ਮੈਂ ਬਿਸਲ ਬਣਦਾ, ਬਾਣਾ ਲਾ ਦੇ। ਜੱਦਾ ਇਹਨਾਂ ਨੂੰ ਪਤਾ ਸਾਡਾ, ਇਹਨਾਂ ਨੇ ਨਹੀਂ ਰਾਜ ਕਰਨਾ, ਨਹੀਂ ਕਰਨ ਦੇਣਾ। ਜਿੱਦਣ ਲੋਕਾਂ ਨੂੰ ਦੱਸਤਾ ਵੀ ਰਾਜ ਨਹੀਂ ਹੈ ਸਿੱਖੀ 'ਚ, ਸਾਡਾ ਪੱਠਾ ਬਹਿ ਜਾਊਗਾ। ਲੋਕਾਂ ਨੂੰ ਤਾਂ ਹੋਰ ਕੋਈ ਦੱਸਿਆ ਹੈ ਇਹਨਾਂ ਨੇ। ਮੀਰੀ ਪੀਰੀ ਦਾ ਰੌਲਾ ਪਾਇਆ। ਦੱਸੋ ਕਿੱਥੇ ਮੀਰੀ ਪੀਰੀ ਲਿਖੀ ਹੋਈ? ਸਾਬਤ ਕਰਨ ਕਿੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ? ਕਿਤੇ ਵੀ ਦੱਸਣ ਮੀਰੀ ਪੀਰੀ ਕੀ ਹੁੰਦੀ ਹੈ? ਝੂਠੇ ਬੋਲਿਆ ਤੁਸੀਂ ਸਾਰਾ। ਕਦੋਂ 6ਵੇਂ ਪਾਤਸ਼ਾਹ ਆਏ ਸੀ ਦਰਬਾਰ ਸਾਹਿਬ 'ਚ? ਸਾਬਤ ਕਰਕੇ ਦਿਖਾਉਣੇ ਇਤਿਹਾਸ 'ਚ। ਨਿਰੇ ਝੂਠ ਤੇ ਸਭ ਕੁਝ ਖੜਾ ਹੈ। ਇਹ ਦਵੈ ਵੀਰ ਵੱਡੇ ਬਰਿਆਰਾ, ਇਨ ਜੀਤੇ ਜੀਤੋ ਸੰਸਾਰਾ। ਇਹ ਦੋਏ ਵੀਰ ਬੜੇ ਬਰਿਆਰ ਨੇ, ਚਿੱਤਰਪੁਰ ਬੁੱਧੀ ਨੇ ਦੋਏ ਜਿੱਤਣੇ ਨੇ। ਅਸਲ 'ਚ ਤੁਹਾਨੂੰ ਸਮਝਾ ਲਿਆ, ਇੱਕ ਕਰਤੇ ਜਿੱਤੇ ਗਏ। ਪਹਿਲਾਂ ਤਾਂ ਚਿੱਤ ਨੂੰ ਬਣਾਉਣਾ ਬੁੱਧੀ ਨੇ ਵੀ ਇਹ ਗੁਰੂ ਦੀ ਗੱਲ ਮੰਨੋ। ਚਿੱਤ ਮੰਨ ਗਿਆ, ਮਨ ਤਾਂ ਮੰਨਿਆ ਹੋਇਆ ਹੀ ਆ। ਉਹ ਚਿੱਤ ਦਾ ਹੀ ਮਨ ਹੈ, ਮੰਨਦਾ ਤਾਂ ਉਹ ਨਹੀਂ ਹੈ। ਇੱਕੋ ਯਾਦ ਉਹ ਨਹੀਂ ਹਨ। ਆਹੋ, ਜਿਹਨੇ ਇਹ ਜਿੱਤ ਲਏ, ਜਿਹੜੀ ਬੁੱਧੀ ਨੇ, ਉਹਨੇ ਸਾਰਾ ਸੰਸਾਰ ਜਿੱਤ ਲਿਆ। ਇਹ ਜੀਤੇ ਜੀਤੋ ਸੰਸਾਰਾ, ਜੀਤੋ ਸੰਸਾਰ। ਅਬ ਮੋਤੇ ਈ ਜਿਣ ਜਾਈ, ਕਹੇ ਮੁਨੀ ਮੋਏ ਕਥਾ ਸਮਝਾਈ। ਹੁਣ ਮੈਂ ਤੋਂ ਨਹੀਂ ਇਹ ਜਿੱਤ ਹੁੰਦੇ, ਮੈਂ ਤੋਂ ਨਹੀਂ ਇਹ ਜਿੱਤ ਹੋਣੇ। ਹੁਣ ਮੈਂ ਤਾਂ ਇਹਨਾਂ ਜਿਨ ਜਾਈ, ਹਾਂ ਹੁਣ ਨਹੀਂ ਮੇਤੇ ਜਿੱਤ ਹੋਣੇ। ਕਹੇ ਮੋਏ ਮੁਨੀ ਮੋਏ। ਹੁਣ ਮੈਨੂੰ ਸਮਝਾ ਹੈ, ਮੈਂ ਜਿੱਤਾਂ ਕੀ ਕਰਾਂ? ਹੁਣ ਤਾਂ ਮੈਂ ਤਾਂ ਉਲਟੇ ਰਾਹ ਪਾਤਾ ਕਿਸੇ ਨੇ। ਮੈਂ ਤਾਂ ਬਹੁਤ ਦੂਰ ਚਲਾ ਗਿਆ ਛੱਡ ਕੇ। ਹਾਂ, ਉਦੋਂ ਮੈਂ ਇਸ ਰਸਤੇ ਪੈ ਜਾਂਦਾ ਜਿੱਤਣ, ਫੇਰ ਗੱਲ ਹੋਰ ਸੀ। ਮੇਰਾ ਤਾਂ 10ਵੇਂ ਆਕਾਸ਼ ਉਹਨਾਂ ਨੇ ਚੜਾਤਾ ਦਿਮਾਗ ਉੱਪਰ ਨੂੰ। ਹੰਕਾਰ ਦੇ ਵਿੱਚ ਚੋਟੀ ਤੇ ਚਲਾ ਗਿਆ ਮੈਂ ਤਾਂ। ਹੁਣ ਤਾਂ ਮੈਂ 1.25 ਲੱਖ ਰਾਜੇ ਦੀ ਬਲੀ ਦੇਣੀ ਹੈ। ਮੇਰੇ ਵਰਗਾ ਕੋਈ ਹੋਵੇ ਹੀ ਨਾ। ਦੱਤਾਤਰੇय ਦਾ ਨਾਂ ਹੈ ਮੈਂ ਮਿਟਾ ਦੇਣਾ, ਮੇਰੇ ਆਪਣੇ ਨਾਂ ਤੇ ਚਲਾਉਣਾ। ਉਹ ਜੇ ਦੱਤਾਤਰੇय ਦੇ ਬਾਅਦ ਦੇ ਵਿੱਚ ਮੰਨਣ ਵਾਲੇ ਦਿਸ਼ਾਹੀਨ ਹੋ ਗਏ ਤਾਂ ਦੱਤ ਦਾ ਕਸੂਰ ਹੈ। ਜੇ ਸਿੱਖ ਅੱਜ ਦਿਸ਼ਾਹੀਨ ਹੋ ਗਏ ਜਾਣ ਬੁੱਝ ਕੇ ਜਾਂ ਗਲਤੀ ਨਾਲ, ਕੁਝ ਗਲਤੀ ਨਾਲ ਹੋ ਗਏ, ਕੁਝ ਜਾਣ ਬੁੱਝ ਕੇ ਹੋਏ, ਤਾਂ ਗੁਰੂਆਂ ਦਾ, ਗੁਰਬਾਣੀ ਦਾ ਕਸੂਰ ਹੈ। ਇਹ ਗੁਰਬਾਣੀ ਦਾ ਤਾਂ ਕੋਈ ਕਸੂਰ ਨਹੀਂ ਇਹਦੇ 'ਚ, ਗੁਰੂਆਂ ਦਾ ਜਾਂ ਭਗਤਾਂ ਦਾ ਤਾਂ ਕੋਈ ਕਸੂਰ ਨਹੀਂ ਇਹਦੇ 'ਚ। ਰਸਤਾ ਇਹ ਤਾਂ ਦੱਸਿਆ ਤੁਸੀਂ, ਇਹ ਰਸਤਾ ਤੁਸੀਂ ਫੜ ਲਓ। ਜੇ ਉਹ ਗਲਤ ਨੇ, ਤੁਸੀਂ ਰਸਤਾ ਸਿੱਧਾ ਫੜ ਲਓ ਆਪ। ਮਤਭੇਦ ਥੋੜਾ ਸਿੱਖਾਂ ਨਾਲ ਹੋ ਸਕਦਾ, ਉਲਟ ਦਿਸ਼ਾ ਨਾਲ ਜਾਣ ਵਾਲਿਆਂ ਨਾਲ ਹੋ ਸਕਦਾ। ਗੁਰਬਾਣੀ ਨਾਲ ਕਾਹਦਾ ਮਤਭੇਦ ਹੈ?
ਪਰ ਉਹ ਤਾਂ ਗੁਰਬਾਣੀ ਤੇ ਅਟੈਕ ਕਰ ਰਹੇ ਨੇ। ਜਿਹੜੇ ਗੁਰਬਾਣੀ ਤੇ ਅਟੈਕ ਕਰ ਰਹੇ ਨੇ, ਗ੍ਰੰਥਾਂ ਤੇ ਅਟੈਕ ਕਰ ਰਹੇ ਨੇ, ਇਹ ਕੌਣ ਨੇ? ਸਵਾਲ ਇਹ ਹੈ। ਹਾਂ, ਆਪਸ ਵਿੱਚ ਹੀ ਕੋਈ ਮਤਭੇਦ ਹੋ ਸਕਦਾ ਸਾਡਾ, ਆਪਸ ਵਿੱਚ ਹੀ ਮਤਭੇਦ ਹੈ। ਤਾਂ ਗੁਰਬਾਣੀ ਤੇ ਆ ਕੇ ਦੇਖਣਾ ਗੁਰਬਾਣੀ ਕੀ ਕਹਿੰਦੀ ਹੈ, ਇਹਦੇ ਤੇ ਆ ਕੇ ਇੱਕ ਹੋ ਸਕਦਾ। ਪਰ ਜਿਹੜੇ ਗੁਰਬਾਣੀ ਤੇ ਅਟੈਕ, ਗੁਰੂ ਤੇ ਅਟੈਕ ਕਰਦੇ ਨੇ, ਉਹ ਕੌਣ ਨੇ? ਉਹ ਕਿਵੇਂ, ਕੀ ਗਰਾਊਂਡ ਆ ਉਹਨਾਂ ਕੋਈ ਕਹਿਣ ਦੀ ਅਸੀਂ ਸਿੱਖਾਂ? ਉਹ ਸਿੱਖ ਨਹੀਂ ਆਣ, ਉਹ ਕੁਛ ਹੋ ਰਹੇ ਨੇ। ਉਹ ਤੇ ਕਿਵੇਂ ਹੋ ਗਏ? ਉਹ ਤਾਂ ਗੁਰੂ ਦੇ ਹੀ ਖਿਲਾਫ ਖੜੇ ਹੋ ਗਏ। ਸਾਬਤ ਕਰੋ ਹੈ ਯਾ ਤੁਸੀਂ ਹੁਣ ਸਾਬਤ ਕਰੋ ਵੀ ਬਾਣੀ ਇਹ ਗ੍ਰੰਥ ਨਹੀਂ ਲਿਖਿਆ ਇਹਦਾ ਸੰਭਾਸ਼ਾ ਦਾ। ਉਹ ਤੁਸੀਂ ਪੜ੍ਹਿਆ ਨਾ, ਲੈਣ ਨਾ ਦੇਣ ਕਿਸੇ ਦੇ ਕਹੇ ਤੇ, ਕਿਉਂਕਿ ਪਿੱਛੋਂ ਤੇ ਹੈ ਨਾ ਖਿਲਾਫਤ। ਇਹ ਜਿਹੜੇ ਸੈਂਟਰ ਸੀ ਗੁਰੂ ਘਰ ਦੇ ਖਿਲਾਫ ਸੀ ਪਹਿਲਾਂ ਤੇ, ਇਹ ਉਹਨਾਂ ਦੀ ਔਲਾਦ ਨੇ। ਇਹ ਜਿਹੜੇ ਗੁਰੂ ਘਰ ਦੇ ਖਿਲਾਫ ਸੀ ਪਹਿਲਾਂ ਤੇ ਖੜੇ, ਉਹਨਾਂ ਦੀ ਔਲਾਦ ਨੇ ਇਹ ਸਾਰੇ। ਅਸੀਂ ਦੋਆਂ ਦੀਆਂ, ਇਹਨਾਂ ਨਾਲ ਸਾਡਾ ਪੰਜਾ ਪੈਣਾ ਹੀ ਹੈ। ਅਸੀਂ ਅਸਲੀਆਂ ਚੋਂ, ਨਕਲੀ ਇਹ ਵਿਰੋਧੀਆਂ ਚੋਂ ਨੇ। ਸਿੱਧੇ ਹੋ ਕੇ ਕਹਿਣ ਵੀ ਅਸੀਂ ਵਿਰੋਧੀਆਂ ਚੋਂ, ਗੱਲ ਖਤਮ ਹੋਈ। ਲੁਕਦੇ ਕਾਹਦੇ ਨੇ? ਉਹ ਗੁਰੂ ਵਾਲੇ ਵੀ ਬਣਦੇ ਨੇ, ਵਿਰੋਧ ਵੀ ਕਰਦੇ ਨੇ। ਲਕੀਰ ਕੱਢ ਕੇ ਆਓ ਤੁਸੀਂ, ਮੈਦਾਨ 'ਚ ਵਿਰੋਧ 'ਚ ਆਓ, ਖੜੇ ਹੋ ਜਾਓ। ਅਸੀਂ ਕਦ ਕਹਿੰਦੇ ਨਾ ਹੋਵੋ। ਉਹ ਕਹਿਣ ਨੂੰ ਅਸੀਂ ਗੁਰੂ ਦੇ ਸਿੱਖਾਂ, ਕਰਦੇ ਹੋ ਤੁਸੀਂ ਵਿਰੋਧ। ਉਹ ਜੀ ਦੋ ਬਾਣੀਆਂ ਨਹੀਂ ਪੜ੍ਹੀਆਂ, ਕਿਹੜੀ ਬਾਣੀ ਪੜ੍ਹੀ ਹੈ? ਇਹ ਸਿੱਖੀ ਦੀ ਗੱਲ ਹੈ ਜੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਨਾਲ ਆ ਕਿਉਂ ਨਹੀਂ ਲਿਖੀ? ਮਰਜ਼ੀ ਅਗਲੇ ਦੀ ਨਹੀਂ ਲਿਖੀ, ਤੁਸੀਂ ਠੇਕੇਦਾਰ ਹੋ। ਗੁਰੂ ਦੀ ਮਰਜ਼ੀ ਹੈ, ਉਹਨੇ ਲਿਖੀ ਨਾ ਲਿਖੀ, ਤੁਸੀਂ ਕੌਣ ਹੁੰਦੇ ਹੋ ਕਹਿਣ ਵਾਲੇ? ਗੁਰੂ ਦੀ, ਜੋ ਗੁਰੂ ਨੇ ਕਰਤਾ ਉਹ ਅਸੀਂ ਮੰਨਣਾ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਗੁਰੂ ਨੇ ਕੀ ਕੀਤਾ ਕੀ ਨਹੀਂ ਕੀਤਾ, ਤੁਹਾਨੂੰ ਕੀ ਮਤਲਬ ਇਸ ਗੱਲ ਦਾ? ਸਿੱਖੀ ਸੁੱਖੀ ਨਹੀਂ ਆਇਆ। ਉਹ ਵਿਰੋਧੀ ਨੇ, ਅੰਦਰੋਂ ਜ਼ਾਹਰ ਕਰਦੇ ਨੇ ਅਸੀਂ ਸਿੱਖ ਵੀ ਗੱਡੀ ਲਿਜਾ ਕੇ ਖੱਡ ਸਿੱਟਦੀ, ਬੂਰੇ ਹੋ ਕੇ ਡਰਾਈਵਰ ਬਣ ਕੇ ਲੈ ਕੇ ਡੁੱਬ ਜੀ। ਉਹ ਤੁਸੀਂ ਤਾਂ ਡੁੱਬਣਾ ਹੀ ਹੈ। ਸਾਨੂੰ ਦੂਜੇ ਜਿਹੜੇ ਤਰਨ ਵਾਲੇ ਨੇ ਉਹਨੂੰ ਤੁਸੀਂ ਕਿਵੇਂ ਡੁਬੋ ਦੋਗੇ? ਜਿਹੜੇ ਤਰਨਾ ਚਾਹੁੰਦੇ ਨੇ ਉਹਨਾਂ ਨੇ ਡੁੱਬਣਾ। ਹੁਣ ਉਹਨਾਂ ਨੂੰ ਰਾਹ ਦੱਸ ਦਿੰਦਾ ਹੁੰਦਾ ਉਹ, ਪਰ ਉਹਨਾਂ ਦਾ ਪਹਿਲਾਂ ਹੀ ਕਿਹਾ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਾਹਿਬ। ਉਹ ਆਪ ਖੜਾ ਨਾਲ, ਤੁਸੀਂ ਕੀ ਕਰੋਗੇ? ਹੁਣ ਜਿੱਥੇ ਆਪੇ ਆ ਕੇ ਖੜ ਗਿਆ ਉੱਥੇ ਕਹਿੰਦੇ ਔਰੰਗਜ਼ੇਬ ਨੂੰ ਕਹਿੰਦਾ ਤੇਰੀ ਫੌਜ ਮੇਰਾ ਕੀ ਵਿਗਾੜਦੀ। ਹੁਣ ਤੁਸੀਂ ਜਿਹੜਾ ਕੋਈ ਵਿਗਾੜਨਾ ਵਿਗਾੜ ਲਓ, ਨੰਗੇ ਹੋ ਕੇ ਆਓ ਨਾ ਵਿਗਾੜੋ। ਅਸੀਂ ਤਾਂ ਨੰਗੇ ਹੋ ਗਏ, ਤੁਸੀਂ ਨੰਗੇ ਹੋ ਜਾਓ। ਅਸੀਂ ਤਾਂ ਨੰਗੇ ਹੋ ਗਏ, ਆ ਜਾਓ ਜਿਵੇਂ ਮਰਜ਼ੀ ਆ ਜਾਓ, ਜਿਵੇਂ ਮਰਜ਼ੀ ਆ ਜਾਓ, ਚਰਚਾ ਆ ਜਾਓ। ਜਿਹੜਾ ਹੋਰ ਤੁਹਾਡੀ ਤੋਪ ਹੋ ਚਲਾ ਲਓ, ਚਲਾਉਂਦੇ ਹੀ ਰਹੇ ਨੇ ਅੱਗੇ। ਹੁਣ ਦੇਖ ਲਓ ਸਵਾਦ ਤੋਪ ਚਲਾ ਕੇ, ਅੱਗੇ ਦੇਖ ਲਿਆ ਸਵਾਦ, ਹੁਣ ਤੁਸੀਂ ਦੇਖ ਲਓ। ਨੰਗੇ ਹੋ ਕੇ ਆਓ ਜੇ ਹੁਣ ਗੁਰੂ ਦੇ ਖਿਲਾਫ। ਗੱਲਾਂ ਬਾਤਾਂ ਨਹੀਂ ਹੈ, ਮੂੰਹ 'ਚ ਕੁਛ ਹੈ, ਚਿੱਤ 'ਚ ਥੋੜੇ ਕੁਛ ਹੈ। ਇਹਦਾ ਕੀ ਮਤਲਬ? ਵਿਰੋਧ ਕਰਨਾ ਸਿੱਧੇ ਹੋ ਕੇ ਕਰੋ, ਜਾਂ ਫਿਰ ਸਿੱਧੇ ਹੋ ਕੇ ਸਰੈਂਡਰ ਕਰ ਜਾਓ ਗੁਰੂ ਵਾਲੇ। ਜੇ ਗੁਰੂ ਵਾਲਿਆਂ ਨੂੰ ਸਿੱਧੇ ਹੋ ਕੇ ਸਰੈਂਡਰ ਕਰ ਜਾਓ, ਨਹੀਂ ਸਿੱਧੇ ਹੋ ਕੇ ਵਿਰੋਧ 'ਚ ਆ ਜਾਓ। ਉਹ ਗੁਰੂ ਗ੍ਰੰਥ ਸਾਹਿਬ ਹੀ ਰੱਖਦੇ ਰਹੇ ਤੇ ਵਿਰੋਧ ਵੀ ਕਰਦੇ ਰਹੇ। ਅੱਗੇ ਇਹੀ ਕਰਿਆ, ਸ੍ਰੀ ਚੰਦ ਨੇ ਵੀ ਇਹੀ ਕਰਿਆ, ਸਾਰੇ ਇਹੀ ਕਰਿਆ। ਅਰਥ ਵੀ ਤੁਸੀਂ ਅਰਥਾਂ ਦੇ ਅਨਰਥ ਕਰਕੇ ਕਰਦੇ ਰਹੇ। ਕੀ ਵਿਗੜ ਗਿਆ? ਕੁਛ ਨਹੀਂ ਵਿਗੜਿਆ। ਵਿਗੜਿਆ ਨਹੀਂ ਕੁਛ, ਭੁੱਖ ਜ਼ਿਆਦਾ ਪੈਦਾ ਹੋ ਗਈ ਸੰਗਤ ਵਿੱਚ। ਇੰਨੀ ਭੁੱਖ ਹੈ ਥੱਲੇ, ਪੈਟਰੋਲ ਨੂੰ ਅੱਗ ਪੈ ਗਈ। ਹੁਣ ਜਿਹਨਾਂ ਨੂੰ ਭੁੱਖ ਸੀ ਬੁਝਾ ਲਓ। ਹੁਣ ਤੁਸੀਂ ਕਿਵੇਂ ਬੁਝਾ ਲਓਗੇ? ਜਿਹਨਾਂ ਨੂੰ ਅੱਗ ਪੈ ਗਈ ਬੁਝਾ ਦੇਣ, ਕਿਵੇਂ ਬੁਝਾ ਦੇਣਗੇ? ਉਹ ਇਹ ਤਾਂ ਸਪਾਰ ਕੇ ਲਾਇਆ। ਉਹ ਲਾਈਟਰ ਤਾਂ ਸਪਾਰ ਕੇ ਹੁੰਦਾ। ਗੈਸ ਜੇ ਹੋਵੇ, ਭਾਵ ਨੂੰ ਥੋੜ੍ਹੀ ਅੱਗ ਪੈ ਜਾਣੀ ਹੈ, ਗੈਸ ਨੂੰ ਪੈਣੀ ਅੱਗ। ਤਾਂ ਭਾਵ ਨੂੰ ਨਹੀਂ ਅੱਗ ਪੈਂਦੀ ਹੁੰਦੀ, ਤੁਹਾਨੂੰ ਨਹੀਂ ਪੈਣੀ। ਤੁਸੀਂ ਭਾਵ ਹੋ ਪਾਣੀ ਦੀ, ਪਾਣੀ ਮਾਇਆ। ਆਮੋ ਦੇਖ ਬਣਾਵੋ ਚਿਖਾ, ਆਮੋ ਦੇਖ ਬਣਾਵੂ ਚਿਖਾ। ਦੇਖ ਲਾ ਹੁਣ ਮੈਂ ਚਿਖਾ ਬਣਾ ਰਿਹਾ।
ਪੈਂਟੋਂ बीच अग्नि की सिखा। ਜਿਹੜੇ ਆਦਮੀ ਨੇ ਇੰਨਾ ਕੁਝ ਕੀਤਾ ਆਖਰ ਚਿਖਾ 'ਚ ਬਹਿ ਗਿਆ ਉਹ ਤੇ ਸਿੱਖੀ ਦਾ ਪਤਾ ਲੱਗਿਆ। ਮੈਂ ਦੇਖੂ ਕਿਹੜਾ ਇਹਨਾਂ ਚਿਖਾ ਬਣਾਉਂਦਾ। ਜਿਹੜਾ ਸਿੱਖੀ ਦਾ ਪਤਾ ਲੱਗੇ ਤੇ ਸਿੱਖੀ ਦਾ ਪਤਾ ਲੱਗੇ ਤੇ ਚਿਖਾ ਬਣਾ ਲੈਣ ਜੇ ਹੈਗੇ ਬੰਦੇ। ਦੇਖੂ ਕਿਹੜਾ ਬਣਾ ਉਹ ਸਿੱਖਾ ਜਿਹੜਾ ਚਿਖਾ ਬਣਾ ਲੂਗਾ ਨਹੀਂ ਸਿੱਖੇ ਨਹੀਂ ਹੈ। ਰਾਜਾ ਐਡਾ ਬੜਾ ਚਿਖਾ ਬਣਾ ਰਿਹਾ ਹੈ ਤੁਸੀਂ ਕੀ ਹੋ ਗਿਆ ਤੁਹਾਨੂੰ ਸਿੱਖੀ ਛੱਡਤੀ ਜੇ ਛੱਡਤੀ ਤਾਂ ਗਏ ਸਿੱਖੀ ਤੋਂ ਛੱਡਤੀ ਮੰਨਿਆ ਜਾਊਗਾ ਕਿ ਨਹੀਂ ਚਿਖਾ ਬਣਾਉਂਦੇ ਜੇ ਚਿਖਾ ਬਣਾ ਲਈ ਔਰ ਇਹ ਜੀ ਚਿਖਾ ਨਹੀਂ ਇਹ ਜੀ ਤੁਹਾਡੀ ਹੈ ਚਿਖਾ ਵੀ ਹੋਰ ਤਰ੍ਹਾਂ ਦੀ ਹੈ ਇਹ ਚਿਖਾ ਹੋਰ ਤਰ੍ਹਾਂ ਦੀ ਹੈ ਕਹਾਂ ਆਊਗੀ ਹੁਣ चिखा बनाए इशनाने करा। चिखा बनाए इशनाने करा इशनान काहदे नाल कीता नाम नाल कीता। सब तन बस्त्र तलोना धरा। सब तन वस्त्र तलोना धरा बस अंदर वस्त्र काहदा सच खाना सच पहनना कर लिया वस्त्र बदल लिया दूआ हंकार वाले रात ते कपड़े बहु विधि लोग हटक कर रहा। निमरता वाले कपड़े पहन ले हंकार वाले लाते बड़े बन वाले कपड़े लाते छोटे बन वाले राजे वाले कपड़े लाते फकीर वाले कपड़े पा ले फकीरी वाले कपड़े पा ले राजे वाले लाते राजे वाले कपड़े ला के फकीरी वाले पा ले। हाँ बहु विधि लोग हटक कर रहा। बथेरे लोगों ने हटाया भी ना राजा ये ना कर कहते नहीं सारी पब्लिक कह हटी भी तू ये कम ना कर ओ मारिया ताज परे चक के कहना नहीं सारे कपड़े राजे वाले ओ मारे ला के जिवें रामचंद्र गया ना बनवास नूं ओ गल कर ली ओ कपड़े पा ले सब त्याग का चरपट कर चरणन पीगा। चरपट लोग हटक कर रहा चरपट कर चरणन पीगा। चरपट पलट गया उथों मन पलट गया ना चरपट हो गया ना मन पलट के चढ़ना जा गया नीवा हो गया हंकार दी जेड़े टीसी ते खड़ा था थल्ले आ गया पताल च आ गया चरना ते आ गया